नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਦੋ ਟੌਪਿਕ ਕਰਾਂਗੇ। ਪਹਿਲਾ ਟੌਪਿਕ ਹੈਗਾ ਸਿੱਧੂ ਘਾਟੀ ਦੀ ਸੱਭਿਅਤਾ ਤੇ ਦੂਸਰਾ ਟੌਪਿਕ ਹੈਗਾ ਵੈਦਿਕ ਯੁੱਗ। ਤੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਜਿੰਨੇ ਵੀ MCQ ਲਿੱਤੇ ਗਏ ਹੈ ਉਹ ਦਿੱਲੀ ਬੋਰਡ ਦੇ PGT ਐਗਜ਼ਾਮ ਦੇ ਵਿੱਚੋਂ ਲਏ ਗਏ ਹੈ ਤੇ ਸਾਰੇ ਦੇ ਸਾਰੇ ਕੁਐਸਚਨ ਇੰਪੋਰਟੈਂਟ ਹੈ ਜਿਹੜੇ ਦਿੱਲੀ ਬੋਰਡ ਵੱਲੋਂ ਪੁੱਛੇ ਗਏ ਹੈ। ਠੀਕ ਹੈ ਜੀ, ਚੱਲਦੇ ਹਾਂ ਅੱਜ ਦੇ ਪਹਿਲੇ ਟੌਪਿਕ ਤੇ। ਹੜੱਪਾ ਸੱਭਿਅਤਾ ਬਾਰੇ ਕਿਹੜਾ ਕਥਨ ਸਹੀ ਹੈ? हाँ जी, हड़प्पा सभ्यता ये अशव मेद तो जाणू सन। ठीक है जी, यानी कि जग्गां तो अशव जग्गां तो जाणू सन। गऊ उन्हां लई पवित्र सी ते वो पशुपति का सत्कार करन लग पए सन। इहदा राइट आंसर है भी वो पशुपति का सत्कार जां पूजा करन लग पए सन। ठीक है जी, ये ध्यान च रखना है। हाँ जी, एक्सप्लेनेशन है जी, इहदी ध्यान नाल देखनी है। सिद्धू घाटी सभ्यता के लोगों का धार्मिक जीवन बहुत उन्नत सी। इस का अंदाजा इस गल तो लगाया जा सकता है कि उन्होंने बहुत सारे धार्मिक जिहड़े विश्वास अज हिंदू धर्म के प्रचलित हो गए। हाँ जी, ਜਿਹੜੇ ਸਿੱਧੂ ਘਾਟੀ ਦੇ ਲੋਕ ਹੈ ਉਹ ਦੇਵੀ ਮਾਂ ਦੀ ਪੂਜਾ ਕਰਦੇ ਸੀ। ਸਭ ਤੋਂ ਜ਼ਿਆਦਾ ਦੇਵੀ ਮਾਂ ਦੀ ਪੂਜਾ ਕੀਤੀ ਜਾਂਦੀ ਸੀ ਸਿੱਧੂ ਘਾਟੀ ਦੇ ਲੋਕਾਂ ਦੁਆਰਾ। ਤੇ ਸਿੱਧੂ ਘਾਟੀ ਦੀਆਂ ਖੁਦਾਈਆਂ ਵਿੱਚੋਂ ਮਿਲੀਆਂ ਦੇਵੀ ਮਾਂ ਦੀਆਂ ਮੂਰਤੀਆਂ, ਮੋਹਰਾਂ, ਤਾਵੀਜ਼, ਉਹਨਾਂ ਦੇ ਬਣੇ ਮਾਤਾ ਦੇ ਚਿੱਤਰ ਜਿਹੜੇ ਇਸ ਗੱਲ ਦੀ ਗਵਾਹੀ ਦਿੰਦੇ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਦੂਸਰੀ, ਉਹ ਸ਼ਿਵ ਦੀ ਪੂਜਾ ਕਰਦੇ ਸੀ। ਸਿੱਧੂ ਘਾਟੀ ਸੱਭਿਅਤਾ ਦੇ ਸਮੇਂ ਮੋਹਨਜੋਦੜੋ ਦੀਆਂ ਮੋਹਰਾਂ ਜਿਹੜੀਆਂ ਮਿਲੀਆਂ ਉੱਥੇ ਇੱਕ ਦੇਵਤੇ ਦੀ ਤਸਵੀਰ ਨੂੰ ਛਾਪਿਆ ਗਿਆ, ਉਕੇਰਿਆ ਗਿਆ ਉਸ ਦੀ ਮੋਹਰਾਂ ਦੇ ਉੱਪਰ। ਤੇ ਇਸ ਵਿੱਚ ਇੱਕ ਦੇਵ ਨੂੰ ਯੋਗ ਦੀ ਸਥਿਤੀ ਵਿੱਚ ਸਮਾਧੀ ਦੇ ਵਿੱਚ ਲੀਨ ਦਿਖਾਇਆ ਗਿਆ ਹੈ। ਇਸ ਦੇ 3 ਮੂੰਹ ਦਿਖਾਏ ਗਏ ਹੈ ਤੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਸ਼ਿਵ ਦੇਵਤਾ ਹੈ। ਠੀਕ ਹੈ ਜੀ, ਇਸ ਨੂੰ ਸ਼ਿਵ ਦੇਵਤਾ ਨੂੰ ਤ੍ਰਿਮੁਖੀ ਪਸ਼ੂਪਤੀ ਜੋਗੇਸ਼ਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਕਈ ਵਾਰ ਸ਼ਿਵ ਦੀ ਜਗ੍ਹਾ ਤੇ ਪਸ਼ੂਪਤੀ ਆਇਆ ਲਿਖਿਆ ਹੁੰਦਾ ਹੈ। ਜੋਗੇਸ਼ਵਰ, ਤ੍ਰੈਮੁਖੀ, ਇਹਨਾਂ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਧਿਆਨ ਰੱਖਣਾ ਹੈ, ਸ਼ਿਵ ਦੇ ਹੀ ਦੂਸਰੇ ਨਾਂ ਹੈ ਤੇ ਸਿੱਧੂ ਘਾਟੀ ਦੇ ਲੋਕ ਦੇਵੀ ਮਾਂ ਦੇ ਨਾਲ ਸ਼ਿਵ ਦੀ ਵੀ ਪੂਜਾ ਕਰਦੇ ਸਨ। ਹਾਂਜੀ, ਉਸ ਤੋਂ ਬਾਅਦ ਪਸ਼ੂਆਂ ਦੇ ਰੁੱਖਾਂ ਦੀ ਪੂਜਾ। ਸਿੱਧੂ ਘਾਟੀ ਸੱਭਿਅਤਾ ਦੀਆਂ ਜਿਹੜੀਆਂ ਮੋਹਰਾਂ ਮਿਲੀਆਂ ਉਸ ਤੋਂ ਇਸ ਗੱਲ ਦਾ ਇਸ਼ਾਰਾ ਮਿਲਦਾ ਹੈ ਕਿ ਉਹ ਕਈ ਤਰ੍ਹਾਂ ਦੇ ਪਸ਼ੂਆਂ ਦੀ ਪੂਜਾ ਕਰਦੇ ਸੀ। ਇਹਨਾਂ ਪਸ਼ੂਆਂ ਦੇ ਵਿੱਚ ਹਾਥੀ, ਗੈਂਡਾ, ਝੋਟਾ, ਚੀਤਾ ਤੇ ਸਾਨ ਇਹ ਸ਼ਾਮਲ ਸਨ। ਹੁਣ ਇਹਦੇ ਵਿੱਚ ਧਿਆਨ ਰੱਖਣਾ, ਸ਼ੇਰ ਇਹਨਾਂ ਦੇ ਵਿੱਚ ਨਹੀਂ ਸੀਗਾ। ਹਾਥੀ, ਗੈਂਡਾ, ਚੀਤਾ, ਝੋਟਾ ਤੇ ਸਾਨ। ਠੀਕ ਹੈ ਜੀ, ਝੋਟਾ ਤੇ ਸਾਨ ਇੱਕ ਹੀ ਹੈ, ਇੱਕ ਸ਼ਬਦ ਕਹਾਂਗੇ ਆਪਾਂ। ਸਿੱਧੂ ਘਾਟੀ ਸੱਭਿਅਤਾ ਦੇ ਲੋਕ ਸਭ ਤੋਂ ਵੱਧ ਪਿੱਪਲ ਰੁੱਖ ਦੀ ਪੂਜਾ ਕਰਦੇ ਸੀ। ਪਸ਼ੂਆਂ ਦੀ ਵੀ ਪੂਜਾ ਕਰਦੇ ਸੀ, ਪਸ਼ੂਆਂ ਤੇ ਰੁੱਖਾਂ ਦੇ ਵਿੱਚ ਪਿੱਪਲ ਨੂੰ ਸਭ ਤੋਂ ਜ਼ਿਆਦਾ ਪੂਜਦੇ ਸੀ ਤੇ ਪਸ਼ੂਆਂ ਦੇ ਵਿੱਚ ਹਾਥੀ, ਗੈਂਡਾ, ਝੋਟਾ ਤੇ ਚੀਤਾ ਇਹ ਸ਼ਾਮਲ ਹੈ। ਇਹ ਧਿਆਨ ਰੱਖ ਲੈਣਾ ਜੀ। ਠੀਕ ਹੈ ਜੀ। ਹਾਂਜੀ, ਸਿੱਧੂ ਘਾਟੀ ਦੇ ਘਰ ਕਿਸ ਚੀਜ਼ ਦੇ ਬਣੇ ਹੋਏ ਸਨ? ਹਾਂਜੀ, ਇਹ ਸਿੱਧੂ ਘਾਟੀ ਜਿਹੜੀ ਇੱਕ ਨਗਰੀय ਯੋਜਨਾ ਹੈ। ਠੀਕ ਹੈ ਜੀ, ਤੇ ਇੱਥੇ ਦੇ ਜਿਹੜੇ ਘਰ ਆ ਉਹ ਇੱਟਾਂ ਦੇ, ਪੱਕੀਆਂ ਇੱਟਾਂ ਦੇ ਘਰ ਬਣੇ ਹੋਏ ਸਨ। ਠੀਕ ਹੈ ਜੀ, ਧਿਆਨ ਰੱਖ ਲੈਣਾ ਜੀ। ਹਾਂਜੀ, ਜਿਹੜੇ ਭਵਨ ਜਾਂ ਘਰ ਇੱਕੋ ਗੱਲ ਹੈ। ਸਿੱਧੂ ਘਾਟੀ ਦੀ ਸੱਭਿਅਤਾ ਦੇ ਜਿਹੜੇ ਲੋਕ ਹੈ ਉਹ ਭਵਨ ਕਲਾ ਦੇ ਵਿੱਚ ਮਾਹਰ ਸੀਗੇ, ਨਿਪੁੰਨ ਸੀ, ਐਕਸਪਰਟ ਸੀ ਤੇ ਮਕਾਨ ਉਹਨਾਂ ਦੇ ਪੱਕੀਆਂ ਇੱਟਾਂ ਦੇ ਬਣੇ ਹੋਏ ਸਨ ਤੇ ਹੜ੍ਹਾਂ ਦੇ ਖਤਰੇ ਤੋਂ ਬਚਣ ਦੇ ਲਈ ਮਕਾਨ ਦੀਆਂ ਨੀਂਹਾਂ ਨੂੰ ਕਾਫੀ ਡੂੰਘਾ ਰੱਖਦੇ ਸੀਗੇ। ਮਕਾਨ ਖੁੱਲ੍ਹੇ ਤੇ ਹਵਾਦਾਰ ਹੁੰਦੇ ਸੀ ਉਹਨਾਂ ਦੇ ਤੇ ਇਹਨਾਂ ਮਕਾਨਾਂ ਦੇ ਵਿੱਚ ਵੱਡੇ ਵੱਡੇ ਦਰਵਾਜ਼ੇ, ਖਿੜਕੀਆਂ ਦੇ ਰੋਸ਼ਨਦਾਰ ਹੁੰਦੇ ਸੀਗੇ। ਠੀਕ ਹੈ ਜੀ, ਘਰਾਂ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਸੜਕ ਵਾਲੇ ਪਾਸੇ ਨਹੀਂ ਖੁੱਲ੍ਹਦੇ ਸੀ, ਗਲੀ ਵਾਲੇ ਪਾਸੇ ਹੀ ਖੁੱਲ੍ਹਦੇ ਸੀ। ਆਹ ਗੱਲ ਧਿਆਨ ਰੱਖਣੀ ਹੈ। ਹਰ ਮਕਾਨ ਦੇ ਵਿੱਚ ਖੁੱਲ੍ਹਾ ਵਿਹੜਾ, ਰਸੋਈ ਘਰ, ਖੂਹ ਤੇ ਇਸ਼ਨਾਨ ਘਰ ਹੁੰਦਾ ਸੀ। ਯਾਨੀ ਕਿ ਹਰ ਫੈਸਿਲਿਟੀ ਘਰ ਦੇ ਵਿੱਚ ਹੁੰਦੀ ਸੀ ਜਿਹੜੀ ਅੱਜ ਦੇ ਮਾਡਰਨ ਹਾਊਸ ਦੇ ਵਿੱਚ ਹੈ। ਠੀਕ ਹੈ, ਉਸ ਤੋਂ ਵਧੀਆ ਗੱਲ ਸੀ ਵੀ ਮਕਾਨ ਖੁੱਲ੍ਹੇ ਤੇ ਹਵਾਦਾਰ ਸੀ, ਖਿੜਕੀਆਂ ਰੱਖੇ ਜਾਂਦੇ ਸੀ, ਰੋਸ਼ਨਦਾਨ ਰੱਖੇ ਜਾਂਦੇ ਸੀ ਤੇ ਇੱਕ ਗੱਲ ਹੋਰ ਵੀ ਉਹ ਸਾਰੇ ਖਿੜਕੀਆਂ ਤੇ ਦਰਵਾਜ਼ੇ ਜਿਹੜੇ ਉਹ ਮੇਨ ਸੜਕ ਤੇ ਨਾ ਰੱਖ ਕੇ ਗਲੀ ਵਿੱਚ ਰੱਖੇ ਜਾਂਦੇ ਸੀ ਤੇ ਪੱਕੀਆਂ ਇੱਟਾਂ ਦੇ ਘਰ ਬਣੇ ਹੁੰਦੇ ਸੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ ਜੀ। ਹੜੱਪਾ ਲੋਕਾਂ ਦੀ ਸਮਾਜਿਕ ਪ੍ਰਾਣੀ ਕਿਹੋ ਜਿਹੀ ਸੀ? ਹਾਂਜੀ, ਇਹ ਲੋਕਾਂ ਦੀ ਗੁਲਾਮ ਪ੍ਰਥਾ ਦੇ ਆਧਾਰਿਤ ਸੀ? ਨਹੀਂ। ਵਰਨ ਆਧਾਰਿਤ ਸੀ? ਨਹੀਂ। ਜਾਤ ਆਧਾਰਿਤ ਸੀ? ਨਹੀਂ। ਇਹ ਸੀ ਨਿਰਪੱਖ ਸਮਾਨਤਾਵਾਦੀ। ਠੀਕ ਹੈ ਜੀ, ਸਾਰਿਆਂ ਨੂੰ ਸਮਾਨ ਇੱਥੇ ਅਧਿਕਾਰ ਮਿਲਦੇ ਸੀਗੇ। ਹਾਂਜੀ, ਇਹਦੀ ਆਪਾਂ ਐਕਸਪਲੇਨੇਸ਼ਨ ਪੜ੍ਹਦੇ ਹਾਂ, ਧਿਆਨ ਦੇਣਾ। ਸਿੱਧੂ ਘਾਟੀ ਸੱਭਿਅਤਾ ਦੀ ਖੁਦਾਈ ਤੋਂ ਜਿੰਨੀਆਂ ਵੀ ਮੂਰਤੀਆਂ ਮਿਲੀਆਂ ਉਹਨਾਂ ਵਿੱਚ ਸਭ ਤੋਂ ਵੱਧ ਮੂਰਤੀਆਂ ਮਿਲੀਆਂ ਇਸਤਰੀਆਂ ਦੀਆਂ ਤੇ ਜਿਹਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਮਾਜ ਦੇ ਵਿੱਚ ਇਸਤਰੀਆਂ ਦਾ ਬਹੁਤ ਉੱਚਾ ਸਥਾਨ ਸੀ ਤੇ ਇਹ ਸਮਾਜ ਮਾਤਾ ਪ੍ਰਧਾਨ ਸੀ। ਆ ਇੰਪੋਰਟੈਂਟ ਗੱਲ ਧਿਆਨ ਰੱਖ ਲੈਣੀ ਹੈ। ਸਿੱਧੂ ਘਾਟੀ ਦੀ ਸੱਭਿਅਤਾ ਦਾ ਸਮਾਜ ਉਹ ਮਾਤਾ ਪ੍ਰਧਾਨ ਸੀ ਤੇ ਸਮਾਜ ਦੇ ਵਿੱਚ ਕੋਈ ਜਾਤ ਪਾਤ ਨਹੀਂ ਸੀ ਤੇ ਲੋਕ ਵੰਡੇ ਹੋਏ ਸੀ ਕੰਮ ਦੇ ਆਧਾਰ ਤੇ। ਠੀਕ ਹੈ ਜੀ, ਕੰਮ ਦੇ ਆਧਾਰ ਤੇ ਲੋਕਾਂ ਨੂੰ ਵੰਡਿਆ ਗਿਆ ਸੀ, ਨਾ ਕਿ ਜਾਤ ਪਾਤ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ। ਸਿੱਧੂ ਘਾਟੀ ਦੀ ਸੱਭਿਅਤਾ ਨਿਰਪੱਖ ਤੇ ਸਮਾਨਤਾ ਦੀ ਪ੍ਰਣਾਲੀ ਦੇ ਆਧਾਰ ਸੀ। ਠੀਕ ਹੈ ਜੀ, ਮਤਲਬ ਕਿ ਔਰਤਾਂ ਤੇ ਮਰਦਾਂ ਨੂੰ ਸਮਾਨ ਜਿਹੜੇ ਅਧਿਕਾਰ ਹੈ ਜਿਹੜੇ ਉਹ ਦਿੱਤੇ ਗਏ ਸੀ ਇੱਥੇ। ਹਾਂਜੀ, ਸਿੱਧੂ ਘਾਟੀ ਦੀ ਸੱਭਿਅਤਾ ਦੇ ਸ਼ਹਿਰਾਂ ਦੀਆਂ ਗਲੀਆਂ ਸਨ। ਹਾਂਜੀ, ਇਹ ਸਿੱਧੀਆਂ ਤੇ ਚੌੜੀਆਂ ਗਲੀਆਂ ਸਨ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ ਜੀ। ਹਾਂਜੀ, ਇਹਦੀ ਐਕਸਪਲੇਨੇਸ਼ਨ ਦੇਖੋ। ਸਿੱਧੂ ਘਾਟੀ ਸੱਭਿਅਤਾ ਦੇ ਲੋਕ ਸੜਕ ਬਣਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਾਹਰ ਸੀ। ਠੀਕ ਹੈ ਜੀ, ਸੜਕਾਂ ਨਗਰ ਦੇ ਹਰ ਪਾਸੇ ਬਣਾਈਆਂ ਜਾਂਦੀਆਂ ਸੀ। ਸੜਕਾਂ ਚੌੜੀਆਂ ਤੇ ਸਿੱਧੀਆਂ ਹੁੰਦੀਆਂ ਸਨ। ਠੀਕ ਹੈ ਜੀ, ਆਪਣੇ ਸਵਾਲ ਦਾ ਜਵਾਬ ਹੈ। ਇਹ ਇੱਕ ਦੂਸਰੇ ਨੂੰ ਇਹ 90 ਡਿਗਰੀ ਤੇ ਕੱਟਦੀਆਂ ਸੀਗੀਆਂ ਤੇ ਚੁਰਾਹੇ ਵੀ ਬਣਾਏ ਜਾਂਦੇ ਸੀ। ਸੜਕਾਂ ਦੀ ਜਿਹੜੀ ਚੌੜਾਈ ਹੈ 13 ਫੁੱਟ ਤੋਂ ਲੈ ਕੇ 34 ਫੁੱਟ ਤੱਕ ਹੁੰਦੀ ਸੀ। ਠੀਕ ਹੈ ਜੀ, ਸੜਕਾਂ ਇਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਸੀ ਕਿ ਹਵਾ ਦੇ ਨਾਲ ਗੰਦਗੀ ਆਪਣੇ ਆਪ ਸਾਫ਼ ਹੋ ਜਾਂਦੀ ਸੀ। ਸੜਕਾਂ ਤੇ ਰੋਸ਼ਨੀ ਦਾ ਵੀ ਪ੍ਰਬੰਧ ਸੀ ਤੇ ਸਿੱਧੂ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਸੰਬੰਧੀ ਡਾਕਟਰ ਅਰੁਣ ਭੱਟਾਚਾਰੀਆ ਉਹ ਕੀ ਕਹਿੰਦੇ ਆ ਵੀ ਸਿੱਧੂ ਘਾਟੀ ਸੱਭਿਅਤਾ ਦਾ ਸਭ ਤੋਂ ਹੈਰਾਨੀਜਨਕ ਪਾਕੋਸ਼ ਦੀ ਵਧੀਆ ਨਗਰ ਯੋਜਨਾ ਸੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਸਭ ਤੋਂ ਜਿੰਨੀਆਂ ਵੀ ਵਿਸ਼ੇਸ਼ਤਾਵਾਂ ਸਿੱਧੂ ਘਾਟੀ ਦੀ ਸੱਭਿਅਤਾ ਦੀਆਂ ਹੈਗੀਆਂ ਉਹਦੇ ਵਿੱਚੋਂ ਸਭ ਤੋਂ ਜਿਹੜੀ ਹੈਰਾਨੀਜਨਕ ਵਿਸ਼ੇਸ਼ਤਾ, ਸਭ ਤੋਂ ਅਨੋਖੀ ਵਿਸ਼ੇਸ਼ਤਾ ਉਹਦੀ ਨਗਰ ਯੋਜਨਾ ਸੀ। ਇਹ ਧਿਆਨ ਰੱਖ ਲੈਣਾ। ਠੀਕ ਹੈ ਜੀ। ਹਾਂਜੀ, ਹੜੱਪਾ ਸੱਭਿਅਤਾ ਪਹਿਲਾਂ ਕੀ ਪੈਦਾ ਕਰਨ ਵਾਲੇ ਸਨ? ਇਹਨਾਂ 'ਚ ਦੱਸਣਾ ਕੀ ਸਭ ਤੋਂ ਪਹਿਲਾਂ ਹੀ ਪੈਦਾ ਕਰਨ ਵਾਲੇ ਸਨ। ਉਹ ਚੀਜ਼ ਹੜੱਪਾ ਨੇ ਹੀ ਪੈਦਾ ਕੀਤੀ, ਸ਼ੁਰੂਆਤ ਕੀਤੀ, ਉਹ ਸੀ ਕਪਾਹ ਦੀ ਖੇਤੀ। ਹਾਂਜੀ, ਇਹ ਪੜ੍ਹਦੇ ਆਪਾਂ। ਸਿੱਧੂ ਘਾਟੀ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ।
ਠੀਕ ਹੈ। ਇਹਦਾ ਕਾਰਨ ਕੀ ਸੀ ਵੀ ਸਿੱਧੂ ਨਦੀ ਦੇ ਆਲੇ ਦੁਆਲੇ ਜਿਹੜੀ ਮਿੱਟੀ ਬਹੁਤ ਉਪਜਾਊ ਸੀ ਤੇ ਸਿੰਚਾਈ ਦੇ ਲਈ ਪਾਣੀ ਦੀ ਕਮੀ ਨਹੀਂ ਸੀ। ਠੀਕ ਹੈ ਜੀ। ਮੁੱਖ ਧੰਦਾ ਖੇਤੀਬਾੜੀ ਸੀ। ਦੂਜਾ ਮੁੱਖ ਧੰਦਾ ਪਸ਼ੂ ਪਾਲਣਾ ਸੀਗਾ, ਇਹ ਧਿਆਨ 'ਚ ਰੱਖ ਲਿਓ। ਬਿਜਾਈ ਦੇ ਲਈ ਹੈਰੋ ਵਰਗੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹ ਸੰਦ ਲੱਕੜ ਦੇ ਬਣੇ ਹੁੰਦੇ ਸੀ। ਕਣਕ ਤੇ ਜੌਂ ਇਹਨਾਂ ਦੀਆਂ ਮੁੱਖ ਫਸਲਾਂ ਸਨ। ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣ। ਕਣਕ ਤੇ ਜੌਂ ਮੁੱਖ ਫਸਲਾਂ ਸਨ। ਇਸ ਤੋਂ ਇਲਾਵਾ ਚੌਲ, ਨਾਰੀਅਲ, ਖੰਜੂਰਾਂ ਤੇ ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦੀਆਂ ਸੀ। ਚੌਲ, ਨਾਰੀਅਲ ਤੇ ਖੰਜੂਰਾਂ ਵੀ ਪੈਦਾ ਕੀਤੀਆਂ ਜਾਂਦੀਆਂ ਸੀ। ਸਿੱਧੂ ਘਾਟੀ ਦੀ ਸਭ ਤੋਂ ਮਹੱਤਵਪੂਰਨ ਉਪਜ ਹੈ ਜਿਹੜੀ ਉਹ ਕਪਾਹ ਸੀ। ਇਹ ਇੰਪੋਰਟੈਂਟ ਫੈਕਟਰ ਧਿਆਨ 'ਚ ਰੱਖਣਾ। ਕਪਾਹ ਦੀ ਉਪਜ ਦੇ ਲਈ ਸਿੱਧੂ ਘਾਟੀ ਦੀ ਸੱਭਿਅਤਾ ਸਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਸੀ ਤੇ ਸੰਸਾਰ ਦੀ ਪਹਿਲੀ ਕਪਾਹ ਹੜੱਪਾ ਦੁਆਰਾ ਪੈਦਾ ਕੀਤੀ ਗਈ। ਹੜੱਪਾ ਦੇ ਲੋਕਾਂ ਨੇ ਹੀ ਸੰਸਾਰ ਦੀ ਪਹਿਲੀ ਕਪਾਹ ਪੈਦਾ ਕੀਤੀ ਸੀ ਤੇ ਸਿੱਧੂ ਘਾਟੀ ਲੋਕਾਂ ਦੀ ਇਹ ਮੁੱਢਲੀ ਫਸਲ ਸੀਗੀ ਤੇ ਇਸ ਕਰਕੇ ਯੂਨਾਨੀਆਂ ਨੇ ਸਿੰਧ ਸੱਭਿਅਤਾ ਨੂੰ ਸਿਡੌਨ ਕਹਿਣਾ ਸ਼ੁਰੂ ਕੀਤਾ, ਕਿਉਂਕਿ ਕਪਾਹ ਨੂੰ ਯੂਨਾਨ ਦੇ ਵਿੱਚ ਸਿਡੌਨ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਸਿੱਧੂ ਘਾਟੀ ਦੀ ਸੱਭਿਅਤਾ ਨੂੰ ਹੀ ਸਿਡੌਨ ਕਹਿਣਾ ਸ਼ੁਰੂ ਕਰ ਦਿੱਤਾ। ਠੀਕ ਹੈ ਜੀ, ਸਮਝ ਆ ਗਈ ਗੱਲ ਦੀ, ਇਹ ਧਿਆਨ ਰੱਖ ਲੈਣਾ। ਹਾਂਜੀ, ਹੜੱਪਾ ਦੇ ਜਿਹੜੇ ਵਾਸੀ ਹੈ ਉਹ ਕੀ ਸੀ, ਉਹ ਸ਼ਹਿਰੀ ਸੀ ਕਿਉਂਕਿ ਇਹ ਨਗਰੀ ਯੋਜਨਾ ਹੈ। ਠੀਕ ਹੈ ਜੀ। ਜਿਹੜੀ ਆਰੀਆ ਜਿਹੜੀ ਸੱਭਿਅਤਾ ਉਹ ਪੇਂਡੂ ਸੀ, ਇਹ ਧਿਆਨ ਰੱਖ ਲੈਣਾ। ਇੱਕ ਹੋਰ ਗੱਲ ਧਿਆਨ ਰੱਖਣੀ ਹੈ, ਇੱਕ ਮਾਤਾ ਪ੍ਰਧਾਨ ਸੀਗੀ, ਇਹ ਹੜੱਪਾ ਸੀਗੀ। ਠੀਕ ਹੈ ਜੀ। ਤੇ ਜਿਹੜੀ ਪਿਤਾ ਪ੍ਰਧਾਨ ਸੀ ਉਹ ਆਰੀਆ ਸੀ। ਠੀਕ ਹੈ ਜੀ, ਆਰੀਆ ਸੱਭਿਅਤਾ ਸੀਗੀ। ਠੀਕ ਹੈ, ਰਿਗਵੇਦੀ ਕਹਿ ਲਓ। ਤੇ ਹੜੱਪਾ ਸੱਭਿਅਤਾ ਜਿਹੜੀ ਇਹ ਸ਼ਹਿਰੀ ਸੀਗੀ ਤੇ ਇਹ ਪੇਂਡੂ ਸੀਗੀ, ਇਹ ਧਿਆਨ 'ਚ ਰੱਖਣੀ ਫੈਕਟ ਜੀ। ਹਾਂਜੀ, ਸਿੱਧੂ ਘਾਟੀ ਦੀ ਸੱਭਿਅਤਾ ਨਿਸ਼ਚਿਤ ਤੌਰ ਤੇ ਉੱਚ ਕੋਟੀ ਦੀ ਨਾਗਰਿਕ ਸੱਭਿਅਤਾ ਸੀ। ਖੁਦਾਈਆਂ ਵਿੱਚੋਂ ਮਿਲੇ ਨਗਰਾਂ ਨੂੰ ਵੇਖ ਕੇ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਨਗਰ ਵਿਸ਼ੇਸ਼ ਯੋਜਨਾ ਅਨੁਸਾਰ ਬੜੇ ਵਿਗਿਆਨਕ ਢੰਗ ਦੇ ਨਾਲ ਬਣੇ ਹੋਏ ਸੀ। ਠੀਕ ਹੈ, ਮੁੱਖ ਵਿਸ਼ੇਸ਼ਤਾ ਕੀ ਹੈ? ਸਿੱਧੂ ਘਾਟੀ ਦੀ ਸੱਭਿਅਤਾ ਦੀ ਖੁਦਾਈ ਵਿੱਚੋਂ ਮਿਲਣ ਵਾਲੇ ਸਭ ਤੋਂ ਪ੍ਰਸਿੱਧ ਇਮਾਰਤ ਹੈ ਉਹ ਮੋਹਨਜੋਦੜੋ ਦੇ ਵਿੱਚ ਇਸ਼ਨਾਨ ਘਰ, ਵਿਸ਼ਾਲ ਇਸ਼ਨਾਨ ਘਰ। ਠੀਕ ਹੈ ਜੀ। ਮੋਹਨਜੋਦੜੋ, ਹੜੱਪਾ, ਲੋਥਲ ਆਦਿ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਗੋਦਾਮ ਘਰ ਮਿਲੇ ਹੈ। ਇਹਨਾਂ ਗੋਦਾਮ ਘਰਾਂ ਦੇ ਵਿੱਚ ਅਨਾਜ ਨੂੰ ਰੱਖਿਆ ਜਾਂਦਾ ਸੀ, ਭੰਡਾਰ ਕੀਤਾ ਜਾਂਦਾ ਸੀ ਸੰਭਾਲ ਕੇ। ਸਿੱਧੂ ਘਾਟੀ ਸੱਭਿਅਤਾ ਦੇ ਲੋਕਾਂ ਨੇ ਗੰਦੇ ਪਾਣੀ ਦੇ ਨਿਕਾਸ ਦੇ ਲਈ ਨਾਲੀਆਂ ਦਾ ਵੀ ਬੜੇ ਵਿਗਿਆਨਕ ਢੰਗ ਦੇ ਨਾਲ ਪ੍ਰਬੰਧ ਕੀਤਾ ਹੋਇਆ ਸੀ। ਘਰਾਂ ਦੀਆਂ ਨਾਲੀਆਂ ਗਲੀਆਂ ਦੀਆਂ ਵੱਡੀਆਂ ਨਾਲੀਆਂ ਦੇ ਵਿੱਚ ਡਿੱਗਦੀਆਂ ਸੀ ਤੇ ਨਾਲੀਆਂ ਨੂੰ ਇੱਟਾਂ ਦੇ ਨਾਲ ਢੱਕਿਆ ਜਾਂਦਾ ਸੀ ਤੇ ਸਫਾਈ ਕਰਨ ਸਮੇਂ ਉਹਨਾਂ ਨੂੰ ਆਸਾਨੀ ਦੇ ਨਾਲ ਚੁੱਕਿਆ ਜਾ ਸਕਦਾ ਸੀ। ਇਹ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਧਿਆਨ 'ਚ ਰੱਖ ਲੈਣੀਆਂ। ਸਿੱਧੂ ਘਾਟੀ ਦੀ ਖੁਦਾਈ ਦੇ ਵਿੱਚ ਉਸ ਸਮੇਂ ਦੇ ਵਪਾਰਿਕ ਤੇ ਆਰਥਿਕ ਵਿਕਾਸ ਦੇ ਸੰਕੇਤ ਮਿਲੇ ਆ ਵੀ ਵਪਾਰ ਵੀ ਬਹੁਤ ਵਧੀਆ ਦਾ ਸੀ ਤੇ ਆਰਥਿਕ ਵਿਕਾਸ ਵੀ ਹੋ ਰਿਹਾ ਸੀ ਸੱਭਿਅਤਾ ਦਾ। ਉਹ ਕਿੱਥੋਂ ਪਤਾ ਲੱਗਦਾ? ਉਹ ਸਿੱਕੇ ਤੇ ਮੋਹਰਾਂ ਤੋਂ ਪਤਾ ਲੱਗਦਾ ਜੀ। ਠੀਕ ਹੈ ਜੀ। ਸਿੱਧੂ ਘਾਟੀ ਦੀ ਸੱਭਿਅਤਾ ਦੀ ਖੁਦਾਈ ਤੋਂ ਸਾਨੂੰ ਵੱਡੀ ਗਿਣਤੀ ਦੇ ਵਿੱਚ ਮੋਹਰਾਂ ਮਿਲੀਆਂ। ਕੇਵਲ ਮੋਹਨਜੋਦੜੋ ਤੋਂ ਹੀ 1200 ਤੋਂ ਵੱਧ ਮੋਹਰਾਂ ਪ੍ਰਾਪਤ ਹੋਈਆਂ। ਇਹ ਮੋਹਰਾਂ ਪੱਕੀ ਮਿੱਟੀ, ਚੂਨੇ, ਹਾਥੀ ਦੇ ਦੰਦ ਦੀਆਂ ਬਣੀਆਂ ਹੋਈਆਂ ਸਨ ਤੇ ਇਹਨਾਂ ਮੋਹਰਾਂ ਉੱਤੇ ਮਨੁੱਖ, ਪਸ਼ੂਆਂ, ਰੁੱਖਾਂ ਦੇ ਨਮੂਨੇ ਬੜੀ ਕਾਰੀਗਰ ਢੰਗ ਦੇ ਨਾਲ ਬਣਾਏ ਗਏ ਸੀ। ਜਾਨਵਰਾਂ ਦੇ ਵਿੱਚ ਇੱਕ ਸਿੰਘ ਵਾਲਾ ਪਸ਼ੂ, ਛੋਟੇ ਸਿੰਘ ਵਾਲਾ ਸਾਨ, ਸ਼ੇਰ, ਹਾਥੀ, ਬਾਰਾਸਿੰਗਾ ਆਦਿ ਵਧੇਰੇ ਨਮੂਨੇ ਮਿਲਦੇ ਆ ਤੇ ਇਹਨਾਂ ਦੀ ਵਰਤੋਂ ਜਿਹੜੇ ਮੋਹਰਾਂ ਦੀ ਵਰਤੋਂ ਵਪਾਰੀ ਲੋਕ ਕਰਦੇ ਸੀਗੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹੜੱਪਾ ਸੱਭਿਅਤਾ ਕਿਸ ਯੁੱਗ ਦੇ ਵਿੱਚ ਸੀ? ਇਹ ਕਾਂਸਾ ਯੁੱਗ ਸੱਭਿਅਤਾ ਸੀਗੀ ਕਿਉਂਕਿ ਇਸ ਸੱਭਿਅਤਾ ਦੀ ਖੁਦਾਈ ਤੋਂ ਪਤਾ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਕਾਂਸੇ ਦੀਆਂ ਮਿਲੀਆਂ। ਠੀਕ ਹੈ ਜੀ। ਸਿੱਧੂ ਘਾਟੀ ਦੇ ਸੱਭਿਅਤਾ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਹਾਂਜੀ, ਇਹ ਆਪਾਂ ਪਹਿਲਾਂ ਵੀ ਪੜ੍ਹ ਕੇ ਗਏ ਹਾਂ। ਪਹਿਲਾ ਧੰਦਾ ਖੇਤੀਬਾੜੀ ਸੀ ਤੇ ਦੂਸਰਾ ਧੰਦਾ ਪਸ਼ੂ ਪਾਲਣ ਸੀ ਇਹਨਾਂ ਦਾ। ਖੇਤੀਬਾੜੀ, ਠੀਕ ਹੈ ਜੀ। ਸਿੱਧੂ ਘਾਟੀ ਸੱਭਿਅਤਾ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਕਣਕ ਤੇ ਜੌਂ ਉਹਨਾਂ ਦੀਆਂ ਮੁੱਖ ਫਸਲਾਂ ਸਨ। ਇਸ ਤੋਂ ਇਲਾਵਾ ਨਾਰੀਅਲ, ਖੰਜੂਰ, ਸਬਜ਼ੀਆਂ ਵੀ ਪੈਦਾ ਕੀਤੀਆਂ ਜਾਂਦੀਆਂ ਸਨ। ਠੀਕ ਹੈ ਜੀ। ਤੇ ਸਿੰਧ ਘਾਟੀ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਉਪਜ ਆ ਉਹ ਕਪਾਹ ਸੀ। ਪਸ਼ੂ ਪਾਲਣ, ਸਿੱਧੂ ਘਾਟੀ ਦੇ ਜਿਹੜੇ ਲੋਕ ਹੈ ਉਹਨਾਂ ਦਾ ਦੂਜਾ ਮੁੱਖ ਧੰਦਾ ਪਸ਼ੂ ਪਾਲਣਾ ਸੀ। ਉਹ ਹਾਥੀ, ਊਠ, ਸੂਰ, ਭੇਡ, ਬੱਕਰੀ ਤੇ ਕੁੱਤੇ ਆਦਿ ਪਾਲਦੇ ਸਨ। ਵਪਾਰ, ਸਿੱਧੂ ਘਾਟੀ ਦੀ ਸੱਭਿਅਤਾ ਲੋਕਾਂ ਦਾ ਵਪਾਰ ਕਾਫੀ ਉੱਨਤ ਸੀ। ਉਹਨਾਂ ਦਾ ਵਪਾਰ ਹੋਰਨਾਂ ਦੇਸ਼ਾਂ ਤੇ ਵਿਦੇਸ਼ਾਂ ਨਾਲ ਵੀ ਹੁੰਦਾ ਸੀ। ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਵਪਾਰ ਸੁਮੇਰ, ਮਿਸਰ ਤੇ ਮੈਸੋਪਟਾਮੀਆ ਦੇ ਨਾਲ ਹੁੰਦਾ ਸੀ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਸੁਮੇਰ, ਮਿਸਰ ਤੇ ਮੈਸੋਪਟਾਮੀਆ ਦੇ ਨਾਲ ਇਹਨਾਂ ਦਾ ਮੁੱਖ ਵਪਾਰ ਹੁੰਦਾ ਸੀ। ਹਾਂਜੀ, ਵਿਦੇਸ਼ਾਂ ਤੋਂ ਸੋਨਾ, ਚਾਂਦੀ, ਹਾਰ ਸ਼ਿੰਗਾਰ ਦੀਆਂ ਵਸਤਾਂ ਤੇ ਹੋਰ ਕੀਮਤੀ ਪੱਥਰਾਂ ਦਾ ਆਯਾਤ ਕੀਤਾ ਜਾਂਦਾ ਸੀ ਤੇ ਸੁੱਤੀ ਕੱਪੜਾ, ਗਹਿਣੇ, ਮੋਤੀ ਤੇ ਹਾਥੀ ਦੇ ਦੰਦ ਦੀਆਂ ਬਣੀਆਂ ਹੋਈਆਂ ਵਸਤੂਆਂ ਦਾ ਨਿਰਯਾਤ ਕੀਤਾ ਜਾਂਦਾ ਸੀ। ਇਹ ਧਿਆਨ 'ਚ ਰੱਖਣਾ ਹੈ। ਸੋਨਾ, ਚਾਂਦੀ, ਹਾਰ ਸ਼ਿੰਗਾਰ ਦੀਆਂ ਵਸਤਾਂ ਤੇ ਕੀਮਤੀ ਪੱਥਰ, ਸੋਨਾ, ਚਾਂਦੀ, ਕੀਮਤੀ ਪੱਥਰ ਤੇ ਹਾਰ ਸ਼ਿੰਗਾਰ ਦੀਆਂ ਵਸਤੂਆਂ ਦਾ ਆਯਾਤ ਕੀਤਾ ਜਾਂਦਾ ਸੀ ਤੇ ਸੁੱਤੀ ਕੱਪੜੇ, ਗਹਿਣੇ, ਮੋਤੀ ਤੇ ਹਾਥੀ ਦੇ ਦੰਦ ਤੇ ਬਣੀਆਂ ਹੋਈਆਂ ਵਸਤੂਆਂ ਦਾ ਨਿਰਯਾਤ ਕੀਤਾ ਜਾਂਦਾ ਸੀ। ਵੀ ਸੋਨਾ ਮੰਗਾ ਲੈਂਦੇ ਸੀ, ਉਹਦਾ ਗਹਿਣਾ ਬਣਾ ਕੇ ਵੇਚ ਦਿੰਦੇ ਸੀ। ਠੀਕ ਹੈ, ਕੀਮਤੀ ਪੱਥਰ ਬਣਾ ਕੇ ਉਹਨੂੰ ਵੀ ਸਟੋਨ ਬਣਾ ਕੇ ਉਹਦੇ ਮੋਤੀਆਂ 'ਚ ਜੜ ਕੇ ਉਹ ਵੀ ਨਿਰਯਾਤ ਕਰ ਦਿੰਦੇ ਸੀ। ਸੁੱਤੀ ਕੱਪੜਾ ਹੋ ਗਿਆ ਕਿਉਂਕਿ ਕਪਾਹ ਦੀ ਇੱਥੇ ਬਹੁਤ ਜ਼ਿਆਦਾ ਹੁੰਦੀ ਸੀਗੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ। ਸਿੱਧੂ ਘਾਟੀ ਦੀ ਸੱਭਿਅਤਾ ਦੀ ਲਿਪੀ ਕੀ ਸੀ? ਹਾਂਜੀ, ਇਹ ਲਿਪੀ ਅਣਜਾਣ ਸੀ ਤੇ ਚਿੱਤਰ ਲਿਪੀ ਸੀ। ਇਹਨੂੰ ਕੋਈ ਵੀ ਜਾਣ ਨਹੀਂ ਸਕਿਆ, ਪੜ੍ਹ ਨਹੀਂ ਸਕਿਆ ਤੇ ਇਹ ਚਿੱਤਰ ਲਿਪੀ ਸੀ। ਹਾਂਜੀ, ਸਿੱਧੂ ਘਾਟੀ ਦੇ ਲੋਕ ਲਿਖਣ ਕਲਾ ਤੋਂ ਜਾਣੂ ਸੀ ਤੇ ਉਹਨਾਂ ਦੀ ਲਿਪੀ ਹੈ ਚਿੱਤਰਮਈ ਸੀ। ਇਹ ਲਿਪੀ ਮੋਹਰਾਂ, ਪੱਟੀਆਂ, ਭਾਂਡਿਆਂ ਦੀਆਂ ਦੀਵਾਰਾਂ ਤੇ ਉਕੇਰੀ ਮਿਲਦੀ ਹੈ ਤੇ ਹਾਲੇ ਤੱਕ ਵਿਗਿਆਨੀ ਨੂੰ ਪੜ੍ਹਨ ਦੇ ਵਿੱਚ ਸਫਲ ਰਹੇ ਹੈ। 1992 ਦੇ ਵਿੱਚ ਬਿਹਾਰ ਦੇ ਦੋ ਨੌਜਵਾਨ, ਇੱਕ NK ਵਰਮਾ ਤੇ ਘਰਨੂ ਪਾਠਕ, ਇਹਨਾਂ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਘਾਟੀ ਦੀ ਸੱਭਿਅਤਾ ਦੀ ਲਿਪੀ ਨੂੰ ਪੜ੍ਹਨ ਦੇ ਵਿੱਚ ਉਹ ਕਾਮਯਾਬ ਹੋ ਗਏ, ਪਰ ਹਾਲੇ ਤੱਕ ਵਿਦਵਾਨਾਂ ਦੁਆਰਾ ਇਸ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਫੈਕਟ ਸਾਰੇ। ਹਾਂਜੀ, ਕਿਲੇ ਤੋਂ ਬਿਨਾਂ ਇੱਕੋ ਇੱਕ ਸਿੰਧੂ ਸ਼ਹਿਰ ਕਿਹੜਾ ਸੀ ਦੱਸਣਾ ਹੈ। ਉਹ ਸੀਗਾ ਚੰਦਹੁਦੜੋ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਜਿਹੜਾ ਇਹ ਨਗਰ ਹੈ ਸਿੰਧ ਪ੍ਰਾਂਤ ਵਿੱਚ ਹੈਗਾ ਪਹਿਲੀ ਗੱਲ, ਤੇ ਮੋਹਨਜੋਦਾੜੋ ਤੋਂ 140 ਕਿਲੋਮੀਟਰ ਤੇ ਦੂਰ ਹੈ। 1931 ਦੇ ਵਿੱਚ ਇਹਦੀ ਖੋਜ ਕੀਤੀ ਸੀ ਮਜੂਮਦਾਰ ਨੇ। ਚੰਦਹੁਦੜੋ ਇਕੱਲਾ ਸਿੰਧੂ ਸ਼ਹਿਰ ਹੈ ਜਿਸ ਵਿੱਚ ਕੋਈ ਕਿਲਾ ਹੈ ਨਹੀਂਗਾ। ਠੀਕ ਹੈ, ਇਹ ਸਿੰਧ ਨਦੀ ਦੇ ਖੱਬੇ ਕੰਢੇ ਤੇ ਵਸਿਆ ਹੋਇਆ ਹੈ ਤੇ ਕੋਸਮੈਟਿਕ ਦਾ ਜਿਹੜਾ ਸਮਾਨ ਹੈ, ਹਾਰ ਸ਼ਿੰਗਾਰ ਦਾ ਸਮਾਨ ਇੱਥੋਂ ਮਿਲਿਆ। ਉਦਯੋਗਿਕ ਸ਼ਹਿਰ ਹੈ ਇਹ ਤੇ ਮਣਕੇ ਬਣਾਉਣ ਦਾ ਕਾਰਖਾਨਾ, ਵੈਰੀ ਇੰਪੋਰਟੈਂਟ। ਕੋਸਮੈਟਿਕ ਵੀ ਯਾਦ ਕਰ ਲਿਓ, ਪੁੱਛ ਲੈਂਦੇ ਕੋਸਮੈਟਿਕ ਕਿੱਥੋਂ ਬਰਾਮਦ ਹੋਇਆ ਸੀਗਾ। ਠੀਕ ਹੈ ਜੀ, ਚੰਦਹੁਦੜੋ ਤੋਂ ਬਰਾਮਦ ਹੋਇਆ ਸੀ। ਮਣਕਿਆਂ ਦਾ ਕਾਰਖਾਨਾ ਕਿੱਥੇ ਹੈ? ਜੇ ਕਾਰਖਾਨਾ ਲੱਗਿਆ ਤਾਂ ਮਤਲਬ ਉਦਯੋਗਿਕ ਸ਼ਹਿਰ ਹੈ।
ਠੀਕ ਹੈ ਜੀ। ਤੇ ਸਿੰਧ ਨਦੀ ਦੇ ਖੱਬੇ ਕੰਢੇ ਤੇ ਵਸਿਆ ਹੋਇਆ ਤੇ 1931 ਦੇ ਵਿੱਚ ਦੀ ਖੋਜ ਹੋਈ ਸੀ, ਮਜੂਮਦਾਰ ਨੇ ਕੀਤੀ ਸੀ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਫੈਕਟ ਤੁਸੀਂ ਧਿਆਨ 'ਚ ਰੱਖਣੇ। ਭਾਰਤ ਵਿੱਚ ਖੋਜਿਆ ਗਿਆ ਸਭ ਤੋਂ ਪੁਰਾਣਾ ਪ੍ਰਾਚੀਨ ਸ਼ਹਿਰ ਕਿਹੜਾ ਹੈ? ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਖੋਜਿਆ ਗਿਆ ਉਹ ਸਭ ਤੋਂ ਪੁਰਾਣਾ ਹੈ। ਸਭ ਤੋਂ ਪਹਿਲਾਂ ਖੋਜਿਆ ਗਿਆ ਸੀ ਹੜੱਪਾ। ਠੀਕ ਹੈ ਜੀ, 1921 ਦੇ ਵਿੱਚ ਦਯਾਰਾਮ ਸਾਹਨੀ ਨੇ ਤੇ 1922 ਦੇ ਵਿੱਚ ਮੋਹਨਜੋਦੜੋ ਰਾਖਲਦਾਸ ਬੈਨਰਜੀ ਨੇ। ਠੀਕ ਹੈ ਜੀ, ਧਿਆਨ ਰੱਖ ਲੈਣਾ। ਹੜੱਪਾ ਰਾਵੀ ਨਦੀ ਦੇ ਕੰਢੇ ਤੇ ਸਥਿਤ ਹੈ ਤੇ ਮੋਹਨਜੋਦੜੋ ਹੈ ਉਹ ਸਿੰਧ ਨਦੀ ਦੇ ਕੰਢੇ ਤੇ ਸਥਿਤ ਹੈ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ। ਹਾਂਜੀ, ਭਾਰਤ ਵਿੱਚ ਖੋਜਿਆ ਗਿਆ ਸਭ ਤੋਂ ਪਹਿਲਾ ਪ੍ਰਾਚੀਨ ਸ਼ਹਿਰ ਹੜੱਪਾ ਸੀ। ਹੜੱਪਾ ਪੱਛਮੀ ਪੰਜਾਬ ਪਾਕਿਸਤਾਨ ਦੇ ਮਿੱਟਗੁਮਰੀ, ਇਹ ਧਿਆਨ ਰੱਖਣਾ। ਇਹ ਕਈ ਪੁੱਛਿਆ ਗਿਆ ਵੀ ਹੜੱਪਾ ਕਿੱਥੇ ਸਥਿਤ ਹੈ। ਇਹ ਰਾਵੀ ਨਦੀ ਦੇ ਕੰਢੇ ਤੇ ਸਥਿਤ ਹੈ, ਪਾਕਿਸਤਾਨ ਦੇ ਵਿੱਚ ਮਿੱਟਗੁਮਰੀ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਠੀਕ ਹੈ ਜੀ, ਲਾਹੌਰ ਤੋਂ 160 ਕਿਲੋਮੀਟਰ ਦੂਰ ਹੈ। ਸਿੱਧੂ ਘਾਟੀ ਸੱਭਿਅਤਾ ਦਾ ਪਹਿਲਾ ਨਗਰ ਹੈ। 1921 ਦੇ ਵਿੱਚ ਦਯਾਰਾਮ ਸਾਹਨੀ ਨੇ ਇਹਦੀ ਖੋਜ ਕੀਤੀ ਸੀ। ਹਾਂਜੀ, ਜਦੋਂ 1921 ਵਿੱਚ ਇਹ ਖੋਜਿਆ ਗਿਆ ਸੀ ਉਦੋਂ ਅਖੰਡ ਭਾਰਤ ਦਾ ਹਿੱਸਾ ਸੀ, ਕਿਉਂਕਿ ਭਾਰਤ ਤੇ ਪਾਕਿਸਤਾਨ ਇੱਕੋ ਹੀ ਸੀ। ਮੌਜੂਦਾ ਸਮੇਂ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਹੈ, ਮਿੱਟਗੁਮਰੀ ਜ਼ਿਲ੍ਹੇ ਦੇ ਵਿੱਚ ਰਾਵੀ ਕੰਢੇ ਦੇ ਨਦੀ ਦੇ ਖੇਤਰ ਦੇ ਲਿਹਾਜ਼ ਦੇ ਨਾਲ ਹੜੱਪਾ ਸਿੰਧ ਸੱਭਿਅਤਾ ਤੋਂ ਦਾ ਦੂਜਾ ਵੱਡਾ ਸਥਾਨ ਹੈ। ਪਹਿਲਾ ਮੋਹਨਜੋਦੜੋ ਹੈ ਤੇ ਦੂਸਰਾ ਹੈ ਹੜੱਪਾ। ਠੀਕ ਹੈ, ਇਹ 5 ਕਿਲੋਮੀਟਰ ਦੇ ਦਾਇਰੇ 'ਚ ਫੈਲਿਆ ਹੋਇਆ ਹੈ। ਠੀਕ ਹੈ ਜੀ, ਮੋਹਨਜੋਦੜੋ ਖੇਤਰਫਲ ਦੇ ਹਿਸਾਬ ਦੇ ਨਾਲ ਸਭ ਤੋਂ ਪਹਿਲਾ ਵੱਡਾ ਸ਼ਹਿਰ ਹੈ। ਠੀਕ ਹੈ, ਖੇਤਰਫਲ ਦੇ ਪੱਖੋਂ ਮੋਹਨਜੋਦੜੋ ਤੇ ਨੰਬਰ 2 ਤੇ ਹੜੱਪਾ, ਇਹ ਧਿਆਨ 'ਚ ਰੱਖ ਲੈਣਾ। ਇਹ ਸਾਰੇ ਫੈਕਟ ਇੰਪੋਰਟੈਂਟ ਹੈ। ਮੋਹਨਜੋਦੜੋ ਦੀ ਸਭ ਤੋਂ ਵੱਡੀ ਇਮਾਰਤ ਕਿਹੜੀ ਸੀ? ਉਹ ਵਿਸ਼ਾਲ ਇਸ਼ਨਾਨ ਘਰ ਜਾਂ ਬਾਥਰੂਮ ਜਿਹਨੂੰ ਕਹਿੰਦੇ ਨੇ ਆਪਾਂ ਉਹ ਸੀ। ਹਾਂਜੀ, ਇੰਪੋਰਟੈਂਟ ਫੈਕਟ ਜਿਹੜੇ ਮੋਹਨਜੋਦੜੋ ਦਾ ਮਹਾਨ ਇਸ਼ਨਾਨ ਘਰ ਜਿਹੜਾ ਹੈ ਉਹ ਸਭ ਤੋਂ ਵੱਡਾ ਸਮਾਰਕ ਹੈ ਮੋਹਨਜੋਦੜੋ ਦਾ। ਇਹ ਇਸ਼ਨਾਨ ਘਰ 120 ਫੁੱਟ ਲੰਬਾ ਤੇ 108 ਫੁੱਟ ਚੌੜਾ ਹੈ। ਇਹਦੇ ਵਿਚਕਾਰ 39 ਫੁੱਟ ਲੰਬਾ, 23 ਫੁੱਟ ਚੌੜਾ ਤੇ 8 ਫੁੱਟ ਚੌੜਾ ਇੱਕ ਤਲਾਬ ਬਣਿਆ ਹੋਇਆ ਹੈ। ਠੀਕ ਹੈ, 39 ਬਾਏ 23 ਗੁਣਾ 8, 39 ਗੁਣਾ 23 ਗੁਣਾ 8 ਦਾ ਇੱਕ ਤਲਾਬ ਬਣਿਆ ਹੋਇਆ ਤੇ ਇਸ਼ਨਾਨ ਘਰ ਹੈ ਜਿਹੜਾ ਸੀ ਉਹ ਸੀ 180 ਗੁਣਾ 108 ਫੁੱਟ। ਹਾਂਜੀ, ਮੋਹਨਜੋਦੜੋ ਸਿੰਧ ਘਾਟੀ ਸੱਭਿਅਤਾ ਦਾ ਦੂਜਾ ਮਹੱਤਵਪੂਰਨ ਨਗਰ ਹੈ। ਜੇ ਮਹੱਤਵਪੂਰਨ ਦੇ ਹਿਸਾਬ ਨਾਲ ਚੱਲੀਏ ਤਾਂ ਪਹਿਲਾ ਹੜੱਪਾ, ਖੇਤਰਫਲ ਦੇ ਹਿਸਾਬ ਨਾਲ ਚੱਲੀਏ ਤਾਂ ਮੋਹਨਜੋਦੜੋ ਪਹਿਲਾ। ਇਹ ਪਾਕਿਸਤਾਨ ਦੇ ਲਲਕਾਰਾ ਉਹ ਮਿੱਟਗੁਮਰੀ ਜ਼ਿਲ੍ਹੇ 'ਚ ਸਥਿਤ ਹੈ। ਠੀਕ ਹੈ ਜੀ, ਮੋਹਨਜੋਦੜੋ ਪਾਕਿਸਤਾਨ ਦੇ ਲਲਕਾਰਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਇਹਦਾ ਅਰਥ ਹੁੰਦਾ ਮੁਰਦਿਆਂ ਦਾ ਟਿੱਲਾ। 1922 ਦੇ ਵਿੱਚ ਰਾਖਲਦਾਸ ਬੈਨਰਜੀ ਨੇ ਇਹਦੀ ਖੋਜ ਕੀਤੀ ਸੀ। ਸਿੰਧ ਕੰਢੇ ਤੇ ਵਸਿਆ ਹੋਇਆ ਹੈ। ਹੜੱਪਾ ਤੋਂ 483 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਨਗਰ ਇੱਥੋਂ ਮਿਲੇ ਹੋਏ ਕੀ ਮਿਲਿਆ? ਇੱਥੋਂ ਇਸ਼ਨਾਨ ਘਰ ਮਿਲਿਆ, ਇੱਕ ਵਿਸ਼ਾਲ ਗੋਦਾਮ ਘਰ ਮਿਲਿਆ ਹੈ, ਕਾਂਸੀ ਦੀ ਨ੍ਰਿਤਕੀ ਦੀ ਮੂਰਤੀ ਮਿਲੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਮੋਹਰਾਂ ਪ੍ਰਾਪਤ ਹੋਈਆਂ, ਉਹਦੇ ਲਈ ਇਹ ਪ੍ਰਸਿੱਧ ਹੈ। ਠੀਕ ਹੈ ਜੀ, ਇਹ ਧਿਆਨ ਰੱਖ ਲੈਣੇ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਐਪੀਗ੍ਰਾਫੀ ਦਾ ਕੀ ਅਰਥ ਹੈ? ਜਿਹੜੀ ਐਪੀਗ੍ਰਾਫੀ ਹੈ ਉਹ ਸ਼ਿਲਾ ਲੇਖਾਂ ਦੇ ਅਧਿਐਨ ਦੀ ਸਟੱਡੀ ਹੈ। ਇਹ ਲੇਖ ਲਿਖੇ ਹੋਣ, ਚਾਹੇ ਉਹ ਸ਼ਿਲਾ 'ਤੇ ਲਿਖੇ ਹੈ, ਪੱਥਰ 'ਤੇ ਲਿਖੇ ਹੈ, ਕਿਤੇ ਵੀ ਲਿਖੇ ਹੈ, ਉਹਨੂੰ ਐਪੀਗ੍ਰਾਫੀ ਕਹਿੰਦੇ। ਠੀਕ ਹੈ, ਸ਼ਿਲਾ ਲੇਖਾਂ ਦੇ ਅਧਿਐਨ ਦੀ ਸਟੱਡੀ ਹੈ। ਹੇਠ ਲਿਖਿਆਂ ਵਿੱਚੋਂ ਕਿਸ ਨੇ ਸਭ ਤੋਂ ਪਹਿਲਾਂ ਡਰੇਨੇਜ ਸਿਸਟਮ ਬਣਾਇਆ? ਤੇ ਸੱਭਿਅਤਾ ਦੇ ਲੋਕਾਂ ਨੇ ਦੱਸਣਾ ਉਹ ਸਿੱਧੂ ਘਾਟੀ ਦੇ ਸੱਭਿਅਤਾ ਦੇ ਲੋਕ ਸੀ ਜਿਨ੍ਹਾਂ ਨੇ ਡਰੇਨ ਸਿਸਟਮ ਬਣਾਇਆ ਸੀਗਾ। ਤਕੜੀ ਦੀ ਖੋਜ ਸਿੱਧ ਕਰਦੀ ਹੈ ਕਿ ਸਿੱਧੂ ਘਾਟੀ ਦੇ ਲੋਕ ਮਾਪ ਤੋਲ ਵਜਨ ਤੋਂ ਜਾਣੂ ਸਨ। ਇਹ ਖੋਜ ਕਿੱਥੇ ਹੋਈ? ਹਾਂਜੀ, ਇਹ ਜਿਹੜੀ ਲੋਥਲ ਦੇ ਵਿੱਚ ਹੋਈ। ਲੋਥਲ ਦੇ ਵਿੱਚ ਬੰਦਰਗਾਹ ਸੀ ਤੇ ਸਾਰੇ ਵਪਾਰੀ ਲੋਕ ਆਪਣਾ ਜਿਹੜਾ ਵਸਤੂਆਂ ਬਾਹਰਲੇ ਮੁਲਕਾਂ ਨੂੰ ਭੇਜਦੇ ਸੀਗੇ, ਤਿਆਰ ਮਾਲ, ਠੀਕ ਆ, ਜਿਵੇਂ ਗਹਿਣੇ ਹੋ ਗਏ, ਹਾਥੀ ਦੇ ਦੰਦ ਹੋ ਗਏ, ਉਹ ਸਾਰਾ ਜਿਹੜਾ ਸਮਾਨ ਹੈ ਜਿਹੜਾ ਉਹ ਲੋਥਲ ਬੰਦਰਗਾਹ ਤੋਂ ਹੀ ਭੇਜਿਆ ਜਾਂਦਾ ਸੀ ਤੇ ਕੰਡੇ ਵੱਟੇ ਸਾਰੇ ਉੱਥੇ ਮਿਲੇ ਮਾਪ ਤੋਲ ਦਾ ਸਮਾਨ। ਤੇ ਇਹਨਾਂ ਦੀ ਮਾਪ ਤੋਲ ਦੀ ਜਿਹੜੀ ਪੱਧਤੀ ਹੈ ਉਹ 16 ਦੇ ਹਿਸਾਬ ਨਾਲ ਚੱਲਦੀ ਸੀ, 16, 32, 48। ਠੀਕ ਹੈ ਜੀ, ਧਿਆਨ ਰੱਖ ਲੈਣੀ ਹੈ। ਹਾਂਜੀ, ਮੋਹਨਜੋਦੜੋ ਤੇ ਲੋਥਲ ਮਾਪ ਤੇ ਵਜਨ ਦੇ ਲਈ ਇਹਦੇ ਵਿੱਚ ਸਬੂਤ ਮਿਲੇ ਮਾਪ ਤੇ ਵਜਨ ਦੇ ਨਾਲ। ਮੋਹਨਜੋਦੜੋ ਵੀ ਯਾਦ ਕਰ ਲਿਓ। ਲੋਥਲ ਇਹ ਨਗਰ ਗੁਜਰਾਤ ਪ੍ਰਾਂਤ ਦੇ ਜ਼ਿਲ੍ਹਾ ਅਹਿਮਦਾਬਾਦ ਦੇ ਵਿੱਚ ਸਥਿਤ ਹੈ, ਗੁਜਰਾਤ ਦੇ ਵਿੱਚ ਲੋਥਲ ਧਿਆਨ ਰੱਖ ਲੈਣਾ। 1957 ਦੇ ਵਿੱਚ ਇਹਦੀ ਖੋਜ ਕੀਤੀ ਸੀ SR ਰਾਓ ਨੇ ਕੀਤੀ ਸੀ। ਬੰਦਰਗਾਹ ਦੇ ਲਈ ਮਸ਼ਹੂਰ ਹੈ ਇਹ। ਠੀਕ ਹੈ ਜੀ, ਤੇ ਹਾਥੀ ਦਾ ਦੰਦ ਦਾ ਬਣਿਆ ਹੋਇਆ ਜਿਹੜਾ ਮਾਪ ਆ ਉਹ ਵੀ ਇੱਥੋਂ ਮਿਲਿਆ। ਠੀਕ ਹੈ, ਕਲੀਅਰ ਹੋ ਗਿਆ। ਹਾਂਜੀ, ਹੜੱਪਾ ਦੇ ਸਿੱਕਿਆਂ ਮੂਰਤੀਆਂ ਦੇ ਨਿਰਮਾਣ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਸੀ? ਉਹ ਸੀ ਟੈਰਾਕੋਟਾ। ਠੀਕ ਹੈ ਜੀ, ਟੈਰਾਕੋਟਾ ਦੀ ਵਰਤੋਂ ਕੀਤੀ ਜਾਂਦੀ ਸੀ। ਸਿੱਧੂ ਘਾਟੀ ਸੱਭਿਅਤਾ ਦੇ ਜਿਹੜੇ ਸ਼ਿਲਪਕਾਰ ਹੈ ਮੂਰਤੀਆਂ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਨਿਪੁੰਨ ਸੀ ਤੇ ਮੂਰਤੀਆਂ ਦੇ ਵਿੱਚ ਉਹ ਟੈਰਾਕੋਟਾ ਦੀਆਂ ਬਣੀਆਂ ਹੋਈਆਂ ਸੀ, ਜ਼ਿਆਦਾਤਰ ਉਹਦੀ ਵਰਤੋਂ ਕਰਦੇ ਸੀ। ਪੱਕੀ ਮਿੱਟੀ ਦੇ ਬਣੇ ਹੋਏ ਚਿੱਤਰਾਂ ਨੂੰ ਟੈਰਾਕੋਟਾ ਕਿਹਾ ਜਾਂਦਾ ਹੈ, ਇਹ ਧਿਆਨ ਰੱਖ ਲੈਣਾ। ਇਹਨਾਂ ਵਿੱਚ ਜ਼ਿਆਦਾ ਗਿਣਤੀ ਵਿੱਚ ਦੇਵੀ ਮਾਂ ਦੀਆਂ ਮੂਰਤੀਆਂ ਸੀ, ਮੂਰਤੀਆਂ ਜਿਹੜੀਆਂ ਨੰਗੀਆਂ ਸੀ ਤੇ ਇਹ ਮੂਰਤੀਆਂ ਬਹੁਤ ਸੁੰਦਰ ਸੀ। ਇਸ ਤੋਂ ਇਲਾਵਾ ਬੱਚਿਆਂ ਦੇ ਖਿਡੌਣੇ ਵੀ ਮਿਲੇ। ਇਹਨਾਂ ਵਿੱਚ ਸਾਣ, ਕੁੱਤਾ, ਬਾਂਦਰ, ਹਾਥੀ, ਭੇਡ, ਸੂਰ, ਗੈਂਡੇ, ਕਈ ਤਰ੍ਹਾਂ ਦੇ ਪੰਛੀ, ਜਾਨਵਰ ਤੇ ਪੰਛੀ ਸ਼ਾਮਲ ਸੀਗੇ। ਠੀਕ ਹੈ ਜੀ, ਧਿਆਨ ਰੱਖ ਲੈਣਾ। ਸੈਲਖੜੀ ਮੁੱਖ ਤੌਰ ਤੇ ਹੜੱਪਾ ਦੇ ਸਿੱਕਿਆਂ ਦੇ ਨਿਰਮਾਣ ਵਿੱਚ ਵਰਤੀ ਜਾਂਦੀ ਸੀ। ਸੈਲਖੜੀ ਇੱਕ ਤਰ੍ਹਾਂ ਦਾ ਕੈਲਸ਼ੀਅਮ ਕਹਿ ਲਓ ਇਹ। ਠੀਕ ਹੈ ਜੀ, ਇਸ ਤੋਂ ਇਲਾਵਾ ਮਿੱਟੀ, ਚੈਰਟ ਤੇ ਸੁਲੇਮੀ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਠੀਕ ਹੈ, ਮਿੱਟੀ, ਚੈਰਟ ਤੇ ਸੁਲੇਮੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਦੋ ਚੀਜ਼ਾਂ ਯਾਦ ਕਰਨੀਆਂ, ਸੈਲਖੜੀ ਤੇ ਟੈਰਾਕੋਟਾ। ਠੀਕ ਹੈ ਜੀ, ਮੂਰਤੀਆਂ ਜ਼ਿਆਦਾ ਟੈਰਾਕੋਟਾ ਦੀਆਂ ਬਣਦੀਆਂ ਸੀ ਤੇ ਸਿੱਕਿਆਂ ਦੇ ਨਿਰਮਾਣ ਦੇ ਵਿੱਚ ਸੈਲਖੜੀ ਦੀ ਵਰਤੋਂ ਹੁੰਦੀ ਸੀ। ਸਿੱਧੂ ਘਾਟੀ ਦੇ ਲੋਕਾਂ ਦੀ ਇੱਕ ਮਹੱਤਵਪੂਰਨ ਰਚਨਾ ਹੇਠ ਲਿਖਿਆਂ ਵਿੱਚੋਂ ਕਿਸ ਦੀ ਮੂਰਤੀ ਹੈ? ਇਹ ਇੱਕ ਬਹੁਤ ਮਹੱਤਵਪੂਰਨ ਇੱਕ ਉਹਨਾਂ ਦੀ ਕ੍ਰੀਏਟੀਵਿਟੀ ਆ, ਉਹ ਹੈ ਜੀ ਕਾਂਸੇ ਦੀ ਬਣੀ ਹੋਈ ਨੱਚਣ ਵਾਲੀ ਕੁੜੀ ਜਿਹੜੀ ਮੋਹਨਜੋਦੜੋ ਤੋਂ ਮਿਲੀ ਸੀ। ਹਾਂਜੀ, ਸਿੱਧੂ ਘਾਟੀ ਦੇ ਲੋਕਾਂ ਦੀ ਸਭ ਤੋਂ ਮਹੱਤਵਪੂਰਨ ਕੰਮਾਂ ਦੇ ਵਿੱਚ ਕਾਂਸੇ ਦੀ ਬਣੀ ਹੋਈ ਨੱਚਦੀ ਹੋਈ ਕੁੜੀ ਦੀ ਮੂਰਤੀ ਹੈ। ਇਹ ਮੂਰਤੀ ਮੋਹਨਜੋਦੜੋ ਤੋਂ ਮਿਲੀ ਸੀ। ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਦੇ ਵਿੱਚੋਂ ਮੋਹਨਜੋਦੜੋ ਵਿਖੇ ਮਿਲੀ ਇੱਕ ਦਾੜੀ ਵਾਲੇ ਵਿਅਕਤੀ ਦੀ, ਬਜ਼ੁਰਗ ਆਦਮੀ ਦੀ, ਠੀਕ ਹੈ ਜੀ, ਮੂਰਤੀ ਮਿਲੀ ਹੈ, ਉਹ ਵੀ ਪ੍ਰਭਾਵਸ਼ਾਲੀ ਹੈ, ਪੱਥਰ ਦੀ ਬਣੀ ਹੈ, ਧਿਆਨ ਰੱਖ ਲੈਣਾ। ਤੇ ਜਿਹੜੀ ਨ੍ਰਿਤਕੀ ਦੀ ਮੂਰਤੀ ਹੈ ਨੱਚਣ ਵਾਲੀ ਦੀ, ਉਹ ਕਾਂਸੇ ਦੀ ਬਣੀ ਹੋਈ ਹੈ। ਠੀਕ ਹੈ ਜੀ, ਧਿਆਨ ਰੱਖ ਲੈਣਾ। ਤੇ ਜਿਹੜੀ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਹੈ ਉਹ 17.5 ਸੈਂਟੀਮੀਟਰ ਉੱਚੀ ਹੈ। ਉਸ ਮੂਰਤੀ ਨੂੰ ਇੱਕ ਸ਼ਾਲ ਦੇ ਨਾਲ ਲਪੇਟਿਆ ਗਿਆ। ਠੀਕ ਹੈ ਜੀ, ਇਹ ਅਜਿਹਾ ਦੱਸਿਆ ਜਾਂਦਾ ਕਿ ਕਿਸੇ ਸ਼ਾਹੀ ਵਿਅਕਤੀ ਜਾਂ ਪੁਜਾਰੀ ਦੀ ਇਹ ਮੂਰਤੀ ਹੋ ਸਕਦੀ ਹੈ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ ਰੱਖਣੇ ਆ। ਮਾਤਾ ਦੇਵੀ ਦੀ ਪੂਜਾ ਇਹ ਸਿੱਧੂ ਘਾਟੀ ਦੇ ਲੋਕ ਕਰਦੇ ਸੀ। ਠੀਕ ਹੈ ਜੀ। ਕਾਲੀਬੰਗਾ ਕਿਸ ਰਾਜ ਦੇ ਵਿੱਚ ਹੈਗਾ ਜੀ? ਇਹ ਰਾਜਸਥਾਨ ਦੇ ਵਿੱਚ ਕਾਲੀਬੰਗਾ। ਹਾਂਜੀ, ਇਹਦੇ ਨਾਲ ਸੰਬੰਧਿਤ ਇੰਪੋਰਟੈਂਟ ਫੈਕਟ, ਜਿਹੜਾ ਕਾਲੀਬੰਗਾ ਹੈ ਇਹ ਰਾਜਸਥਾਨ ਪ੍ਰਾਂਤ ਦੇ ਜ਼ਿਲ੍ਹੇ ਗੰਗਾਨਗਰ ਦੇ ਵਿੱਚ ਸਥਿਤ ਹੈ ਤੇ ਇਸ ਨਗਰ ਦਾ ਨਾਂ ਇੱਥੇ ਬਣਨ ਵਾਲੀਆਂ ਕਾਲੀਆਂ ਵੰਗਾਂ ਦੇ ਕਾਰਨ ਪਿਆ। ਤੇ 1853 ਦੇ ਵਿੱਚ ਇਹਦੀ ਖੋਜ ਨੇ ਇਹਦੀ ਜਿਹੜੀ ਹੈਗੀ ਖੋਜ ਕੀਤੀ ਸੀ। 1953 ਦੇ ਵਿੱਚ ਇਹਦੀ ਖੋਜ ਹੋਈ ਹੈ ਕਾਲੀਬੰਗਾ ਦੀ, ਧਿਆਨ ਰੱਖਣਾ।
ਕਾਲੀਬੰਗਾ ਇੱਕ ਅਜਿਹਾ ਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਭੂਚਾਲ ਦੇ ਜਿਹੜੇ ਸਬੂਤ ਹੈ ਜਿਹੜੇ ਉਹ ਮਿਲਦੇ ਆ ਵੀ ਇੱਥੇ ਭੂਚਾਲ ਰਿਕਾਰਡ ਕੀਤੇ ਗਏ ਵੀ ਭੂਚਾਲ ਆਉਂਦੇ ਰਹੇ ਆ। ਇਹ ਕਾਰਨ ਹੈ ਵੀ ਭੂਚਾਲ ਆਉਂਦੇ ਰਹੇ ਆ ਵੀ ਇੱਥੇ ਕੱਚੀਆਂ ਇੱਟਾਂ ਦੇ ਜਿਹੜੇ ਘਰ ਆ ਜਿਹੜੇ ਉਹ ਬਣੇ ਹੁੰਦੇ ਸੀ ਤੇ ਇਹ ਜਿਹੜੀ ਯੋਜਨਾਬੰਦ ਵੀ ਸ਼ਹਿਰ ਨਹੀਂ ਸੀਗਾ ਕਿਉਂਕਿ ਭੂਚਾਲ ਆਉਂਦੇ ਸੀ ਤਬਾਹ ਹੋ ਜਾਂਦੀ ਸੀ ਸਾਰੀ ਚੀਜ਼ਾਂ। ਠੀਕ ਹੈ ਜੀ, ਧਿਆਨ ਰੱਖਣਾ। ਤੇ ਇਸ ਸ਼ਹਿਰ ਦੇ ਵਿੱਚ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਨਹੀਂ ਤਾਂ ਨਿਕਾਸੀ ਦੇ ਲਈ ਡਰੇਨ ਸਿਸਟਮ ਦੇ ਲਈ ਸਿੱਧੂ ਘਾਟੀ ਸਭਿਅਤਾ ਮੰਨੀ ਜਾਂਦੀ ਹੈ। ਹਾਂਜੀ, ਕਾਲੀਬੰਗਾ ਵਿਖੇ ਇੱਕ ਲੱਕੜ ਦਾ ਹੱਲ ਮਿਲਿਆ ਤੇ ਊਠ ਦੀਆਂ ਹੱਡੀਆਂ ਮਿਲੀਆਂ। ਧਿਆਨ ਰੱਖਣਾ, ਊਠ ਦੀਆਂ ਹੱਡੀਆਂ ਤੇ ਲੱਕੜ ਦਾ ਹੱਲ ਕਿੱਥੇ ਮਿਲਿਆ। ਜੇ ਹੱਲ ਮਿਲਿਆ ਤਾਂ ਇੱਥੇ ਫਿਰ ਜਿਹੜੇ ਖੇਤ ਜਿਹੜੇ ਹੈਗੇ ਆ ਖੇਤਾਂ ਦਾ ਵੀ ਵਾਹੀ ਦੇ ਵੀ ਨਿਸ਼ਾਨ ਮਿਲੇ ਆ। ਠੀਕ ਹੈ ਜੀ, ਦਫਨਾਉਣ ਵਾਲੀਆਂ ਕਬਰਾਂ ਦੋ ਕਿਸਮ ਦੇ ਟੋਇਆਂ ਵਿੱਚ ਲੱਭੀਆਂ, ਇੱਕ ਗੋਲ ਤੇ ਇੱਕ ਆਇਤਾਕਾਰ। ਜਦੋਂ ਦਫਨਾਉਂਦੇ ਸੀ ਮੁਰਦੇ ਨੂੰ ਇੱਕ ਤਾਂ ਗੋਲ ਕਬਰ 'ਚ ਦਫਨਾਉਂਦੇ ਸੀ, ਇੱਕ ਆਇਤਾਕਾਰ 'ਚ। ਹਾਂਜੀ, ਇਸ ਨਗਰ ਦੀ ਜਿਹੜੀ ਯੋਜਨਾ ਹੜੱਪਾ ਨਗਰ ਦੀ ਯੋਜਨਾ ਦੇ ਨਾਲ ਮਿਲਦੀ ਜੁਲਦੀ ਹੈ ਤੇ ਇਸ ਹੜੱਪਾ ਸੰਸਕ੍ਰਿਤੀ ਦੇ ਵਿੱਚ ਬਹੁਤ ਸਾਰੇ ਭਾਂਡੇ ਖਿਡੌਣੇ ਤੇ ਗਹਿਣੇ ਸਾਨੂੰ ਇੱਥੋਂ ਮਿਲੇ ਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਹੋਈ ਸੀ? ਇਹ 1921 ਦੇ ਵਿੱਚ ਹੋਈ ਸੀ, ਦਿਆਰਾਮ ਸਾਹਨੀ ਨੇ ਕੀਤੀ ਸੀ। ਲੋਥਲ ਨਾਮਕ ਸਥਾਨ ਤੇ ਹੇਠ ਵਿੱਚੋਂ ਕਿਸ ਸਭਿਅਤਾ ਦਾ ਜਹਾਜ਼ ਡੁੱਬਿਆ ਸੀ? ਲੋਥਲ ਬੰਦਰਗਾਹ ਸੀ ਤੇ ਡੁੱਬਣਾ ਕਿਹਦਾ ਸੀ? ਇੱਥੇ ਸਿੱਧ ਘਾਟੀ ਦੇ ਲੋਕਾਂ ਦੀ ਹੀ ਜਹਾਜ਼ ਡੁੱਬਿਆ ਸੀ। ਸਿੰਧੂ ਸਭਿਅਤਾ ਦੇ ਟੈਰਾਕੋਟਾ ਦੇ ਵਿੱਚ ਹੇਠ ਵਿੱਚੋਂ ਕਿਹੜਾ ਘਰੇਲੂ ਜਾਨਵਰ ਮੌਜੂਦ ਨਹੀਂ ਸੀ? ਹਾਂਜੀ, ਕੁੱਤਾ ਵੀ ਮੌਜੂਦ ਸੀ, ਭੇਡ ਵੀ, ਸੂਰ ਵੀ, ਗਾਂ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਸਿੱਧੂ ਘਾਟੀ ਦੀ ਸਭਿਅਤਾ ਦੇ ਵਿੱਚ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਪੱਕੀ ਮਿੱਟੀ ਦੇ ਬਣੇ ਚਿੱਤਰਾਂ ਨੂੰ ਟੈਰਾਕੋਟਾ ਕਿਹਾ ਜਾਂਦਾ ਹੈ। ਠੀਕ ਹੈ, ਇਹਨਾਂ ਵਿੱਚ ਜ਼ਿਆਦਾ ਜਿਹੜੀਆਂ ਟੈਰਾਕੋਟਾ ਦੀਆਂ ਮੂਰਤੀਆਂ ਦੇਵੀ ਮਾਂ ਦੀਆਂ ਬਣੀਆਂ ਸੀ। ਮੂਰਤੀਆਂ ਨੰਗੀ ਅਵਸਥਾ ਦੇ ਵਿੱਚ ਸੁੰਦਰ ਸੀ। ਇਸ ਤੋਂ ਇਲਾਵਾ ਬੱਚਿਆਂ ਦੇ ਖਿਡੌਣੇ ਵੀ ਮਿਲੇ। ਇਹਨਾਂ ਵਿੱਚ ਸਾਣ, ਕੁੱਤਾ, ਬਾਂਦਰ, ਹਾਥੀ, ਭੇਡ, ਸੂਰ, ਗੈਂਡਾ ਤੇ ਕਈ ਤਰ੍ਹਾਂ ਦੇ ਪੰਛੀ ਸ਼ਾਮਲ ਸੀ। ਠੀਕ ਹੈ, ਤੇ ਇਹਨਾਂ ਟੈਰਾਕੋਟਾ ਦੇ ਮਿੱਟੀ ਦੇ ਚਿੱਤਰਾਂ ਵਿੱਚ ਗਊ ਦੀ ਮੂਰਤੀ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਠੀਕ ਹੈ ਜੀ, ਇੱਕ ਧਿਆਨ ਰੱਖਣਾ, ਇਹ ਗਊ ਹੈ ਨਹੀਂ ਸੀਗੀ, ਨਾ ਹੀ ਸ਼ੇਰ ਸੀਗਾ। ਗਊ ਵੀ ਨਹੀਂ ਸੀ ਤੇ ਸ਼ੇਰ ਵੀ ਨਹੀਂ ਸੀ। ਹਾਂਜੀ, ਇਹ ਲਿਖਿਆਂ ਵਿੱਚੋਂ ਕਿਸ ਹੜੱਪਨ ਸਾਈਡ ਦੇ ਵਿੱਚ ਚੌਲਾਂ ਦੀ ਖੇਤੀ ਦੇ ਸਬੂਤ ਮਿਲੇ ਆ? ਹਾਂਜੀ, ਇੱਕ ਤਾਂ ਹੱਲ ਮਿਲੇ ਲੱਕੜ ਦਾ ਕਾਲੀਬੰਗਾ ਤੋਂ ਇੱਥੇ ਮਿਲੇ, ਇੱਕ ਲੋਥਲ। ਠੀਕ ਹੈ, ਤੇ ਜੌਂ ਦੀ ਚਾਵਲ ਦੀ ਖੇਤੀ ਦੇ ਸਬੂਤ ਮਿਲੇ। ਫਿਰ ਇਹਦਾ ਰਾਈਟ ਆਨਸਰ ਹੋਊਗਾ 1 ਐਂਡ 2। ਹਾਂਜੀ, ਕਾਲੀਬੰਗਾ ਰਾਜਸਥਾਨ, ਲੋਥਲ ਗੁਜਰਾਤ ਵਿਖੇ ਹੜੱਪਾ ਸਭਿਅਤਾ ਦੇ ਚੌਲਾਂ ਦੀ ਖੇਤੀ ਦੇ ਸਬੂਤ ਮਿਲੇ ਆ। ਜਦੋਂ ਕਿ ਮੋਹਨਜੋਦਾੜੋ ਜਿਹੜਾ ਕਿ ਪਾਕਿਸਤਾਨ ਦੇ ਜ਼ਿਲ੍ਹਾ ਲਰਕਾਨਾ ਦੇ ਵਿੱਚ ਸਥਿਤ ਹੈ, ਇੱਥੋਂ ਆਪਾਂ ਨੂੰ ਵਿਸ਼ਾਲ ਇਸ਼ਨਾਨ ਘਰ ਮਿਲਿਆ, ਅਨਾਜ ਘਰ ਮਿਲਿਆ, ਪੁਜਾਰੀ ਦੀ ਰਿਹਾਇਸ਼, ਸੂਤੀ ਕੱਪੜਿਆਂ ਦੇ ਸਬੂਤ ਮਿਲੇ ਆ। ਠੀਕ ਹੈ ਜੀ, ਧਿਆਨ ਰੱਖ ਲੈਣਾ। ਸੁਰਕੋਟਦਾ ਜਿਹੜਾ ਕਿ ਗੁਜਰਾਤ ਦੇ ਵਿੱਚ ਰਨ ਆਫ ਕੱਛ ਦੇ ਵਿੱਚ ਸਥਿਤ ਹੈ, ਇੱਥੋਂ ਆਪਾਂ ਨੂੰ ਘੋੜਿਆਂ ਦੀਆਂ ਹੱਡੀਆਂ, ਠੀਕ ਹੈ ਜੀ, ਉਹਦੇ ਸਬੂਤ ਮਿਲੇ ਆ। ਇਹ ਧਿਆਨ 'ਚ ਰੱਖ ਲੈਣਾ, ਸਾਰੇ ਫੈਕਟ ਇੰਪੋਰਟੈਂਟ ਹੈ। ਘੋੜਿਆਂ ਦੀਆਂ ਹੱਡੀਆਂ ਦੇ ਕਿੱਥੇ ਮਿਲੇ ਆਪਾਂ ਨੂੰ? ਸੁਰਕੋਟਦਾ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਹੈ, ਇਹ ਧਿਆਨ 'ਚ ਰੱਖ ਲੈਣਾ, ਘੋੜਿਆਂ ਦੀਆਂ ਹੱਡੀਆਂ ਕਿੱਥੋਂ ਮਿਲੇ ਆ? ਸੁਰਕੋਟਦਾ 'ਚ। ਹਾਂਜੀ, ਹੋਰ ਜਾਣਕਾਰੀ ਦੀ ਗੱਲ ਕਰਦੇ ਹਾਂ। ਕੋਟਲਾ ਨਿੰਗ ਖਾਂ, ਇਹ ਕਹਿੰਦੇ ਕੇਂਦਰ ਪੂਰਬੀ ਪੰਜਾਬ ਭਾਰਤ ਦੇ ਵਿੱਚ ਰੋਪੜ ਜ਼ਿਲ੍ਹੇ 'ਚ ਸਥਿਤ ਹੈ। 1953 ਦੇ ਵਿੱਚ YD ਸ਼ਰਮਾ ਨੇ ਇਹਦੀ ਜਿਹੜੀ ਹੈਗੀ ਖੋਜ ਕੀਤੀ ਸੀ। ਸਤਲੁਜ ਨਦੀ ਦੇ ਕੰਢੇ ਤੇ ਵਸਿਆ ਹੋਇਆ ਇਸ ਨਗਰ ਦੇ ਵਿੱਚੋਂ ਭਾਂਡੇ, ਗਹਿਣੇ, ਔਜ਼ਾਰ ਹੜੱਪਾ ਸਭਿਅਤਾ ਦੇ ਲਈ ਮਿਲੇ। ਠੀਕ ਹੈ, ਇਹਦੇ ਵਿੱਚ ਧਿਆਨ ਰੱਖਣਾ, ਰੋਪੜ ਜ਼ਿਲ੍ਹੇ ਦੇ ਵਿੱਚ ਕੋਟਲਾ ਨਿੰਗ ਸਿੰਘ ਖਾਂ ਹੈਗਾ ਤੇ 1953 ਦੇ ਵਿੱਚ YD ਸ਼ਰਮਾ ਨੇ ਇਹਦੀ ਖੋਜ ਕੀਤੀ ਸੀ, 1953 ਦੇ ਵਿੱਚ। ਹਾਂਜੀ, ਹੜੱਪਾ ਦੇ ਕਿਸ ਸਥਾਨ ਤੇ ਮਨੁੱਖੀ ਹੱਡੀਆਂ ਦੇ ਪਿੰਜਰ ਤੇ ਇੱਕ ਬੱਕਰੀ ਦੀ ਹੱਡੀ ਮਿਲੀ ਹੈ? ਇਹ ਮੋਹਨਜੋਦਾੜੋ ਤੋਂ ਮਿਲੀ ਹੈ ਜੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਤੇ ਸੁਰਕੋਟਦਾ ਤੋਂ ਮਿਲਿਆ ਆਪਾਂ ਨੂੰ, ਆਪਾਂ ਪੜ੍ਹ ਕੇ ਗਏ ਹਾਂ, ਘੋੜਿਆਂ ਦੀਆਂ ਹੱਡੀਆਂ। ਠੀਕ ਹੈ ਜੀ। ਹਾਂਜੀ, ਮੋਹਨਜੋਦਾੜੋ ਹੜੱਪਨ ਸਾਈਟ ਤੇ ਮਨੁੱਖੀ ਹੱਡੀਆਂ ਦੇ ਪਿੰਜਰ ਕੋਲ ਇੱਕ ਬੱਕਰੀ ਦਾ ਪਿੰਜਰ ਵੀ ਮਿਲਿਆ ਹੈ। ਠੀਕ ਹੈ, ਮੋਹਨਜੋਦਾੜੋ ਤੋਂ। ਇਹ ਹੜੱਪਨ ਸਾਈਟ ਹੈ ਇਹ। ਮੋਹਨਜੋਦੜੋ ਤੋਂ ਕਾਂਸੀ ਦੀਆਂ ਜੀਵਤ ਜਾਨਵਰਾਂ ਦੀਆਂ ਮੂਰਤੀਆਂ ਦੇ ਵਿੱਚ ਭੇਡ, ਮੱਝ ਦੀਆਂ ਮੂਰਤੀਆਂ ਮਿਲੀਆਂ। ਠੀਕ ਹੈ, ਮੋਹਨਜੋਦੜੋ ਤੋਂ ਕਲਸ਼ ਕਿਹੜੇ ਆ ਜਿਹਦੇ ਵਿੱਚ ਆਪਾਂ ਬੰਦਾ ਮੱਝਾਂ ਦੀਆਂ ਅਸਥੀਆਂ ਰੱਖਦੇ ਹਾਂ? ਕਲਸ਼ ਮਿਲਿਆ ਜਿਹਦੇ ਵਿੱਚ ਜਾਨਵਰਾਂ, ਮੱਛੀਆਂ, ਪੰਛੀਆਂ ਦੀਆਂ ਕੁਝ ਹੱਡੀਆਂ, ਗਹਿਣੇ, ਸੁਆਹ, ਕੋਲਾ, ਮਿੱਟੀ ਆਦਿ ਸਭ ਕੁਝ ਮਿਲਿਆ। ਤੇ ਮੋਹਨਜੋਦੜੋ ਤੋਂ 42 ਮਨੁੱਖੀ ਪਿੰਜਰ ਮਿਲੇ ਆ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਠੀਕ ਹੈ ਜੀ। ਕਿਸ ਪ੍ਰਾਚੀਨ ਸਥਾਨ ਤੇ ਕਿਲੇ ਦੇ ਵਿੱਚ 7 ਅੱਗ ਦੇ ਟੋਏ ਮਿਲੇ ਆ, ਜਿਹਨੂੰ ਆਪਾਂ ਹਵਨ ਕਹਿ ਦਿੰਦੇ ਆ? ਠੀਕ ਹੈ ਜੀ, ਹਵਨ ਮਿਲੇ ਆ, ਉਹ ਮਿਲੇ ਆ ਜੀ ਕਾਲੀਬੰਗਾ ਤੋਂ। ਠੀਕ ਹੈ ਜੀ। ਹਾਂਜੀ, ਕਾਲੀਬੰਗਾ ਰਾਜਸਥਾਨ ਗੰਗਾਨਗਰ ਹਨੂੰਮਾਨਗੜ੍ਹ ਜ਼ਿਲ੍ਹੇ 'ਚ ਸਥਿਤ ਹੈ। ਮਹੱਤਵਪੂਰਨ ਇੱਕ ਹੜੱਪਾ ਸਾਈਟ ਹੈ। ਇਹਦੀ ਖੋਜ ਘੋਸ਼ ਜਾਂ ਅਮਲਾਨੰਦ ਘੋਸ਼ ਨੇ 1951 'ਚ ਕੀਤੀ ਸੀ। ਤੇ ਕਾਲੀਬੰਗਾ ਦੇ ਵਿੱਚ ਖੂਹ ਦੇ ਨੇੜੇ ਇੱਕ ਕਤਾਰ ਦੇ ਵਿੱਚ ਆਇਤਾਕਾਰ ਵੇਦੀਆਂ ਹੋਈ ਹੁੰਦੀਆਂ, ਅੱਗ ਹਵਨ ਜਿਹਨੂੰ ਕਹਿ ਦਿੰਦੇ ਆਪਾਂ। ਠੀਕ ਹੈ ਜੀ, ਮਿਲੀਆਂ। ਤੇ ਹੋਰ ਕੀ ਮਿਲਿਆ? ਇਹਦੇ ਵਿੱਚੋਂ ਕਾਲੀ ਚੂੜੀਆਂ ਪ੍ਰਾਪਤ ਹੋਈਆਂ, ਇਸ ਕਰਕੇ ਇਹਨੂੰ ਕਾਲੀਬੰਗਾ ਕਿਹਾ ਜਾਣ ਲੱਗ ਪਿਆ। ਸਜਾਵਟੀ ਇੱਟਾਂ ਦੇ ਸਬੂਤ ਮਿਲੇ ਹੈ। ਹੱਲ ਵਾਹੁਣ ਦੇ ਖੇਤ ਦੇ ਸਬੂਤ ਮਿਲੇ ਹੈ। ਹਵਨ ਕੁੰਡ ਮਿਲੇ 7। ਠੀਕ ਹੈ ਜੀ। ਤੇ ਭੁਚਾਲਾਂ ਦੇ ਵੀ ਪ੍ਰਮਾਪ ਇੱਥੇ ਮਿਲੇ ਆ। ਤੇ ਇੱਥੋਂ ਦੇ ਜਿਹੜੇ ਘਰਾਂ ਬਾਰੇ ਕਿਹਾ ਗਿਆ ਵੀ ਇਹ ਕੱਚੀ ਮਿੱਟੀ ਦੇ ਘਰ ਇੱਥੇ ਮਿਲੇ ਆ। ਠੀਕ ਹੈ। ਹਾਂਜੀ, ਕਿਸ ਸਥਾਨ ਤੋਂ ਅਗਨੀ ਪੂਜਾ ਦੇ ਸਬੂਤ ਮਿਲੇ? ਅਗਨੀ ਪੂਜਾ ਮੀਨਸ ਹਵਨ। ਠੀਕ ਹੈ ਜੀ, ਇਹ ਕਾਲੀਬੰਗਾ ਹੀ ਮਿਲੇ ਜੀ। ਬਾਘ ਨਾਲ ਲੜਦੇ ਹੋਏ ਵਿਅਕਤੀ ਨੂੰ ਦਰਸਾਉਂਦੇ, ਠੀਕ ਹੈ, ਮੁਦਰਾ ਇੱਕ ਹੈਗੀ ਹੈ, ਉਹ ਕਿਸ ਹੜੱਪਾ ਸਾਈਟ ਤੋਂ ਮਿਲੀ ਹੈ ਦੱਸਣਾ ਆਪਾਂ? ਹਾਂਜੀ, ਉਹ ਮੋਹਨਜੋਦੜੋ ਤੋਂ ਮਿਲੀ ਹੈ। ਠੀਕ ਹੈ, ਧਿਆਨ ਰੱਖ ਲੈਣਾ। ਬਾਘ ਨਾਲ ਲੜਦੇ ਵਿਅਕਤੀ ਨਾਲ ਇੱਕ ਮੁਦਰਾ ਮਿਲੀ ਹੈ, ਉਹ ਕਿੱਥੋਂ ਮਿਲੀ ਹੈ? ਮੋਹਨਜੋਦੜੋ ਤੋਂ। ਹਾਂਜੀ, ਸਿੰਧ ਦੇ ਵਿੱਚ ਮੋਹਨਜੋਦੜੋ ਦਾ ਜਿਹੜਾ ਅਰਥ ਹੈ ਉਹ ਹੈ ਮੁਰਦਿਆਂ ਦਾ ਟਿੱਲਾ। ਠੀਕ ਹੈ, ਧਿਆਨ ਰੱਖ ਲੈਣਾ। ਇਹ ਸਿੰਧੂ ਨਦੀ ਦੇ ਸੱਜੇ ਕੱਢੇ ਤੇ ਵਸਿਆ ਹੋਇਆ ਹੈ। 1922 ਦੇ ਵਿੱਚ ਰੱਖਦਾਸ ਬੈਨਰਜੀ ਨੇ ਖੋਜ ਕੀਤੀ ਸੀ। ਲਰਕਾਨਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਇੱਥੇ ਸ਼ੇਰ ਨਾਲ ਲੜਦੇ ਹੋਏ ਵਿਅਕਤੀ ਨੂੰ ਕਰੰਸੀ ਤੇ ਦਰਸਾਇਆ ਗਿਆ। ਸਿੱਧੂ ਘਾਟੀ ਦੇ ਰਿਹਾਇਸ਼ ਖੇਤਰਾਂ ਵਿੱਚੋਂ ਹੇਠਾਂ ਵਿੱਚੋਂ ਕਿਹੜਾ ਸਹੀ ਕ੍ਰਮ ਹੈ? ਸਹੀ ਕ੍ਰਮ ਦੱਸਣਾ ਆਪਾਂ। ਠੀਕ ਹੈ ਜੀ। ਸਭ ਤੋਂ ਪਹਿਲਾਂ ਹੜੱਪਾ ਦੀ ਖੋਜ ਹੋਈ ਸੀ, ਫਿਰ ਮੋਹਨਜੋਦੜੋ ਦੀ ਖੋਜ ਹੋਈ ਸੀ। ਇਹ ਆਨਸਰ ਬਣੂਗਾ ਜੀ। ਠੀਕ ਹੈ ਜੀ। ਹੜੱਪਾ ਦੀ ਖੋਜ 1921 ਦੇ ਵਿੱਚ ਹੋਈ ਸੀ, ਦਿਆਰਾਮ ਸਾਹਨੀ ਨੇ ਕੀਤੀ ਸੀ। ਮੋਹਨਜੋਦੜੋ ਦੀ ਖੋਜ 1922 ਦੇ ਵਿੱਚ ਰੱਖਦਾਸ ਬੈਨਰਜੀ ਨੇ ਕੀਤੀ ਸੀ। ਰੱਖਦਾਸ ਬੈਨਰਜੀ ਭਾਰਤ ਦੇ ਪੁਰਾਤਨ ਵਿਭਾਗ ਦੇ ਅਧਿਕਾਰੀ ਸੀ, ਧਿਆਨ ਰੱਖ ਲਿਓ। ਠੀਕ ਹੈ ਜੀ। ਤੇ ਧੋਲਾਵੀਰਾ, ਠੀਕ ਹੈ ਜੀ, 67 ਦੇ ਵਿੱਚ ਧੋਲਾਵੀਰਾ ਜਿਹੜਾ ਕਿ ਗੁਜਰਾਤ ਦੇ ਵਿੱਚ ਹੈ, ਇਹਦੀ ਖੋਜ ਜਗਤਪਤੀ ਜੋਸ਼ੀ ਨੇ ਕੀਤੀ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਹਾਲਾਂਕਿ ਖੇਤਰਫਲ ਦੇ ਖੇਤਰ ਤੋਂ ਉਤਰਦੇ ਕ੍ਰਮ ਦੇ ਵਿੱਚ
ठीक है जी। ਖੇਤਰਫਲ ਦੇ ਹਿਸਾਬ ਨਾਲ ਚੱਲੀਏ ਤਾਂ ਮੋਹਨਜੋਦੜੋ ਦਾ ਖੇਤਰ ਏਰੀਆ ਸਭ ਤੋਂ ਵੱਡਾ ਹੈ, ਫਿਰ ਹੜੱਪਾ ਦਾ ਤੇ ਫਿਰ ਧੋਲਾਵੀਰਾ ਦਾ। ਜੇ ਇਹਨਾਂ ਦੇ ਜਨਮ ਦੇ ਜਾਂ ਖੋਜ ਦੇ ਆਧਾਰ ਤੇ ਦੇਖੀਏ ਤਾਂ ਹੜੱਪਾ ਪਹਿਲੇ ਨੰਬਰ ਤੇ, ਮੋਹਨਜੋਦੜੋ ਦੂਜੇ ਨੰਬਰ ਤੇ, ਧੋਲਾਵੀਰਾ ਤੀਜੇ ਨੰਬਰ ਤੇ। ਧੋਲਾਵੀਰਾ ਦੀ ਖੋਜ 67 ਦੇ ਵਿੱਚ ਜਗਤਪਤੀ ਜੋਸ਼ੀ ਨੇ ਕੀਤੀ ਸੀ, ਇਹ ਧਿਆਨ 'ਚ ਰੱਖ ਲੈਣਾ। ਸਿੱਧੂ ਸੱਭਿਅਤਾ ਆਲਮਗੀਰਪੁਰ ਦੇ ਸਭ ਤੋਂ ਪੂਰਬੀ ਸਥਾਨ ਦੀ ਖੁਦਾਈ ਕਿਹਨੇ ਕੀਤੀ ਸੀ? ਇਹ ਉੱਤਰ ਪ੍ਰਦੇਸ਼ ਦੇ ਵਿੱਚ ਆ ਆਲਮਗੀਰ, ਠੀਕ ਹੈ ਜੀ। ਇਹਦੀ ਜਿਹੜੀ ਖੋਜ ਹੈ ਉਹ ਵਾਈ ਡੀ ਸ਼ਰਮਾ ਨੇ ਕੀਤੀ ਸੀ, ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਆਲਮਗੀਰਪੁਰ ਇਹ ਨਗਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਮੇਰਠ ਦੇ ਵਿੱਚ ਹਿਡਨ ਨਦੀ ਤੇ ਵਸਿਆ ਹੋਇਆ, ਧਿਆਨ ਰੱਖ ਲੈਣਾ। 1958 ਦੇ ਵਿੱਚ ਵਾਈ ਡੀ ਸ਼ਰਮਾ ਨੇ ਇਹਦੀ ਖੋਜ ਕੀਤੀ ਸੀ, ਠੀਕ ਹੈ ਜੀ। ਇੱਥੋਂ ਗਹਿਣੇ ਮੂਰਤੀਆਂ ਤੇ ਭਾਂਡੇ ਮਿਲੇ। ਸਿੱਧੂ ਸੱਭਿਅਤਾ ਦੀ ਵਜਨ ਸੰਖਿਆ ਕਿਸ ਗੁਣਾ ਦੇ ਵਿੱਚ ਸੀ? ਇਹ 16 ਦੇ ਵਿੱਚ ਸੀ, ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਪੱਕੀ ਮਿੱਟੀ ਦੇ ਬਣੇ ਹੱਲ ਦਾ ਮਾਡਲ ਕਿੱਥੋਂ ਮਿਲਿਆ? ਠੀਕ ਹੈ ਜੀ, ਇਹ ਜਿਹੜੀ ਪੱਕੀ ਮਿੱਟੀ ਦਾ ਜਿਹੜਾ ਬਣਿਆ ਹੱਲ ਦੀ ਗੱਲ ਕਰ ਰਹੇ ਹਾਂ, ਜਿਹੜਾ ਪੱਕੀ ਮਿੱਟੀ ਦਾ ਬਣਿਆ, ਠੀਕ ਹੈ। ਹੱਲ ਤਾਂ ਆਪਾਂ ਨੂੰ ਲੱਕੜ ਦਾ ਵੀ ਮਿਲਿਆ, ਠੀਕ ਹੈ, ਉਹ ਤਾਂ ਆਪਾਂ ਨੂੰ ਕਾਲੀਬੰਗਾ ਤੋਂ ਮਿਲਿਆ, ਪਰ ਇੱਥੇ ਪੱਕੀ ਮਿੱਟੀ ਦੀ ਗੱਲ ਕਰ ਰਹੇ ਆ, ਉਹ ਕਿੱਥੋਂ ਮਿਲਿਆ ਜੀ? ਆਪਣੇ ਕੋਲ ਬੰਨਾਵਾਲੀ ਬਣਿਆ, ਠੀਕ ਹੈ ਜੀ, ਹਰਿਆਣੇ ਦੇ ਵਿੱਚ। ਬੰਨਾਵਾਲੀ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਵਿੱਚ ਸਰਸਵਤੀ ਨਦੀ ਦੇ ਕੰਢੇ ਤੇ ਵਸਿਆ ਹੋਇਆ, ਧਿਆਨ ਰੱਖ ਲੈਣਾ। ਬੰਨਾਵਾਲੀ ਸਰਸਵਤੀ ਨਦੀ ਦੇ ਕੰਢੇ ਤੇ ਫਤਿਆਬਾਦ ਹਰਿਆਣੇ ਦੇ ਵਿੱਚ। ਹਾਂਜੀ, RS ਬਿਸਤ ਨੇ 1974 ਦੇ ਵਿੱਚ ਇਹਦੀ ਖੋਜ ਕੀਤੀ ਸੀ ਤੇ ਇੱਥੋਂ ਹੀ ਆਪਾਂ ਨੂੰ ਪੱਕੀ ਮਿੱਟੀ ਦਾ ਬਣਿਆ ਹੱਲ ਮਿਲਿਆ। ਕਾਲੀਬੰਗਾ ਤੋਂ ਆਪਾਂ ਨੂੰ ਖੇਤ ਵਾਹੁਣ ਦਾ ਸਬੂਤ ਮਿਲਿਆ ਤੇ ਰਾਖੀਗੜ੍ਹੀ ਵੀ ਹਰਿਆਣੇ ਦੇ ਵਿੱਚ ਹੈ। ਇੱਥੇ ਆਪਾਂ ਨੂੰ ਜਿਹੜੇ ਰਿਸਰਚ ਸੈਂਟਰ ਮਿਲੇ ਆ ਵੀ ਇੱਥੇ ਖੋਜਾਂ ਹੁੰਦੀਆਂ ਸੀਗੀਆਂ, ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਰੰਗਪੁਰ ਤੇ ਲੋਥਲ ਦੇ ਵਿੱਚ ਝੋਨੇ ਦੀ ਲਵਾਈ ਦੇ ਸਬੂਤ ਮਿਲਦੇ ਆ, ਇਹ ਦੋਨੋਂ ਰੰਗਪੁਰ ਤੇ ਲੋਥਲ ਗੁਜਰਾਤ ਵਿੱਚ ਹੈ। ਇਹ ਸਾਰੇ ਫੈਕਟ ਧਿਆਨ 'ਚ ਰੱਖ ਲੈਣੇ। ਹਾਂਜੀ, ਹੁਣ ਆਪਾਂ ਮੈਚਿੰਗ ਕਰਨੀ ਹੈ। ਹਾਂਜੀ, ਹੜੱਪਾ ਦੇ ਵਿੱਚ ਦਫਨਾਉਣ ਦੀ ਆਪਾਂ ਨੂੰ ਮਿਲਿਆ। ਲੋਥਲ ਇੱਕ ਡੋਕਯਾਰਡ ਬੰਦਰਗਾਹ ਸੀ। ਕਾਲੀਬੰਗਾ ਦੇ ਵਿੱਚ ਆਪਾਂ ਨੂੰ ਜੁੱਤੇ ਹੋਏ ਖੇਤ ਮਿਲੇ ਆ ਤੇ ਮੋਹਨਜੋਦੜੋ ਦੇ ਵਿੱਚ ਆਪਾਂ ਨੂੰ ਡਾਂਸ ਕਰਦੀ ਇੱਕ ਨ੍ਰਿਤਕੀ ਦੀ ਕਾਂਸੇ ਦੀ ਮੂਰਤੀ ਮਿਲੀ ਹੈ, ਠੀਕ ਹੈ ਜੀ, ਇਹ ਫੈਕਟ ਸਾਰੇ ਧਿਆਨ 'ਚ ਰੱਖ ਲੈਣੇ। ਹਾਂਜੀ, ਹੜੱਪਾ ਸੱਭਿਅਤਾ ਦੇ ਸਥਾਨਾਂ ਦੇ ਵਿੱਚ ਖੰਪਾਤ ਦੀ ਖਾੜੀ ਹੈ ਜਿਹੜੀ ਗੁਜਰਾਤ ਦੇ ਵਿੱਚ ਹੈ, ਠੀਕ ਹੈ ਜੀ। ਲੋਥਲ ਤੋਂ ਡੋਕਯਾਰਡ ਦੇ ਸਬੂਤ ਮਿਲੇ, ਕਲੀਅਰ ਹੋ ਗਿਆ, ਇਹ ਧਿਆਨ 'ਚ ਰੱਖਣਾ। ਰਾਜਸਥਾਨ ਦੇ ਵਿੱਚ ਜਿਹੜਾ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਘੱਗਰ ਨਦੀ ਦੇ ਕੰਢੇ ਤੇ ਜਿਹੜਾ ਕਾਲੀਬੰਗਾ ਹੈ ਉਹ ਤੋਂ ਖੇਤ ਵਾਹੁਣ ਦੇ ਸਬੂਤ ਮਿਲੇ। ਰਾਵੀ ਨਦੀ ਦੇ ਕੰਢੇ ਦੇ ਜਿਹੜਾ ਵਸਿਆ ਹੋਇਆ ਸ਼ਹਿਰ ਹੜੱਪਾ ਹੈ, ਉੱਥੋਂ ਆਪਾਂ ਨੂੰ ਸਮਾਧੀ R37 ਸਮਾਧੀਆਂ ਦੇ ਨਾਂ ਰੱਖੇ ਗਏ ਸੀ। R37 ਦੇ ਇੱਕ ਦੋ ਹੋਰ ਹੈ, R ਨਾਲ ਹੀ ਸ਼ੁਰੂ ਹੁੰਦੇ ਆ, ਉਹ ਕਬਰਸਤਾਨ ਜਾਂ ਸਮਾਧੀਆਂ ਮਿਲੀਆਂ ਆਪਾਂ ਨੂੰ, ਠੀਕ ਹੈ ਜੀ। ਜਿਹੜਾ ਮੋਹਨਜੋਦੜੋ ਹੈ ਜਿਹੜਾ ਕਿ ਲਰਕਾਣਾ ਜ਼ਿਲ੍ਹਾ ਸਿੰਧ ਸੂਬੇ ਦੇ ਵਿੱਚ ਸਿੱਧੂ ਨਦੀ ਦੇ ਵਸਿਆ ਹੋਇਆ ਹੈ, ਉੱਥੋਂ ਆਪਾਂ ਨੂੰ ਨੱਚਦੀ ਹੋਈ ਔਰਤ ਦੀ ਕਾਂਸੀ ਦੀ ਮੂਰਤੀ ਦੇ ਸਬੂਤ ਮਿਲੇ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਵੀ ਸਾਈਟ ਤੇ ਕਿੱਥੇ ਸਥਿਤ ਆ ਉਹ ਤੇ ਕਿਹੜੀ ਨਦੀ ਤੇ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ। ਤੇ ਖੋਜ ਕਦੋਂ ਹੋਈ ਤੇ ਕਿਹਨੇ ਕੀਤੀ ਹੈ। ਫਿਰ ਲਿਖੇ ਜਾਨਵਰਾਂ ਵਿੱਚੋਂ ਕਿਹੜਾ ਸਮੂਹ ਮੋਹਨਜੋਦੜੋ ਮੁਦਰਾ ਤੇ ਨਹੀਂ ਉਕੇਰਿਆ ਗਿਆ? ਹਾਂਜੀ, ਇੱਕ ਤਾਂ ਸ਼ੇਰ ਬਾਰੇ ਯਾਦ ਕਰ ਲੈਣਾ, ਇੱਕ ਗਊ ਬਾਰੇ ਯਾਦ ਕਰ ਲੈਣਾ। ਇਹ ਦੋ ਜਾਨਵਰ ਸੀ ਜਿਹੜੇ ਕਿ ਉਹਨਾਂ ਦੇ ਨਹੀਂ ਸੀ। ਇੱਥੇ ਸ਼ੇਰ ਆ ਗਿਆ, ਗਲਤ ਹੋ ਗਿਆ। ਇਹ 'ਚ ਸ਼ੇਰ ਆ ਗਿਆ ਵੀ ਗਲਤ ਹੋ ਗਿਆ, ਇਹਦੇ ਵਿੱਚ ਵੀ ਸ਼ੇਰ ਆ ਗਿਆ ਵੀ ਗਲਤ ਹੋ ਗਿਆ। ਫਿਰ ਆਨਸਰ ਕੀ ਰਹਿ ਗਿਆ ਆਪਣੇ ਕੋਲ? ਬਾਘ, ਹਾਥੀ, ਗੈਂਡਾ ਤੇ ਮੱਝ, ਠੀਕ ਹੈ ਜੀ। ਬਾਘ, ਹਾਥੀ ਜਿਹਨੂੰ ਟਾਈਗਰ ਕਹਿ ਦਿੰਦੇ ਆ, ਟਾਈਗਰ, ਐਲੀਫੈਂਟ ਤੇ ਗੈਂਡਾ ਤੇ ਮੱਝ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਮੋਹਨਜੋਦੜੋ ਤੋਂ ਜਿਹੜੇ ਪੁਰਾਤਨ ਵਿਗਿਆਨੀ ਮੈਕੇ, ਠੀਕ ਹੈ, ਦੁਆਰਾ ਕੀਤੀ ਪਸ਼ੂਪਤੀ ਸ਼ਿਵ ਦੀ ਮੋਹਰ, ਠੀਕ ਹੈ, ਵਿਸ਼ੇਸ਼ ਤੌਰ ਤੇ ਮਸ਼ਹੂਰ ਹੈ, ਇਹ ਧਿਆਨ ਰੱਖ ਲੈਣਾ। ਪਸ਼ੂਪਤੀ ਜਿਹਨੂੰ ਆਪਾਂ ਸ਼ਿਵ ਕਹਿੰਦੇ ਆ, ਸ਼ਿਵ ਦੀ ਮੂਰਤੀ ਕਹਿੰਦੇ ਮਿਲੀ ਹੈ, ਪਸ਼ੂਪਤੀ ਜਾਂ ਸ਼ਿਵ ਮੋਹਰ ਇੱਕ ਚੌਂਕੀ ਦੇ ਪਦਮ ਆਸਣ ਦੇ ਵਿੱਚ ਬੈਠੇ ਤਿੰਨ ਚਿਹਰੇ ਵਾਲੇ ਪੁਰਸ਼ ਦੀ ਹੈ, ਠੀਕ ਹੈ। ਪਸ਼ੂਪਤੀ ਜਿਹੜਾ ਤਿੰਨ ਚਿਹਰੇ ਵਾਲਾ ਪੁਰਸ਼ ਹੈ। ਹਾਂਜੀ, ਇਸ ਪੁਰਸ਼ ਦੇ ਸੱਜੇ ਹੱਥ ਇੱਕ ਹਾਥੀ ਦੀ ਹੈ ਤੇ ਬਾਘ ਖੜਾ ਹੈ। ਗੈਂਡਾ ਤੇ ਮੱਝ ਉਹਦੇ ਖੱਬੇ ਹੱਥ ਦੇ ਵਿੱਚ ਪਾਸੇ ਖੜੇ ਆ ਤੇ ਇਹਦੇ ਹੇਠਾਂ ਇੱਕ ਹਿਰਨ, ਦੋ ਹਿਰਨ ਖੜੇ ਹੋਏ ਆ, ਧਿਆਨ ਰੱਖਣਾ। ਜਿਹੜੀ ਪਸ਼ੂਪਤੀ ਦੀ ਮੋਹਰ ਮਿਲੀ ਹੈ ਉਹਦੇ ਸੱਜੇ ਹੱਥ ਐਂ ਯਾਦ ਕਰਨਾ, ਸੱਜੇ ਹੱਥ ਕੀ ਹਾਥੀ ਤੇ ਬਾਘ ਤੇ ਖੱਬੇ ਹੱਥ ਗੈਂਡਾ ਤੇ ਮੱਝ ਤੇ ਥੱਲੇ ਦੋ ਹਿਰਨ। ਇਹ ਰਾਹੀਂ ਪੁੱਛਿਆ ਜਾਂਦਾ ਜਿਹੜੀ ਪਸ਼ੂਪਤੀ ਦੀ ਜਿਹੜੀ ਉੱਥੋਂ ਮੋਹਰ ਮਿਲੀ ਹੈ ਉਹਦੇ ਖੱਬੇ ਹੱਥ ਕਿਹੜੇ ਜਾਨਵਰ ਸੀ, ਸੱਜੇ ਹੱਥ ਕਿਹੜੇ ਜਾਨਵਰ ਸੀ, ਠੀਕ ਹੈ ਜੀ। ਮਾਰਸ਼ਲ ਨੇ ਇਸ ਨੂੰ ਸ਼ਿਵ ਦੀ ਪੁਰਾਤਨ ਮੂਰਤੀ ਕਿਹਾ ਜਾਂ ਕਿਸਮ ਕਿਹਾ ਵੀ ਇੱਕ ਤਰ੍ਹਾਂ ਦਾ ਇਹਨੂੰ ਸ਼ਿਵ ਹੀ ਕਿਹਾ, ਠੀਕ ਹੈ ਮਾਰਸ਼ਲ ਨੇ। ਆਜ਼ਾਦੀ ਤੋਂ ਬਾਅਦ ਭਾਰਤ ਦੇ ਕਿਸ ਪ੍ਰਾਂਤ ਦੇ ਵਿੱਚ ਸਭ ਤੋਂ ਜ਼ਿਆਦਾ ਸਿੰਧੂ ਸੱਭਿਅਤਾ ਦੇ ਸਥਾਨ ਮਿਲੇ ਹੈ? ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੇ ਗੁਜਰਾਤ ਵਿੱਚ ਮਿਲੇ ਹੈ ਜੀ, ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ ਜੀ, ਆਪਾਂ ਐਕਸਪਲੇਨੇਸ਼ਨ ਪੜ੍ਹਦੇ ਹਾਂ। ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀਆਂ ਹੜੱਪਾ ਸਾਈਟ ਮਿਲੀਆਂ ਗੁਜਰਾਤ ਰਾਜ ਤੋਂ ਲੱਭੀਆਂ। ਹਾਂਜੀ, ਲੋਥਲ ਮਿਲਿਆ, ਧੋਲਾਵੀਰਾ, ਰੰਗਪੁਰ, ਸੁਰਕੋਟਦਾ, ਮਾਲਵਾ, ਰੋਜਦੀ ਤੇ ਦੇਸਲਪੁਰ, ਠੀਕ ਹੈ ਜੀ। ਮਾਲਵਾ, ਰੋਜਦੀ, ਦੇਸਲਪੁਰ ਯਾਦ ਕਰਨ ਦੀ ਲੋੜ ਨਹੀਂ, ਚਾਰ ਹੀ ਯਾਦ ਕਰ ਲਈ ਤੁਸੀਂ, ਲੋਥਲ, ਧੋਲਾਵੀਰਾ, ਰੰਗਪੁਰ ਤੇ ਸੁਰਕੋਟਦਾ, ਠੀਕ ਹੈ। ਹਾਂਜੀ, ਰਾਜਸਥਾਨ ਦੇ ਵਿੱਚ ਕਾਲੀਬੰਗਾ ਤੇ 1953 ਦੇ ਵਿੱਚ ਏ ਘੋਸ਼ ਨੇ ਇਹਦੀ ਜਿਹੜੀ ਹੈਗੀ ਹੈ ਖੋਜ ਕੀਤੀ ਸੀਗੀ। ਹਰਿਆਣਾ ਦੇ ਵਿੱਚ ਜਿਹੜੇ ਮੁੱਖ ਸਥਾਨ ਸੀ ਉਹ ਰਾਖੀਗੜ੍ਹੀ ਤੇ ਬੰਨਾਵਾਲੀ। ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਆਲਮਗੀਰਪੁਰ ਤੇ ਪੰਜਾਬ ਦੇ ਵਿੱਚ ਰੋਪੜ ਤੇ ਵੱਡਾ ਸੰਘੋਲ, ਠੀਕ ਹੈ ਜੀ। ਇਹ ਸਾਰੇ ਜਿਹੜੇ ਪੁਆਇੰਟ ਤੁਸੀਂ ਧਿਆਨ 'ਚ ਰੱਖਣੇ ਆ। ਸਿੱਧੂ ਘਾਟੀ ਸੱਭਿਅਤਾ ਦਾ ਪ੍ਰਸਿੱਧ ਸ਼ਹਿਰ ਹੜੱਪਾ ਕਿੱਥੇ ਸਥਿਤ ਹੈ ਇਹ ਦੱਸਣਾ। ਇਹ ਰਾਵੀ ਨਦੀ ਦੇ ਕੰਢੇ ਤੇ ਵਸਿਆ ਹੋਇਆ, ਠੀਕ ਹੈ ਜੀ। ਗੰਗਾ ਨਦੀ ਦੇ ਕੰਢੇ ਤੇ ਕੋਈ ਵੀ ਹੜੱਪਾ ਦਾ ਸ਼ਹਿਰ ਹੈ ਨਹੀਂਗਾ। ਤੇ ਆਪਾਂ ਚੱਲਦੇ ਦੀ ਐਕਸਪਲੇਨੇਸ਼ਨ ਤੇ। ਹੜੱਪਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਸਾਹੀਵਾਲ ਜ਼ਿਲ੍ਹੇ, ਠੀਕ ਹੈ, ਮਿੱਟਗੁਮਰੀ ਲਿਖ ਲਓ ਜਾਂ ਸਾਹੀਵਾਲ, ਰਾਵੀ ਨਦੀ ਦੇ ਕੰਢੇ ਤੇ ਇਸ ਬਣਿਆ ਹੋਇਆ। ਤੇ ਸਿੰਧੂ ਨਦੀ ਦੇ ਕੰਢੇ ਤੇ ਜਿਹੜੇ ਮੋਹਨਜੋਦੜੋ, ਚੰਨਹੁਦੜੋ ਤੇ ਕੋਟਦੀਜੀ, ਠੀਕ ਹੈ। ਮੋਹਨਜੋਦੜੋ, ਚੰਨਹੁਦੜੋ ਤੇ ਕੋਟਦੀਜੀ, ਠੀਕ ਹੈ ਜੀ, ਇਹ ਸਿੰਧ ਨਦੀ ਦੇ ਬਣੇ ਹੋਏ ਆ। ਤੇ ਗੰਗਾ ਨਦੀ ਤੇ ਕੋਈ ਵੀ ਸਿੱਧੂ ਘਾਟੀ ਸੱਭਿਅਤਾ ਦਾ ਸਥਾਨ ਨਹੀਂ ਹੈਗਾ। ਤੇ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ, ਠੀਕ ਹੈ, ਆਲਮਗੀਰਪੁਰ ਹੜੱਪਾ ਸਾਈਟ ਹੈ ਇਹ। ਆਲਮਗੀਰਪੁਰ, ਬਾਰਾਗਾਹ ਤੇ ਹੁਲਾਸ, ਠੀਕ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਤਿੰਨ ਹੈ, ਆਲਮਗੀਰਪੁਰ, ਹੁਲਾਸ ਤੇ ਬਾਰਾਗਾਹ, ਇਹ ਧਿਆਨ 'ਚ ਰੱਖ ਲੈਣੇ ਫੈਕਟ ਸਾਰੇ। ਸਿੱਧੂ ਲੋਕਾਂ ਦਾ ਮੁੱਖ ਭੋਜਨ ਕੀ ਸੀ? ਠੀਕ ਹੈ ਜੀ, ਮੁੱਖ ਭੋਜਨ ਹੈ ਜਿਹੜਾ ਇਹਨਾਂ ਦਾ ਸੀਗਾ ਕਣਕ ਤੇ ਜੌਂ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਕਣਕ ਤੇ ਜੌਂ ਸਿੱਧੂ ਲੋਕਾਂ ਦਾ ਮੁੱਖ ਅਨਾਜ ਸੀ। ਕਣਕ ਤੇ ਜੌਂ ਤੋਂ ਇਲਾਵਾ ਸੱਭਿਅਤਾ ਦੇ ਲੋਕ ਕਪਾਹ, ਖੰਜੂਰ, ਤਰਬੂਜ, ਮਟਰ, ਰਾਈ, ਸਰੋਂ ਦਾ
ਤੇ ਤਿਲ ਆਦਿ ਫਸਲਾਂ ਦਾ ਵੀ ਗਿਆਨ ਰੱਖਦੇ ਸੀ। ਠੀਕ ਹੈ ਜੀ। ਕਪਾਹ ਦਾ ਮੇਨ ਹੈ ਇਹਨਾਂ ਦੀ ਫਸਲ। ਖੰਜੂਰ ਹੋ ਗਿਆ, ਤਰਬੂਜ ਹੋ ਗਿਆ, ਮਟਰ, ਰਾਈ, ਸਰੋਂ ਤੇ ਤਿਲ। ਹੋਰ ਮਹੱਤਵਪੂਰਨ ਤੱਥਾਂ ਦੀ ਗੱਲ ਕਰਦੇ ਹਾਂ। ਬੰਨਾਵਲੀ ਤੋਂ ਚੰਗੀ ਕੁਆਲਿਟੀ ਦਾ ਜਿਹੜਾ ਜੌਂ ਹੈ ਜਿਹੜਾ ਉਹ ਪ੍ਰਾਪਤ ਹੋਇਆ। ਆਟਾ ਪੀਸਣ ਵਾਲੀ ਜਿਹੜੀ ਚੱਕੀਆਂ 2 ਆ ਉਹ ਲੋਥਲ ਤੋਂ ਪ੍ਰਾਪਤ ਹੋਈਆਂ। ਠੀਕ ਹੈ ਜੀ। ਇਸੇ ਤਰ੍ਹਾਂ ਸਿੱਧੂ ਸੱਭਿਅਤਾ ਦੀ ਮਿੱਟੀ ਦੇ ਬਰਤਨਾਂ ਤੇ ਮੋਹਰਾਂ ਤੇ ਬਹੁਤ ਸਾਰੇ ਪੌਦਿਆਂ ਦੇ ਸ਼ਿਲਾਲੇਖ ਮਿਲੇ ਆ। ਪਿੱਪਲ, ਖੰਜੂਰ, ਨਿੰਬ, ਨਿੰਬੂ, ਕੇਲਾ ਆਦਿ ਪ੍ਰਮੁੱਖ ਹੈ। ਠੀਕ ਹੈ ਜੀ। ਧਿਆਨ ਰੱਖ ਲੈਣਾ ਵੀ ਜਿਹੜੇ ਮੋਹਰਾਂ ਤੋਂ ਜਿਹੜੇ ਪੌਦੇ ਮਿਲੇ ਆ ਉਹਦੇ ਵਿੱਚ ਪਿੱਪਲ ਛਪਿਆ ਹੋਇਆ ਸੀ ਕਿਸੇ ਮੋਹਰ ਤੇ, ਖੰਜੂਰ, ਨਿੰਬ, ਨਿੰਬੂ, ਕੇਲਾ। ਠੀਕ ਹੈ ਜੀ। ਇਹ ਸਾਰੀ ਚੀਜ਼ ਛਪੀਆਂ ਹੋਈਆਂ ਸੀ। ਹਾਂਜੀ। ਪ੍ਰਸਿੱਧ ਪੁਜਾਰੀ ਦੀ ਜਿਹੜੀ ਸ਼ਖਸੀਅਤ ਉਹ ਕਿੱਥੋਂ ਮਿਲੀ ਆਪਾਂ ਨੂੰ? ਠੀਕ ਹੈ ਜੀ। ਉਹ ਆਪਾਂ ਨੂੰ ਮਿਲੀ ਆ ਮੋਹਨ ਜੋਦੜੋ ਤੋਂ। ਠੀਕ ਹੈ। ਇਹ ਜੋਗੀ ਵੀ ਕਹਿ ਸਕਦੇ ਹਾਂ, ਜੋਗੀ ਦੀ ਜਾਂ ਪੁਜਾਰੀ ਦੀ। ਹਾਂਜੀ। ਮੋਹਨ ਜੋਦੜੋ ਤੋਂ ਪ੍ਰਾਪਤ ਮੁਦਰਾ ਜਿਹੜੀ ਮਿਲੀ ਹੈ ਉਹਦੇ ਸਿਖਰ ਤੇ ਪਦਮ ਆਸਨ, ਧਿਆਨ ਰੱਖ ਲਿਓ ਕਿਹੜਾ ਆਸਨ ਦੇ ਵਿੱਚ ਬੈਠੇ, ਪਦਮ ਆਸਨ ਦੇ ਵਿੱਚ ਜਿਹੜਾ ਜੋਗੀ ਹੈ ਜਾਂ ਪੁਜਾਰੀ ਉਹਦੀ ਤਸਵੀਰ ਮਿਲੀ ਹੈ। ਹਾਂ, ਜਿਹੜਾ ਇਹ ਪੁਜਾਰੀ ਜਾਂ ਜੋਗੀ ਜਾਂ ਨਰ, ਇਹਦੇ ਸੱਜੇ ਪਾਸੇ ਚਿੱਤਾ ਤੇ ਹਾਥੀ ਹੈ। ਠੀਕ ਹੈ ਜੀ। ਬਾਗ ਜਾਂ ਹਾਥੀ ਕਹਿ ਲਓ, ਚਿੱਤਾ ਜਾਂ ਹਾਥੀ ਕਹਿ ਲਓ। ਖੱਬੇ ਪਾਸੇ ਗੈਂਡਾ ਤੇ ਕਮੱਝ ਹੈ ਤੇ ਥੱਲੇ 2 ਜਿਹੜੀਆਂ ਹੈਗੀਆਂ ਸਭ ਤੋਂ ਹੇਠਾਂ 2 ਹਿਰਨ ਹੈ। ਖੁਦਾਈ 1922 ਦੇ ਵਿੱਚ ਰੱਖਦਾਸ ਬੈਨਰਜੀ ਦੁਆਰਾ ਕੀਤੀ ਗਈ ਸੀ। ਵੱਡਾ ਇਸ਼ਨਾਨ ਘਰ ਮਿਲਿਆ, ਪੁਜਾਰੀ ਨਿਵਾਸ ਮਿਲਿਆ। ਠੀਕ ਹੈ, ਕਿਉਂਕਿ ਇੱਥੇ ਪੁਜਾਰੀ ਜਾਂ ਜੋਗੀ ਦੀ ਆਪਾਂ ਨੂੰ ਉਹ ਮਿਲੀ ਹੈ ਤਸਵੀਰ। ਅਨਾਜ ਵੱਡਾ ਭੰਡਾਰ ਘਰ ਮਿਲਿਆ ਇੱਥੇ। ਤੇ ਇਹ ਸਿੰਧ ਨਦੀ ਦੇ ਸੱਜੇ ਕੰਢੇ ਤੇ ਸਥਿਤ ਹੈ। ਲਰਕਾਣਾ ਜ਼ਿਲ੍ਹਾ ਪਾਕਿਸਤਾਨ ਸੂਬੇ ਦੇ ਵਿੱਚ। ਠੀਕ ਹੈ ਜੀ। ਸਿੰਧ ਸੂਬੇ ਦੇ ਵਿੱਚ, ਲਰਕਾਣਾ ਜ਼ਿਲ੍ਹੇ ਦੇ ਵਿੱਚ। ਠੀਕ ਹੈ। ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ। ਸਿੱਧੂ ਲੋਕ ਕਿਹੜੀ ਧਾਤ ਨਹੀਂ ਜਾਣਦੇ ਸਨ? ਹਾਂਜੀ, ਉਹ ਲੋਹਾ ਧਾਤ ਤੋਂ ਨਹੀਂ ਜਾਣੂ ਸਨ। ਹਾਂਜੀ। ਸਿੱਧੂ ਸੱਭਿਅਤਾ ਨੂੰ ਕਾਂਸਾ ਯੁੱਗ ਕਿਹਾ ਜਾਂਦਾ ਹੈ ਤੇ ਇਹ ਲੋਹੇ ਤੋਂ ਨਹੀਂ ਜਾਣੂ ਸਨ। ਤਾਂਬਾ, ਕਾਂਸਾ, ਸੋਨਾ, ਚਾਂਦੀ ਵਰਗੀਆਂ ਧਾਤਾਂ ਇੱਥੇ ਮਿਲੀਆਂ ਪਰ ਲੋਹਾ ਨਹੀਂ ਮਿਲਿਆ। ਠੀਕ ਹੈ ਜੀ। ਅਸਲ ਵਿੱਚ ਹੜੱਪਾ ਲੋਕ ਲੋਹੇ ਤੋਂ ਅਣਜਾਣ ਸਨ। ਠੀਕ ਹੈ ਜੀ। ਭਾਰਤ ਵਿੱਚ ਲੋਹ ਯੁੱਗ ਦੀ ਸ਼ੁਰੂਆਤ, ਠੀਕ ਹੈ, ਜਿਹੜੀ ਉਹ ਕਹਿੰਦੇ ਵੈਦਿਕ ਕਾਲ ਦੇ ਵਿੱਚ ਮੰਨੀ ਜਾਂਦੀ ਹੈ। 1000 ਲਗਭਗ ਈਸਾ ਤੋਂ ਲੋਕਾਂ ਨੂੰ ਲੋਹੇ ਬਾਰੇ ਪਤਾ ਲੱਗਿਆ ਸੀ ਵੈਦਿਕ ਯੁੱਗ ਦੇ ਵਿੱਚ। ਹੜੱਪਾ ਸੰਸਕ੍ਰਿਤੀ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦੀ ਪੂਜਾ ਨਹੀਂ ਕੀਤੀ ਜਾਂਦੀ? ਹਾਂਜੀ, ਮਾਤਾ ਦੇਵੀ ਦੀ ਵੀ ਕਰਦੇ ਸੀ, ਪਿੱਪਲ ਦੀ ਵੀ ਕਰਦੇ ਸੀ। ਇਹ ਸ਼ਿਵ ਦੀ ਵੀ ਕਰਦੇ ਸੀਗੇ ਪੂਜਾ, ਤੇ ਵਿਸ਼ਨੂੰ ਦੀ ਪੂਜਾ ਨਹੀਂ ਕਰਦੇ ਸੀ। ਠੀਕ ਹੈ ਜੀ। ਸ਼ਿਵ ਦੀ ਕਰਦੇ ਸੀ, ਮਾਤਾ ਦੇਵੀ ਦੀ ਕਰਦੇ ਸੀ ਤੇ ਪਿੱਪਲ ਦੀ ਕਰਦੇ, ਵਿਸ਼ਨੂੰ ਦੀ ਪੂਜਾ ਨਹੀਂ ਕਰਦੇ ਸੀ। ਇਹਦਾ ਰਾਈਟ ਆਨਸਰ ਬਣੂਗਾ ਡੀ। ਹਾਂਜੀ। ਹੜੱਪਾ ਸੱਭਿਅਤਾ ਵਿੱਚ ਇਸ ਗੱਲ ਦੇ ਭਰਪੂਰ ਸਬੂਤ ਮਿਲੇ ਹਨ ਜਿਸ ਦੇ ਆਧਾਰ ਤੇ ਸਾਬਤ ਹੁੰਦਾ ਕਿ ਮਾਤਾ ਦੇਵੀ ਨਰ ਦੇਵਤਾ ਜਿਹਨੂੰ ਸ਼ਿਵ ਕਿਹਾ ਗਿਆ ਹੈ, ਠੀਕ ਹੈ, ਲਿੰਗ, ਜੌਨੀ, ਰੁੱਖ, ਚਿੰਨ, ਪਿੱਪਲ, ਜਾਨਵਰ ਆਦਿ ਦੀ ਪੂਜਾ ਕਰਦੇ ਸੀ। ਪਰ ਵਿਸ਼ਨੂੰ ਦੇਵਤੇ ਨੂੰ ਵੈਦਿਕ ਕਾਲ ਵਿੱਚ ਹੀ ਦੇਵਤਾ ਮੰਨਿਆ ਗਿਆ। ਠੀਕ ਹੈ ਜੀ। ਇਹ ਧਿਆਨ 'ਚ ਰੱਖ ਲੈਣਾ ਜੀ। ਯੂਨਾਨੀਆਂ ਨੇ ਕਪਾਹ ਦਾ ਗਿਆਨ ਭਾਰਤੀਆਂ ਤੋਂ ਪ੍ਰਾਪਤ ਕੀਤਾ। ਉਹ ਕਪਾਹ ਨੂੰ ਕੀ ਕਹਿੰਦੇ ਸੀ? ਸਿਡੌਨ ਕਹਿੰਦੇ ਸੀਗੇ। ਠੀਕ ਹੈ, ਧਿਆਨ ਰੱਖ ਲੈਣਾ। ਕਪਾਹ ਦੀ ਕਾਸ਼ਤ ਸਭ ਤੋਂ ਪਹਿਲਾਂ ਹੜੱਪਾ ਦੁਆਰਾ ਕੀਤੀ ਗਈ ਤੇ ਯੂਨਾਨੀਆਂ ਨੇ ਕਪਾਹ ਦਾ ਗਿਆਨ ਭਾਰਤ ਤੋਂ ਹੀ ਮਿਲਿਆ ਉਹਨਾਂ ਨੂੰ, ਤੇ ਕਪਾਹ ਨੂੰ ਸਿਡੌਨ ਕਿਹਾ ਜਾਂਦਾ ਸੀ। ਤੇ ਲੋਥਲ ਤੋਂ ਚੋਲਾਂ ਦੀ ਰਹਿੰਦ ਖੂੰਹਦ ਤੇ ਰੰਗਪੁਰ ਦੇ ਵਿੱਚ ਝੋਨੇ ਦੀ ਰਹਿੰਦ ਖੂੰਹਦ ਮਿਲੀ ਹੈ। ਠੀਕ ਹੈ। ਇਹ ਕਹਿ ਸਕਦੇ ਹਾਂ ਵੀ ਰੰਗਪੁਰ ਦੇ ਵਿੱਚ ਝੋਨੇ ਦੀ ਬਿਜਾਈ ਹੁੰਦੀ ਸੀਗੀ ਤੇ ਲੋਥਲ ਦੇ ਵਿੱਚ ਜਿਹੜੇ ਹੈਗਾ ਝੋਨੇ ਨੂੰ ਉੱਥੇ ਜਿਹੜੇ ਕੇਂਦਰ ਲੱਗੇ ਹੋਏ ਸੀ ਜਿੱਥੋਂ ਜਿਹੜਾ ਹੈ ਝੋਨੇ ਤੋਂ ਚੌਲ ਬਣਾਏ ਜਾਂਦੇ ਸੀ। ਇਹਦੀ ਰਹਿੰਦ ਖੂੰਹਦ ਤੋਂ ਹੀ ਪਤਾ ਲੱਗਿਆ ਵੀ ਇੱਥੇ ਚੌਲ ਹੈ ਜਿਹੜੇ ਰੰਗਪੁਰ ਤੇ ਲੋਥਲ ਹੈ ਉੱਤੇ ਇਹਦੀ ਖੇਤੀ ਹੁੰਦੀ ਸੀ। ਹਾਂਜੀ। ਘੋੜੇ ਦੀਆਂ ਹੱਡੀਆਂ ਦੇ ਕਿੱਥੋਂ ਮਿਲਿਆ ਅਵਸ਼ੇਸ਼? ਵੈਰੀ ਇੰਪੋਰਟੈਂਟ ਹੈ। ਸੁਰਕੋਟ ਦਾ ਤੋਂ ਮਿਲਿਆ ਜੀ। ਠੀਕ ਹੈ। ਸੁਰਕੋਟ ਦਾ ਜਿਹੜਾ ਗੁਜਰਾਤ ਦੇ ਵਿੱਚ ਸਥਿਤ ਹੈ, ਰਨ ਆਫ ਕੱਛ ਦੇ ਜ਼ਿਲ੍ਹੇ ਦੇ ਵਿੱਚ ਹੈ। ਠੀਕ ਹੈ। ਮਹੱਤਵਪੂਰਨ ਹੜੱਪਣ ਸਾਈਟ ਹੈ ਇਹ। ਘੋੜੇ ਦੀਆਂ ਹੱਡੀਆਂ ਦੇ ਇੱਥੋਂ ਅਵਸ਼ੇਸ਼ ਮਿਲੇ ਆ। ਪਰ ਹੜੱਪਾ ਜਿਹੜੇ ਸੱਭਿਅਤਾ ਹੈ ਉਹ ਘੋੜੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀ ਕਿਉਂਕਿ ਕਿਸੇ ਵੀ ਮੋਹਰ ਤੇ ਉੱਪਰ ਘੋੜੇ ਦਾ ਚਿੱਤਰ ਨਹੀਂ ਮਿਲਿਆ। ਫਿਰ 3 ਚੀਜ਼ਾਂ ਨਹੀਂ ਮਿਲੀਆਂ, ਗਊ ਨਹੀਂ ਮਿਲੀ, ਘੋੜਾ ਨਹੀਂ ਮਿਲਿਆ ਤੇ ਇੱਕ ਸ਼ੇਰ ਨਹੀਂ ਮਿਲਿਆ। ਇਹ ਧਿਆਨ 'ਚ ਰੱਖ ਲੈਣਾ। ਠੀਕ ਹੈ। ਇਹ ਅਵਸ਼ੇਸ਼ ਮਿਲੇ ਆ ਪਰ ਹੋ ਸਕਦਾ ਵੀ ਕਿਸੇ ਹੋਰ ਜਾਨਵਰ ਦੇ ਅਵਸ਼ੇਸ਼ ਹੋਣ ਉਹ। ਹੜੱਪਾ ਦੇ ਸ਼ਮਸ਼ਾਨ ਘਾਟ ਦੇ ਵਿੱਚ, ਠੀਕ ਹੈ ਜੀ, ਰੋਪੜ ਦੇ ਸ਼ਮਸ਼ਾਨ ਘਾਟ ਵਿੱਚ ਪਾਲਤੂ ਕੁੱਤੇ ਨੂੰ ਮਨੁੱਖ ਦੇ ਨਾਲ ਦਫਨਾਉਣ ਦੇ ਸਬੂਤ ਮਿਲੇ ਆ। ਠੀਕ ਹੈ। ਰੋਪੜ ਦੇ ਸ਼ਮਸ਼ਾਨ ਘਾਟ ਵਿੱਚ। ਸੁਰਕੋਟ ਦਾ ਜਿੱਥੋਂ ਆਪਾਂ ਨੂੰ ਘੋੜੇ ਦੇ ਅਵਸ਼ੇਸ਼ ਮਿਲੇ ਆ ਉੱਥੇ ਇੱਕ ਐਂਟੀਮੋਨੀ ਰਾੜ ਮਿਲੀ ਹੈ। ਸੁਰਕੋਟਦਾ ਦੀ ਖੋਜ ਹੈ ਉਹ JP ਜੋਸ਼ੀ ਨੇ 1964 ਦੇ ਵਿੱਚ ਕੀਤੀ ਸੀ। ਠੀਕ ਹੈ ਜੀ। ਤੇ ਕਿਸੇ ਵੀ ਹੜੱਪਾ ਸਾਈਟ ਦੀ ਖੁਦਾਈ ਤੋਂ ਮੰਦਰ ਦੇ ਸਬੂਤ ਨਹੀਂ ਮਿਲੇ। ਧਿਆਨ 'ਚ ਰੱਖ ਲੈਣਾ। ਮੰਦਰ ਕਿਤੋਂ ਨਹੀਂ ਮਿਲੇਗਾ। ਸਿੱਧੂ ਘਾਟੀ ਦੀ ਸੱਭਿਅਤਾ ਦੇ ਵਿੱਚ ਸੁੱਤੀ ਕੱਪੜੇ ਦੀ ਵਰਤੋਂ ਦੇ ਸਬੂਤ ਕਿੱਥੋਂ ਮਿਲੇ ਆਪਾਂ ਨੂੰ? ਠੀਕ ਹੈ ਜੀ। ਉਹ ਆਪਾਂ ਨੂੰ ਮੋਹਨ ਜੋਦੜੋ ਤੋਂ ਮਿਲੇ ਆ। ਠੀਕ ਹੈ। ਸੁੱਤੀ ਕੱਪੜੇ ਦੀ ਸਬੂਤ ਇੰਪੋਰਟੈਂਟ ਹੈ, ਧਿਆਨ ਰੱਖਣਾ। ਮੋਹਨ ਜੋਦੜੋ ਤੋਂ ਸਿੱਧੂ ਘਾਟੀ ਸੱਭਿਅਤਾ ਸੁੱਤੀ ਕੱਪੜੇ ਦੀ ਵਰਤੋਂ ਦੇ ਸਬੂਤ ਮਿਲੇ ਆ। ਇੱਥੋਂ ਹੀ ਪਤਾ ਲੱਗਦਾ ਸੀ ਕਿ ਕਪਾਹ ਦੀ ਖੇਤੀ ਹੁੰਦੀ ਸੀ। ਹਾਂਜੀ। ਸਭ ਇੰਪੋਰਟੈਂਟ ਤੱਥ, ਮੇਰਗੜ੍ਹ ਸਭ ਤੋਂ ਪਹਿਲੀ ਕਪਾਹ ਦੇ ਸਬੂਤ ਉਹ ਮੇਰਗੜ੍ਹ ਤੋਂ ਹੀ ਮਿਲਦੇ ਆ। ਠੀਕ ਹੈ ਜੀ। ਇਹ ਦੁਨੀਆ ਵਿੱਚ ਕਪਾਹ ਦੀ ਹੋਣ ਦਾ ਸਭ ਤੋਂ ਪੁਰਾਣਾ ਸਬੂਤ ਹੈ ਪਰ ਮੇਰਗੜ੍ਹ ਉਹ ਹੜੱਪਣ ਸਾਈਟ ਨਹੀਂ ਹੈ। ਧਿਆਨ 'ਚ ਰੱਖ ਲੈਣਾ। ਠੀਕ ਹੈ ਜੀ। ਕਪਾਹ ਸਿੱਧੂ ਲੋਕਾਂ ਦੀ ਜਿਹੜੀ ਮੂਲ ਫਸਲ ਸੀ, ਮੁੱਖ ਫਸਲ ਸੀ ਤੇ ਯੂਨਾਨੀਆਂ ਨੇ ਇਸੇ ਫਸਲ ਕਰਕੇ ਇਸ ਇਲਾਕੇ ਨੂੰ ਸਿਡੌਨ ਕਹਿਣਾ ਸ਼ੁਰੂ ਕੀਤਾ। ਠੀਕ ਹੈ ਜੀ। ਤੇ ਇਹ ਧਿਆਨ 'ਚ ਰੱਖ ਲੈਣਾ। ਹਾਂਜੀ। ਅਗਲਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਜੀ ਵੈਦਿਕ ਯੁੱਗ। ਹਾਂਜੀ। ਹੇਠਾਂ ਦਿੱਤਿਆਂ ਵਿੱਚੋਂ ਕੌਣ ਵੈਦਿਕ ਦੇਵਤਾ ਨਹੀਂ ਹੈ? ਹਾਂਜੀ, ਨਹੀਂ ਹੈ ਉਹਦੇ ਵਿੱਚ ਪੁੱਛਿਆ ਉਹਨਾਂ ਨੇ। ਸਭ ਤੋਂ ਪਹਿਲਾਂ ਤਾਂ ਇੰਦਰ, ਇਹ ਵੀ ਹੈਗਾ ਵੈਦਿਕ ਦੇਵਤਾ, ਤੇ ਵਿਸ਼ਨੂੰ ਇਹ ਵੀ ਹੈਗਾ। ਕ੍ਰਿਸ਼ਨ ਤੇ ਬ੍ਰਹਮਾ ਇਹ ਦੋਨੋਂ ਜਿਹੜੇ ਵੈਦਿਕ ਦੇਵਤਾ ਨਹੀਂ ਹਨ। ਠੀਕ ਹੈ। ਇਹ ਧਿਆਨ ਰੱਖਣਾ। ਹਾਂਜੀ। ਕੇਵਲ ਇੰਦਰ ਤੇ ਵਿਸ਼ਨੂੰ ਹੀ ਵੈਦਿਕ ਦੇਵਤਾ ਹਨ। ਰਿਗਵੇਦ ਦੇ ਵਿੱਚ ਵਿਸ਼ਨੂੰ ਦਾ ਦੇਵਤਾ ਇਹਦਾ ਜ਼ਿਕਰ ਕੀਤਾ ਗਿਆ ਰਿਗਵੇਦ ਦੇ ਵਿੱਚ, ਪਰ ਉਹ ਸੁਤੰਤਰ ਦੇਵਤਾ ਨਹੀਂ ਸਗੋਂ ਇੱਕ ਸੂਰਜ ਦਾ ਰੂਪ ਹੈ। ਠੀਕ ਹੈ ਜੀ। ਧਿਆਨ ਰੱਖਣਾ। ਸੂਰਜ ਦੇ ਰੂਪ ਵਿੱਚ ਵਿਸ਼ਨੂੰ ਦਾ ਜ਼ਿਕਰ ਕੀਤਾ ਗਿਆ। ਕ੍ਰਿਸ਼ਨ ਤੇ ਬ੍ਰਹਮਾ ਦਾ ਵੈਦਿਕ ਦੇਵਤਿਆਂ ਵਿੱਚ ਕਦੇ ਵੀ ਜ਼ਿਕਰ ਨਹੀਂ ਕੀਤਾ ਗਿਆ। ਕੁੱਲ 33 ਦੇਵਤਿਆਂ ਦਾ ਜ਼ਿਕਰ ਕੀਤਾ ਗਿਆ ਰਿਗਵੇਦ ਦੇ ਵਿੱਚ, ਜਿਹਦੇ ਵਿੱਚ ਆਕਾਸ਼ ਦੇ ਦੇਵਤੇ ਵਿੱਚ ਸੂਰਜ, ਵਰਨ, ਮਿੱਤਰ ਹੈ ਜਿਹੜਾ ਇੱਕ ਸੂਰਜ ਦਾ ਹੀ ਰੂਪ ਹੈ। ਇੱਕ ਗਾਂ ਪੜਾਂਗੇ ਆਪਾਂ। ਪੂਸ਼ਨ, ਵਿਸ਼ਨੂੰ, ਊਸ਼ਾ, ਸਵੇਦਾ, ਅਸ਼ਵਿਨ ਹੋ ਗਿਆ, ਸਵਿਤਾ ਇਹ ਵੀ ਇੱਕ ਸੂਰਜ ਦਾ ਹੀ ਰੂਪ ਹੈ। ਅਦਿਤੀ ਇਹ ਸਾਰੇ ਆਕਾਸ਼ ਦੇ ਦੇਵਤਾ ਹੈ। ਠੀਕ ਹੈ ਜੀ। ਪੁਲਾੜ ਦੇ ਦੇਵਤੇ ਇੰਦਰ ਹੋ ਗਿਆ, ਮਾਰੂਤ, ਰੁਦਰ, ਵਾਜੂ,
ठीक है, ये सारे हो गए। धरती के देवते अग्नि, सोम, पृथ्वी, जुपिटर ते सरस्वती। हाँ जी, इन्हां चों सब तो ज़्यादा जिहड़ा महत्वपूर्ण, ठीक है, जिहड़ा देवता वो इंद्र मन्निया गया नंबर 1 ते। नंबर 2 ते अग्नि, ठीक है, ये याद रख लेना तुसीं। इंद्र 1 ते, नंबर 2 ते अग्नि, नंबर 3 ते वर्ण। ये सीरियल वाइज याद रखने भी किहड़ा देवता सब तो ज़्यादा ये शक्तिशाली मन्निया गया, ठीक है जी। हाँ जी, वेदां दे काव्य भाग नूं की कहा जाता है, ठीक है जी, इहनूं आपां संहिता कहने हैं, ठीक है जी। हाँ जी, वेदां दे काव्य भाग नूं संहिता कहा जाता है। तो संहिता जिहड़ी हैगी है वेदां दे गीतकारी छंदां नूं दर्शाउंदी है। जिहड़े वेद आ उहदे विच की शामिल है? भजन, प्रार्थनावां, मंत्र, बलिदान संबंधी सूत्र, ये संग्रह है, ठीक है जी। महर्षि वेद व्यास ने इसका संकलन किया, ये ध्यान रख लेना, ठीक है जी। वेदां का एक नाम श्रुति भी है, ठीक है। श्रुति क्यों रखा गया? क्योंकि संकलन तो पहला गुरु चेला परंपरा के विच पाठ याद किया जाता है। वेदां दी टोटल 4 वेद है। ऋग्वेद सब तो पुराना वेद है तो भजनों का संग्रह है। यजुर्वेद जग नाल संबंधित भजनों का संग्रह है। सामवेद गीतां का संग्रह है तो ज़्यादातर जिहड़े गीत है वो ऋग्वेद तो ले गए हैं। तो अथर्ववेद है तंत्र मंत्रां का संग्रह है, ठीक है जी। ऋग्वेद, यजुर्वेद तो सामवेद, पहले तीनों को मिला दिए तो इन्हूं वेद का त्री कहा जाता है, ठीक है जी। ये ध्यान रख लेने, सारे फैक्ट इंपोर्टेंट है। वेद नूं की कहंदे हन, ठीक है जी। वेद नूं आपां धुनी उचारण जां श्रुति कहने हैं, ध्यान रख लेना। हाँ जी, वेद का जिहड़ा शाब्दिक अर्थ है वो हुंदा ज्ञान, ठीक है। तो वैदिक साहित्य नूं श्रुति कहा जाता है। श्रुति का शाब्दिक अर्थ है सुनिया होया, क्योंकि वैदिक काल के लिपि का कोई ज्ञान नहीं सी, इसलिए वैदिक ज्ञान एक पीढ़ी तो दूजी पीढ़ी तक मौखिक रूप के, ठीक है, वो पहुँचता सीगा, ठीक है, एक दूजे को सुन सुना के पहुँचता सी। होर महत्वपूर्ण तत्थों के सब तो पहला है ब्राह्मण ग्रंथ। ब्राह्मण ग्रंथ की रचना वेदां तो बाद हुई है। तो ये जो ग्रंथ है वेदां की सरल व्याख्या करने के लिए रचे गए हैं, तां जो कि जोड़े वेद है वो आम लोगों को उन्होंने अर्थ समझा सकन, ठीक है जी। इन्होंने ग्रंथों के ब्राह्मण ग्रंथों के प्रसिद्ध व्यक्तियों के बहादुरियों के कारनामे का वर्णन किया गया है। तो हर वेद के अलग अलग ब्राह्मण है। उपनिषदां की गिनती 108 है, ठीक है जी। तो उपनिषद में जो भारतीय दर्शन का मूल सोमा कह दिया जाए तो कोई अटकत नहीं होगी। इसकी गिनती ध्यान रख लेनी है, उपनिषदां की गिनती 108 है। हाँ जी, ऋग्वेद में युद्ध लई किहड़ा शब्द वरत्या गया है? हाँ जी, गविष्टि शब्द वरत्या गया है। क्यों वरत्या गया है? गऊ तो बनया गविष्टि शब्द, ठीक है जी। हाँ जी, आप एक्सप्लेनेशन पढ़ते हैं। ऋग्वेद में गविष्टि शब्द युद्ध लई वरत्या गया है। ऋग्वेद के जानवरों के गऊ सब तो ज़्यादा महत्वपूर्ण स्थान से। सिद्धू घाटी के लोग गऊ नहीं जानते सी, पर ऋग्वेद के लोग गऊ की सब तो ज़्यादा पूजा करते सी। ये इन्हों कीमती दौलत मानते सी, गऊ नूं संपत्ति मन्निया जाता सी, जमीन जायदाद मन्निया जाता सी। इहदे लई जंगां युद्ध भी लड़े जाते सी गऊआं वास्ते, इसलिए इस युद्ध के शब्द लई गवस्ती शब्द का प्रयोग होया है। इसका अर्थ है गावां की खोज करना, ठीक है जी। वैदिक काल के गां नूं अघन्या जां ना मारन जो कहा जाता सीगा, ठीक है, ये ध्यान रख लेना है, वेरी वेरी इंपोर्टेंट सर। वैदिक युग के किहड़ी समाजिक बुराई प्रचलित सी, ठीक है, ये दसना है भी किहड़ी प्रचलित सीगी। बहु विवाह ये प्रचलित सीगी, ठीक है जी। हाँ जी, वैदिक युग के सती प्रथा, परदा प्रथा ते बाल विवाह वर्गियां समाजिक बुराइयां प्रचलित नहीं सन, ठीक है जी। यानी कि समझ लो औरत को भी बराबर अधिकार दिते गए सी ऋग्वेद काल के, ठीक है जी। वैदिक युग के कई स्थानों पर बहु विआह की प्रथा सी, ठीक है, ये ध्यान रख लेना, एक बुराई सी। होर महत्वपूर्ण तत्थों चलते हैं। उपवेद, ठीक है, उपवेद है जोड़े ये वेदां की सहायता लई सी, इन्हां दी गिनती 4 सी। जोड़ा अजुर्वेद है ये दवाइयां का वर्णन किया गया। धुनरवेद के युद्ध कला का, गंधर्ववेद के संगीत के विषयों पर चानना पाया गया। तो शिल्पवेद के भवन कला निर्माण नाल संबंधित जानकारी दी गई है, ठीक है जी। उपवेद 4 है, तो चारों के अर्थ पढ़ लेने भी कि की जानकारी दी गई है, ठीक है जी, ये भी इंपोर्टेंट है। ऋग्वेदिक काल के इन्होंने किहड़ी प्रथा प्रचलित नहीं सी, ठीक है, ये दसना किहड़ी प्रचलित नहीं सी। हाँ जी, दाज भी प्रचलित सी, लाड़ियां की कीमत भी सीगी, ठीक है, विधवा विआह भी हो जाते थे। तो बाल विवाह जी ये प्रचलित नहीं सीगी, ठीक है जी, ये ध्यान रख लो। हाँ जी, ऋग्वेदिक काल के विआह को एक पवित्र बंधन दे मन्निया जाता सी, ठीक है। शतपथ ब्राह्मण के, ठीक है जी, जोड़ा पत्नी है उन्होंने पत्नी को पति की अर्धांगिनी कहा जाता सी। आम तौर पर एक विआह प्रथा प्रचलित सी, पर कुछ कुलीन लोग जानी कि अमीर लोग है राजे राणियां वो राजे से उन्होंने कई पत्नियां सन। ऋग्वेदिक काल के बाल विवाह की प्रथा प्रचलित नहीं सी, ठीक है जी। अंतरजाती विआह होंदे सी, पर जोड़े आर्या वर्ण के लोग है उन्होंने मनाही सी 10 वर्ण के लोगों के नाल विआह कराउण दी, ठीक है जी। लड़की की विदाई के समय तोहफे पैसे दिते जाते, जानी कि दहेज प्रथा भी प्रचलित सी, ठीक है। तो इस दहेज नूं उस समय बहुतू कहा जाता सी। ते पुनर्विआह जां विधवा विआह ये प्रथा भी प्रचलित सी, ठीक है, ये ध्यान रख लेना जी। ऋग्वेद में इंद्र नूं हेठां दित्ते विचों किस दे नाम नाल बुलाया जाता सी? इंद्र नूं पुरंदर के नाम नाल बुलाया जाता सी। हाँ जी, इंपोर्टेंट फैक्ट जोड़े ऋग्वेदिक आर्यन का सब तो महत्वपूर्ण ते प्रतापी देवता इंद्र सी, ध्यान रख लेना, सब तो नंबर 1 का देवता इंद्र सी। ਵੱਖ-ਵੱਖ नावां दे नाल उहनूं ऋग्वेद में बुलाया गया है। उसनूं पुरंदर कहा गया, क्यों कहा गया? क्योंकि किलियां दा नाश करने वाला हुंदा है, मतलब उसनूं एक जंगी आगू के तौर पर दर्शाया गया है। इंद्र नूं वृत्तासुर हंता भी कहा गया है, क्योंकि इन्हें वृत्तासुर नामक दैंत का वध किया सी। पुरभिद भी कहा जाता है, पुरभिद का मतलब होंदा बदलों नूं विन्हण वाला। सोमपा भी कहा जाता, सोमपा क्योंकि सोम का सेवन ज़्यादा करता सी। शतकर्णी भी कहा जाता है क्योंकि ये 100 शक्तियों का मालिक सी। ते मधवन भी कहा गया क्योंकि दानी सी, ठीक है जी। इस करके इन्हां नावां दे नाल जाणिया जाना, मधवन हो गया, शतकर्णी हो गया, सोमपा हो गया, पुरभिद हो गया,
ਤੇ ਵਰਤਾਸੁਰ ਹੰਤਾ ਹੋ ਗਿਆ। ਠੀਕ ਹੈ ਜੀ। ਰਿਗਵੇਦ ਦੇ ਵਿੱਚ ਇੰਦਰ ਨੂੰ ਪਲਾਟ ਦੇਵਤਾ ਦੇ ਵਜੋਂ ਦਰਸਾਇਆ ਗਿਆ ਹੈ। ਠੀਕ ਹੈ, ਆਪਾਂ ਪੜ੍ਹੇ ਸੀਗੇ ਪਲਾਟ ਦਾ ਦੇਵਤਾ, ਪ੍ਰਿਥਵੀ ਦਾ ਦੇਵਤਾ। ਠੀਕ ਹੈ, ਇਸ ਤਰ੍ਹਾਂ ਇਹ ਪਲਾਟ ਦਾ ਸੀ। ਇੰਦਰ ਦਾ ਜਿਹੜਾ ਵਰਨ 150 ਭਜਨ ਰਿਗਵੇਦ ਦੇ ਵਿੱਚ ਇੰਦਰ ਨਾਲ ਸੰਬੰਧਿਤ ਸ਼ਾਮਲ ਹੈ ਤੇ ਅਗਨੀ ਦੇ ਨਾਲ 200 ਭਜਨ ਸ਼ਾਮਲ ਹੈ। ਠੀਕ ਹੈ ਜੀ। ਨੰਬਰ 1 ਦਾ ਦੇਵਤਾ ਸੀ ਜਿਹੜਾ ਉਹ ਇੰਦਰ ਸੀ, ਨੰਬਰ 2 ਦਾ ਅਗਨੀ ਸੀ। ਹਾਂਜੀ, ਜਿਹੜਾ ਰਿਗਵੇਦ ਦੇ ਵਿੱਚ ਇੰਦਰ ਨੂੰ ਤੂਫਾਨ ਤੇ ਮੀਂਹ ਦਾ ਦੇਵਤਾ ਦੱਸਿਆ ਗਿਆ ਹੈ, ਜੋ ਕਿ ਬਦਲਾ ਅਤੇ ਪਾਣੀ ਤੋਂ ਬਣਿਆ ਹੁੰਦਾ ਹੈ। ਠੀਕ ਹੈ ਜੀ। ਇਹ ਧਿਆਨ ਨਾਲ ਇਹ ਸਾਰੇ ਫੈਕਟ ਤੁਸੀਂ ਨੋਟ ਕਰ ਲੈਣੇ ਆ। ਵੈਦਿਕ ਯੁੱਗ ਦੀ ਸਭ ਤੋਂ ਪੁਰਾਣੀ ਸੰਸਥਾ ਕਿਹੜੀ ਸੀ? ਹਾਂਜੀ, ਵਿਤਤਾ ਸਭ ਤੋਂ ਪੁਰਾਣੀ ਜਿਹੜੀ ਸੰਸਥਾ ਸੀ ਵੈਦਿਕ ਯੁੱਗ ਦੀ। ਹਾਂਜੀ, ਜਿਹੜੀ ਵਿਤਤਾ ਇੰਡੋ ਯੂਰਪੀਅਨ ਆਰੀਅਨ ਦੀ ਸਭ ਤੋਂ ਪੁਰਾਣੀ ਜਨਤਕ ਸਭਾ ਸੀ। ਇਸ ਸਭਾ ਦੇ ਵਿੱਚ ਔਰਤਾਂ ਤੇ ਮਰਦਾਂ ਨੂੰ ਬਰਾਬਰ ਹਿੱਸਾ ਸੀਗਾ ਲੈਣ ਦਾ, ਔਰਤਾਂ ਵੀ ਭਾਗ ਲੈ ਸਕਦੀਆਂ ਸੀ ਤੇ ਮਰਦ ਵੀ। ਇਹ ਰਿਗਵੇਦਿਕ ਕਾਲ ਦੀ ਸਭ ਤੋਂ ਮਹੱਤਵਪੂਰਨ ਸਭਾ ਸੀ ਤੇ ਰਿਗਵੇਦ ਦੇ ਵਿੱਚ 122 ਵਾਰ ਇਸ ਵਿਤਤਾ ਸਭਾ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ। ਸਵਾਲ ਕਈ ਵਾਰ ਪੁੱਛਿਆ ਜਾਂਦਾ ਹੈ ਬਈ ਉਹ ਕਿਹੜੀ ਸਭਾ ਸੀ ਜਿਸ ਵਿੱਚ ਔਰਤਾਂ ਨੂੰ ਵੀ ਬਰਾਬਰ ਭਾਗੀਦਾਰੀ ਲੈਣ ਦੀ ਆਗਿਆ ਸੀ? ਉਹ ਸੀ ਵਿਤਤਾ। ਹੋਰ ਮਹੱਤਵਪੂਰਨ ਤੱਥਾਂ ਦੇ ਵਿੱਚ ਸਭ ਤੋਂ ਪਹਿਲਾਂ ਸਭਾ। ਰਿਗਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਜੇ ਪੁੱਛ ਲੈਣ ਕਿ ਇਸ ਸਭਾ ਦਾ ਜ਼ਿਕਰ ਕੀਤਾ ਗਿਆ, ਉਹ ਵੀ ਵਿਤਤਾ ਹੈ। ਠੀਕ ਹੈ ਜੀ। ਰਿਗਵੇਦ ਦੇ ਵਿੱਚ 8 ਵਾਰ ਸਭਾ ਦਾ ਜ਼ਿਕਰ ਕੀਤਾ ਗਿਆ ਹੈ। ਇਹ ਕੁਲੀਨ ਲੋਕਾਂ, ਅਮੀਰ ਲੋਕਾਂ ਦਾ ਇਕੱਠ ਸੀ ਤੇ ਇਹੀ ਲੋਕ ਸੀ ਜਿਹੜੇ ਰਾਜੇ ਰਾਣੀਆਂ ਦੀ ਮੁੜ ਚੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸੀ। ਠੀਕ ਹੈ ਜੀ। ਹਾਂਜੀ, ਇਹ ਇੱਕ ਧਿਆਨ ਰੱਖ ਲੈਣੀ ਹੈ, ਜਿਹੜੀ ਰਿਗਵੇਦਿਕ ਕਾਲ ਹੈ ਇਹ ਪਿਤਾ ਪ੍ਰਧਾਨ ਹੈ। ਠੀਕ ਹੈ ਜੀ। ਸਮਿਤੀ ਦੇ ਵਿੱਚ ਰਿਗਵੇਦ ਵਿੱਚ ਸਮਿਤੀ ਦਾ 8 ਵਾਰ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਮਿਤੀ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਸਭਾ ਨੂੰ, ਕਿਉਂਕਿ ਸਭਾ ਦਾ 8 ਵਾਰ ਜ਼ਿਕਰ ਕੀਤਾ ਗਿਆ ਹੈ। ਇਸ ਨੂੰ ਆਮ ਆਦਮੀ ਦੀ ਆਵਾਜ਼ ਵਾਲੀ ਸੰਸਥਾ ਕਿਹਾ ਜਾਂਦਾ ਸੀ। ਕਹਿ ਲਓ ਅੱਜ ਦੇ ਸਮੇਂ ਦੀ ਲੋਕ ਸਭਾ ਸੀ। ਸਮਿਤੀ ਹੈ ਜਿਹੜੀ ਆਮ ਲੋਕਾਂ ਦਾ ਸਮੂਹ ਸੀ ਤੇ ਸਭਾ ਇਹ ਅਮੀਰ ਲੋਕਾਂ ਦਾ, ਕੁਲੀਨ ਤੰਤਰ ਦੇ ਲੋਕਾਂ ਦਾ ਸੀ। ਠੀਕ ਹੈ ਜੀ। ਸਮਿਤੀ ਨੂੰ ਆਪਾਂ ਅੱਜ ਦੇ ਸਮੇਂ ਦੀ ਲੋਕਤੰਤਰ ਕਹਿ ਸਕਦੇ ਹਾਂ। ਹਾਂਜੀ, ਗਣ ਰਿਗਵੇਦ ਦੇ ਸਮੇਂ ਇੱਕ ਜਨਤਕ ਸਭਾ ਸੀ ਗਣ। ਇਹ ਵੀ ਕੁਲੀਨ ਲੋਕ ਇਹਦੇ ਵਿੱਚ ਸੀ ਤੇ ਇਹਦੇ ਮੁਖੀ ਨੂੰ ਗਣਪਤੀ ਕਿਹਾ ਜਾਂਦਾ ਸੀ। ਤੇ ਜਿਹੜਾ ਪਰਿਸ਼ਦ ਹੈ ਉਹ ਕਬਾਇਲੀ ਮਿਲਟਰੀ ਅਸੈਂਬਲੀ ਸੀ। ਜਿਹੜੇ ਕਬੀਲੇ ਜਿਹੜੇ ਖਾਨਾਬਦੋਸ਼ ਲੋਕ ਹੈ ਉਹਨਾਂ ਦੀ ਮਿਲਟਰੀ ਅਸੈਂਬਲੀ ਸੀ ਪਰਿਸ਼ਦ। ਠੀਕ ਹੈ ਜੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ। 10 ਰਾਜਿਆਂ ਦੇ ਯੁੱਧ ਦਾ ਜੇਤੂ ਰਾਜਾ ਸੁਦਾਸ ਇਹ ਲਿਖਿਆਂ ਵਿੱਚੋਂ ਕਿਸ ਨਾਲ ਸੀ? ਇਹ ਦੱਸਣਾ ਹੈ। ਉਹਦੇ ਨਾਲ ਕਿਸ ਨਾਲ ਸੀਗਾ? ਉਹ ਸੀਗਾ ਤ੍ਰਿਤਸੂ। ਠੀਕ ਹੈ, ਧਿਆਨ ਰੱਖਣਾ। ਹਾਂਜੀ, ਦਸ਼ਰਥ ਯੁੱਧ ਜਾਂ 10 ਰਾਜਿਆਂ ਦੇ ਯੁੱਧ ਦਾ ਜ਼ਿਕਰ ਹੈ ਰਿਗਵੇਦ ਦੇ 7ਵੇਂ ਮੰਡਲ ਵਿੱਚ ਕੀਤਾ ਗਿਆ ਹੈ। ਇਹ ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਯਾਦ ਕਰ ਲੈਣਾ ਕਿ ਕਿਹੜੇ ਮੰਡਲ ਦੇ ਵਿੱਚ ਤੇ ਕਿਹੜੇ ਵੇਦ 'ਚ ਇਹਦਾ ਜ਼ਿਕਰ ਕੀਤਾ ਗਿਆ। ਇਸ ਯੁੱਧ ਦੇ ਵਿੱਚ 2 ਕਬੀਲਿਆਂ ਦਾ ਜ਼ਿਕਰ ਕੀਤਾ ਗਿਆ, ਇੱਕ ਪਰੂ ਨਾਂ ਦੇ ਕਬੀਲੇ ਦਾ ਤੇ ਦੂਸਰਾ ਭਰਤ ਨਾਂ ਦੇ ਕਬੀਲੇ ਦਾ, ਜਿਨ੍ਹਾਂ ਦੇ ਵਿਚਕਾਰ ਇਹ ਮੇਨ ਯੁੱਧ ਹੋਇਆ ਸੀ। ਠੀਕ ਹੈ ਜੀ। ਪਰੂ ਤੇ ਉਹਦੇ ਸਹਿਯੋਗੀ ਸੀਗੇ ਬਾਕੀ। ਠੀਕ ਹੈ, 9 ਜਿਹੜੇ 10 ਰਾਜੇ ਸੀਗੇ, ਜਿਹੜੇ 9 ਰਾਜੇ ਹੋਰ ਸੀਗੇ ਪਰੂ ਦੇ ਨਾਲ, ਤੇ ਇਹਨਾਂ ਦਾ ਸਲਾਹਕਾਰ ਸੀ ਰਿਸ਼ੀ ਵਿਸ਼ਵਾਮਿੱਤਰ। ਦੂਸਰੇ ਪਾਸੇ ਭਰਤ ਸੀਗਾ, ਜਿਹਦੀ ਅਗਵਾਈ ਤ੍ਰਿਤਸੂ ਨਾਂ ਦੇ ਇੱਕ ਕਬੀਲੇ ਦੇ ਰਾਜੇ ਵੱਲੋਂ ਕੀਤੀ ਜਾ ਰਹੀ ਸੀ ਤੇ ਕਬੀਲੇ ਦਾ ਰਾਜਾ ਸੁਦਾਸ ਸੀਗਾ। ਠੀਕ ਹੈ, ਭਾਰਤ ਕਬੀਲੇ ਦਾ ਰਾਜਾ ਸੁਦਾਸ ਸੀ ਤੇ ਇਸ ਕਬੀਲੇ ਦੀ ਅਗਵਾਈ ਤ੍ਰਿਤਸੂ ਨਾਂ ਦਾ ਵਿਅਕਤੀ ਕਰ ਰਿਹਾ ਸੀ ਤੇ ਇਹ ਪ੍ਰੇਰਨਾ ਕੌਣ ਦੇ ਰਿਹਾ ਸੀ? ਰਿਸ਼ੀ ਵਸਿਸ਼ਠ ਇਹਨਾਂ ਨੂੰ ਪ੍ਰੇਰਨਾ ਦੇ ਰਿਹਾ ਸੀ ਭਰਤ ਕਬੀਲੇ ਨੂੰ, ਤੇ ਪਰੂ ਕਬੀਲੇ ਨੂੰ ਜਿਹੜੀ ਅਗਵਾਈ ਕਰ ਰਿਹਾ ਸੀਗਾ ਉਹ ਵਿਸ਼ਵਾਮਿੱਤਰ ਕਰ ਰਿਹਾ ਸੀ। ਇਹ ਧਿਆਨ 'ਚ ਰੱਖ ਲੈਣਾ। ਇਸ ਯੁੱਧ ਦੇ ਵਿੱਚ ਸੁਦਾਸ ਦੀ ਜਿੱਤ ਹੁੰਦੀ ਹੈ। ਠੀਕ ਹੈ, ਤੇ ਕੁਝ ਸਮਾਂ ਟੱਪਦਾ ਹੈ, ਫਿਰ ਦੋਨੋਂ ਕਬੀਲਿਆਂ ਦੇ ਵਿੱਚ ਦੋਸਤੀ ਪੈ ਜਾਂਦੀ ਹੈ, ਭਰਤ ਤੇ ਪਰੂ ਦੇ ਵਿੱਚ। ਤੇ ਇੱਕ ਤੀਜਾ ਨਵਾਂ ਕਬੀਲਾ ਹੋਣ ਦੇ ਵਿੱਚ ਆਉਂਦਾ, ਉਹਦਾ ਨਾਂ ਹੈ ਕਰੂ ਨਾਂ ਦਾ ਕਬੀਲਾ ਹੋਣ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣੇ। ਵੈਦਿਕ ਕਾਲ ਦੇ ਵਿੱਚ ਦਾਰਸ਼ਨਿਕ ਬਹਿਸਾਂ ਦਾ ਇੱਕ ਕੁਸ਼ਲ ਬੁਲਾਰਾ ਸੀ। ਠੀਕ ਹੈ, ਉਹ ਕੌਣ ਸੀਗਾ? ਉਹ ਸੀ ਜੀ ਆਪਣੇ ਕੋਲ ਗਾਰਗੀ। ਠੀਕ ਹੈ, ਗਾਰਗੀ ਜਿਹੜੀ ਉਹ ਇੱਕ ਬਹੁਤ ਕੁਸ਼ਲ ਬੁਲਾਰਾ ਸੀ ਵੈਦਿਕ ਕਾਲ ਦੇ ਵਿੱਚ। ਹਾਂਜੀ, ਜਿਹੜੇ ਗਾਰਗੀ ਹੈ ਵੈਦਿਕ ਕਾਲ ਦੇ ਵਿੱਚ ਦਾਰਸ਼ਨਿਕ ਬਹਿਸਾਂ ਦਾ ਇੱਕ ਕੁਸ਼ਲ ਬੁਲਾਰਾ ਸੀ। ਠੀਕ ਹੈ, ਇਹ ਲੇਡੀ ਸੀ ਗਾਰਗੀ। ਇਸ ਦਾ ਵਰਣਨ ਹੈ ਜਿਹੜਾ ਬ੍ਰਿਹਦਰਨਿਕ ਉਪਨਿਸ਼ਦ ਦੇ ਵਿੱਚ ਮਿਲਦਾ ਹੈ। ਠੀਕ ਹੈ ਜੀ। ਹੋਰ ਮਹੱਤਵਪੂਰਨ ਤੱਥਾਂ ਦੇ ਵਿੱਚ ਮਹਾਰਿਸ਼ੀ ਜਾਗਵੱਲਿਆ ਦੀਆਂ 2 ਪਤਨੀਆਂ ਸੀ, ਇੱਕ ਮੈਤਰੀ ਤੇ ਇੱਕ ਕਾਤਿਆਨੀ। ਠੀਕ ਹੈ ਜੀ। ਆਹ ਇੰਪੋਰਟੈਂਟ ਹੈ ਜਿਹੜਾ ਹੁਣ ਰਿਗਵੇਦ ਦੇ ਵਿੱਚ। ਠੀਕ ਹੈ ਜੀ। ਜਿਹੜੀਆਂ ਵਿਦਵਾਨ ਔਰਤਾਂ ਦਾ ਜ਼ਿਕਰ ਹੋਇਆ ਹੈ ਉਹ 5 ਧਿਆਨ 'ਚ ਰੱਖ ਲੈਣੀਆਂ: ਲੋਕ ਮੁਦਰਾ, ਘੋਸ਼ਾ, ਅਪਲਾ, ਸਿਕਤਾ ਤੇ ਵਿਸ਼ਵਰਾ, ਘੋਸ਼ਾ, ਅਪਲਾ, ਸਿਕਤਾ ਤੇ ਲੋਕ ਮੁਦਰਾ। ਠੀਕ ਹੈ ਜੀ। ਇਹਨਾਂ ਵਿਦਵਾਨ ਔਰਤਾਂ ਨੂੰ ਰਿਸ਼ੀ ਕਿਹਾ ਜਾਂਦਾ ਸੀ। ਇਹਨਾਂ ਵਿਦਵਾਨ ਔਰਤਾਂ ਨੇ ਕਈ ਭਜਨ ਵੀ ਰਚੇ ਹੈ ਰਿਗਵੇਦ ਦੇ ਵਿੱਚ। ਜਿਹੜੀ ਲੋਕ ਮੁਦਰਾ ਸੀ ਉਹ ਅਗਸਤਿਆ ਦੀ ਪਤਨੀ ਸੀ, ਰਿਸ਼ੀ ਅਗਸਤਿਆ ਦੀ ਪਤਨੀ ਸੀ। ਠੀਕ ਹੈ, ਇਹ 5 ਔਰਤਾਂ ਦੇ ਨਾਮ ਤੁਸੀਂ ਯਾਦ ਰੱਖਣੇ: ਘੋਸ਼ਾ, ਅਪਲਾ, ਸਿਕਤਾ, ਵਿਸ਼ਵਰਾ ਤੇ ਲੋਕ ਮੁਦਰਾ ਰਿਸ਼ੀ ਅਗਸਤਿਆ ਦੀ ਪਤਨੀ ਸੀ। ਰਿਗਵੇਦ ਦੇ ਵਿੱਚ ਹੇਠ ਲਿਖੀਆਂ ਵਿਦਵਾਨ ਔਰਤਾਂ ਦੇ ਵਿੱਚੋਂ ਕਿਸ ਦਾ ਜ਼ਿਕਰ ਹੈ? ਠੀਕ ਹੈ ਜੀ। ਆਪਾਂ ਪੜ੍ਹ ਕੇ ਗਏ ਘੋਸ਼ਾ, ਅਪਲਾ ਆ ਗਿਆ ਜੀ। ਠੀਕ ਹੈ, ਅਪਲਾ ਦਾ ਜ਼ਿਕਰ। ਜਿਹੜੀ ਕਾਤਿਆਨੀ ਤੇ ਮੈਤਰੀ, ਠੀਕ ਹੈ, ਇਹਦਾ ਜ਼ਿਕਰ ਨਹੀਂਗਾ, ਇਹਦਾ ਪਤਨੀਆਂ ਸੀਗੀਆਂ ਮਹਾਰਿਸ਼ੀ ਜਾਗਲਵਯ ਦੀਆਂ। ਠੀਕ ਹੈ, ਇਹਨਾਂ ਦਾ ਜ਼ਿਕਰ ਰਿਗਵੇਦ ਵਿੱਚ ਨਹੀਂ ਹੈ, ਧਿਆਨ 'ਚ ਰੱਖ ਲੈਣਾ। ਠੀਕ ਹੈ, ਤੇ ਗਾਰਗੀ ਹੈ, ਇਹਦਾ ਜ਼ਿਕਰ ਵੀ ਰਿਗਵੇਦ ਵਿੱਚ ਨਹੀਂ, ਪਰ ਇਹ ਬਹੁਤ ਵਧੀਆ ਬੁਲਾਰਾ ਸੀ ਗਾਰਗੀ। ਠੀਕ ਹੈ, ਆਪਣੇ ਕੋਲ ਜਿਹੜਾ ਘੋਸ਼ਾ, ਅਪਲਾ, ਲੋਕ ਮੁਦਰਾ, ਸਿਕਤਾ ਤੇ ਵਿਸ਼ਵਰਾ, ਠੀਕ ਹੈ, ਇਹਨਾਂ ਦਾ ਹੀ ਰਿਗਵੇਦ ਦੇ ਵਿੱਚ ਜ਼ਿਕਰ ਕੀਤਾ ਗਿਆ 5 ਦਾ। ਰਿਗਵੇਦ ਦੇ ਕਿਸ ਦੇਵਤੇ ਨੂੰ ਅਸੁਰਾਂ ਦੀ ਉਪਾਧੀ ਦਿੱਤੀ ਗਈ ਹੈ? ਠੀਕ ਹੈ ਜੀ। ਇਹ ਵਰਨ ਨੂੰ ਦਿੱਤੀ ਗਈ ਹੈ। ਤੀਸਰਾ ਇਹ ਸਭ ਤੋਂ ਵੱਡਾ ਦੇਵਤਾ ਸੀਗਾ। ਪਹਿਲੇ ਨੰਬਰ ਤੇ ਇੰਦਰ, ਨੰਬਰ 2 ਤੇ ਅਗਨੀ, ਤੀਜੇ ਤੇ ਵਰਨ। ਠੀਕ ਹੈ, ਇਹਨੂੰ ਅਸੁਰਾਂ ਦੀ ਉਪਾਧੀ ਦਿੱਤੀ ਗਈ ਹੈ। ਹਾਂਜੀ, ਰਿਗਵੇਦਿਕ ਆਰੀਅਨ ਦਾ ਮੁੱਢਲਾ ਜੀਵਨ ਕਬਾਇਲੀ ਸੀਗਾ, ਇਸ ਲਈ ਉਹਨਾਂ ਦੇ ਦੇਵਤੇ ਕੁਦਰਤੀ ਪ੍ਰਕਿਰਤਿਕ ਸ਼ਕਤੀਆਂ ਦੇ ਪ੍ਰਤੀਕ ਸਨ, ਯਾਨੀ ਕਿ ਜਿਹੜੇ ਆਰੀਅਨ ਲੋਕਾਂ ਦੇ ਜਿਹੜੇ ਦੇਵਤੇ ਸੀਗੇ। ਠੀਕ ਹੈ, ਇਹ ਰਿਗਵੇਦਿਕ ਦੀ ਗੱਲ ਹੋ ਰਹੀ ਹੈ। 2 ਹਿੱਸਿਆਂ 'ਚ ਆਪਾਂ ਵੈਦਿਕ ਕਾਲ ਨੂੰ ਮੰਨਦੇ ਹਾਂ, ਇੱਕ ਰਿਗਵੇਦਿਕ ਕਾਲ ਹੈ, ਇੱਕ ਉੱਤਰ ਵੈਦਿਕ ਕਾਲ ਹੈ। ਇਹ ਪਹਿਲਾਂ ਵਾਲਾ ਦੀ ਗੱਲ ਹੋ ਰਹੀ ਹੈ। ਇਹਦੇ ਵਿੱਚ ਜਿਹੜੀ ਕੁਦਰਤੀ ਸ਼ਕਤੀਆਂ ਦੇ ਵਿੱਚ ਜਿਵੇਂ ਆਸਮਾਨ ਦੇ ਦੇਵਤਾ, ਪਲਾਟ ਤੇ ਧਰਤੀ ਦੇ ਜਿਹੜੇ ਦੇਵਤੇ ਆ, ਇਹਨਾਂ ਦੇ ਵਿੱਚ ਹੀ ਸ਼ਕਤੀਆਂ ਦੇਵਤਿਆਂ ਨੂੰ ਮੰਨਿਆ ਜਾਂਦਾ ਸੀ। ਰਿਗਵੇਦਿਕ ਪਦ ਦਾ ਤੀਜਾ ਪ੍ਰਮੁੱਖ ਦੇਵਤਾ ਵਰਨ ਸੀ। ਠੀਕ ਹੈ ਜੀ। ਪਹਿਲਾ ਦੇਵਤਾ ਜਿਹੜਾ ਹੈਗਾ ਉਹ ਆਪਣੇ ਕੋਲ ਇੰਦਰ ਹੈ, ਦੂਸਰਾ ਅਗਨੀ ਹੈ, ਤੀਸਰਾ ਵਰਨ ਹੈ। ਠੀਕ ਹੈ, ਤੇ ਵਰਨ ਹੈ ਉਹ ਜਲ ਦੇਵਤਾ ਸੀਗਾ, ਇਹ ਧਿਆਨ 'ਚ ਰੱਖ ਲੈਣਾ। ਇਹਨੂੰ ਰੁੱਤਾਂ ਦਾ ਦੇਵਤਾ ਵੀ ਕਿਹਾ ਜਾਂਦਾ ਸੀਗਾ।
ਤੇ ਮੌਸਮ ਦੀਆਂ ਘਟਨਾਵਾਂ ਸੰਬੰਧੀ ਸਾਰੇ ਜਿਹੜੇ ਘਟਨਾਵਾਂ ਦਾ ਪ੍ਰਬੰਧਕ ਵੀ ਇਸ ਨੂੰ ਮੰਨਿਆ ਜਾਂਦਾ ਸੀ। ਈਰਾਨੀ ਗ੍ਰੰਥ ਜਿਹਦਾ ਨਾਮ ਹੈ ਜਿੰਦ ਅਵੇਸਤਾ, ਉਹਦੇ ਵਿੱਚ ਇਹਨੂੰ ਅਸੁਰ ਕਿਹਾ ਗਿਆ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ ਕਿਉਂ ਈਰਾਨੀ ਗ੍ਰੰਥ ਦੇ ਵਿੱਚ ਕਿਹਾ ਗਿਆ। ਰਿਗਵੈਦਿਕ ਆਰੀਅਨ ਦਾ ਸਭ ਤੋਂ ਮਹੱਤਵਪੂਰਨ ਤੇ ਪ੍ਰਤਾਪੀ ਦੇਵਤਾ ਇੰਦਰ ਸੀ, ਨੰਬਰ 1 ਦਾ ਦੇਵਤਾ ਇੰਦਰ ਸੀ। ਠੀਕ ਹੈ ਜੀ, ਰਿਗਵੇਦ ਦਾ ਜਿਹੜਾ ਪਹਿਲਾ ਮੰਤਰ ਹੈ ਉਹ ਅਗਨੀ ਦੀ ਉਸਤਤ ਦੇ ਨਾਲ ਸ਼ੁਰੂ ਹੁੰਦਾ ਹੈ ਤੇ ਅਗਨੀ ਦੇਵਤਾ 2 ਨੰਬਰ ਦਾ ਦੇਵਤਾ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖ ਲੈਣਾ। ਰੁੱਤਾਂ ਦਾ ਦੇਵਤਾ ਵਰਨ, ਜਲ ਦੇਵਤਾ ਵਰਨ। ਠੀਕ ਹੈ, ਮੌਸਮਾਂ ਤੇ ਘਟਨਾਵਾਂ ਦੀ ਪ੍ਰਕਿਰਤੀ ਨੂੰ ਕੰਟਰੋਲ ਕਰਨ ਵਾਲਾ ਉਹ ਵੀ ਵਰਨ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਾਂਜੀ, ਵੈਦਿਕ ਨਦੀ ਕੁੱਬਾ ਦਾ ਸਥਾਨ ਇਹਨਾਂ ਵਿੱਚੋਂ ਕਿੱਥੇ ਨਿਰਧਾਰਿਤ ਹੋਣਾ ਚਾਹੀਦਾ ਹੈ? ਇਹ ਅਫਗਾਨਿਸਤਾਨ ਦੇ ਵਿੱਚ ਕੁੱਬਾ। ਰਿਗਵੇਦ ਦੇ ਵਿੱਚ ਜ਼ਿਕਰ ਕੀਤੇ ਗਏ ਕੁੱਬਾ, ਜਿਹਨੂੰ ਕਾਬੁਲ ਕਹਿੰਦੇ ਆ, ਕੁੰਮੂ ਕੋਰਮ ਕਹਿੰਦੇ ਆ, ਗੋਮਤੀ ਗੋਮਲ ਤੇ ਸੁਵਾਲੂ ਸਵਾਤ, ਇਹ ਨਦੀਆਂ ਸਾਰੀਆਂ ਅਫਗਾਨਿਸਤਾਨ 'ਚ ਵਗਦੀਆਂ। ਠੀਕ ਹੈ, ਇੱਥੋਂ ਇਹ ਸਪਸ਼ਟ ਹੁੰਦਾ ਕਿ ਆਰੀਆ ਲੋਕਾਂ ਦਾ ਅਫਗਾਨਿਸਤਾਨ ਨਾਲ ਗੂੜਾ ਸੰਬੰਧ ਸੀ ਤੇ ਕਈ ਹਿਸਟੋਰੀਅਨ ਤੇ ਇਹੋ ਜਿਹੇ ਜਿਹੜੇ ਕਹਿੰਦੇ ਆ ਵੀ ਸ਼ਾਇਦ ਆਰੀਆ ਲੋਕ ਅਫਗਾਨਿਸਤਾਨ ਤੋਂ ਹੀ ਆਏ ਹੋਣ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਸਤਲੁਜ ਦਰਿਆ ਦਾ ਪ੍ਰਾਚੀਨ ਨਾਂ ਕੀ ਸੀ? ਠੀਕ ਹੈ, ਸਤਲੁਜ ਦਾ ਨਾਂ ਸੀ ਸਤੁਤਰੀ। ਠੀਕ ਹੈ ਜੀ, ਧਿਆਨ ਰੱਖਣਾ। ਬਿਆਸ ਨੂੰ ਵਿਪਾਸ਼ਾ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਤੇ 80 ਕਨੀਆਂ ਜਿਹੜਾ ਉਹ ਚਨਾਬ ਨੂੰ ਕਿਹਾ ਜਾਂਦਾ ਸੀ। ਹਾਂਜੀ, ਰਿਗਵੇਦ ਵਿੱਚ ਸਪਤ ਸਿੱਧੂ ਖੇਤਰ ਦੀਆਂ 7 ਨਦੀਆਂ ਦਾ ਜ਼ਿਕਰ ਕੀਤਾ ਗਿਆ। ਇਹ ਨਦੀਆਂ ਸਰਸਵਤੀ, ਵਿਪਾਸ਼ਾ, ਪਰੁਸ਼ਨੀ, ਵਿਤਸਤਾ, ਸਿੰਧੂ, ਸਤੁਤਰੀ ਤੇ 80 ਕਨੀਆਂ। ਹਾਂਜੀ, ਜਿਹੜਾ ਬਿਆਸ ਹੈ ਉਹਨੂੰ ਵਿਪਾਸ਼ਾ ਕਿਹਾ ਜਾਂਦਾ ਸੀ, ਰਾਵੀ ਨੂੰ ਪਰੁਸ਼ਨੀ ਕਿਹਾ ਜਾਂਦਾ ਸੀ ਤੇ ਸਤਲੁਜ ਨੂੰ ਸਤੁਤਰੀ ਕਿਹਾ ਜਾਂਦਾ ਸੀ, ਜੇਹਲਮ ਨੂੰ ਵਿਤਸਤਾ, ਚਨਾਬ ਨੂੰ 80 ਕਨੀ। ਠੀਕ ਹੈ ਜੀ, ਇਹ ਸਵਾਲ ਪੁੱਛਿਆ ਗਿਆ ਸਤਲੁਜ ਨੂੰ ਕੀ ਕਹਿੰਦੇ? ਸਤੁਤਰੀ ਕਿਹਾ ਜਾਂਦਾ ਸੀ। ਠੀਕ ਹੈ ਜੀ, ਜੇਹਲਮ ਨੂੰ ਵਿਤਸਤਾ, ਰਾਵੀ ਨੂੰ ਪਰੁਸ਼ਨੀ, ਬਿਆਸ ਨੂੰ ਵਿਪਾਸ਼ਾ। ਠੀਕ ਹੈ, ਇਹ ਧਿਆਨ 'ਚ ਰੱਖ ਲੈਣਾ, ਬਹੁਤ ਇੰਪੋਰਟੈਂਟ ਹੈ ਇਹ। ਪੂਰਵ ਵੈਦਿਕ ਕਾਲ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਵਟਾਂਦਰਾ ਕਰਨ ਲਈ ਇੱਕ ਪ੍ਰਸਿੱਧ ਮਾਧਿਅਮ ਸੀ? ਠੀਕ ਹੈ ਜੀ, ਉਹ ਸੀ ਗਾਂ। ਠੀਕ ਹੈ, ਗਾਂ ਜਿਹੜਾ ਹੈ ਵਟਾਂਦਰੇ ਦਾ ਇੱਕ ਮੁੱਖ ਸਾਧਨ ਸੀਗਾ। ਹਾਂਜੀ, ਰਿਗਵੈਦਿਕ ਆਰੀਅਨ ਦਾ ਮੁੱਢਲਾ ਜੀਵਨ ਅਸਥਾਈ ਸੀ, ਇਸ ਲਈ ਉਹਨਾਂ ਦੇ ਜੀਵਨ ਵਿੱਚ ਖੇਤੀਬਾੜੀ ਨਾਲੋਂ ਪਸ਼ੂ ਪਾਲਣ ਦਾ ਕੰਮ ਜ਼ਿਆਦਾ ਮਹੱਤਵਪੂਰਨ ਸੀ। ਕਹਿਣ ਦਾ ਮਤਲਬ ਇਹ ਹੈ ਵੀ ਇਹ ਕਬਾਇਲੀ ਟ੍ਰਾਈਬ ਸੀ, ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਘੁੰਮਦੇ ਸੀ, ਇਸ ਕਰਕੇ ਪਸ਼ੂਆਂ ਨੂੰ ਆਪਣੇ ਨਾਲ ਹੀ ਰੱਖਦੇ ਸੀਗੇ ਤੇ ਪਸ਼ੂ ਪਾਲਣਾ ਇਹਨਾਂ ਦਾ ਮਹੱਤਵਪੂਰਨ ਕੰਮ ਸੀ ਤੇ ਖੇਤੀ ਨੰਬਰ 2 ਦਾ ਕੰਮ ਸੀਗਾ। ਪਸ਼ੂਆਂ ਵਿੱਚੋਂ ਗਾਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀ ਕਿ ਗਾਂ ਨੂੰ ਪ੍ਰਾਪਰਟੀ, ਜਾਇਦਾਦ, ਜ਼ਮੀਨ ਮੰਨਿਆ ਜਾਂਦਾ ਸੀਗਾ। ਵਪਾਰ ਜਿਹੜਾ ਹੈਗਾ ਉਹ ਬਾਰਟਰ ਸਿਸਟਮ ਦੇ ਆਧਾਰ ਸੀ, ਜਾਣੀ ਕਿ ਵਸਤੂ ਦਾ ਵਸਤੂ ਨਾਲ ਵਟਾਂਦਰਾ ਹੁੰਦਾ ਸੀ ਤੇ ਗਾਂ ਬਾਰਟਰ ਦਾ ਇੱਕ ਸਭ ਤੋਂ ਪ੍ਰਸਿੱਧ ਮਾਧਿਅਮ ਸੀ। ਨਿਸ਼ਕ ਉਸ ਸਮੇਂ ਮੁਦਰਾ ਵੀ ਚੱਲੀ ਸੀ, ਉਹਨੂੰ ਨਿਸ਼ਕ ਕਿਹਾ ਜਾਂਦਾ ਸੀਗਾ। ਇਹ ਵੀ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਇਹਦੀ ਵਰਤੋਂ ਦੱਸੀ ਗਈ ਹੈ। ਬੈਕੋਨੈਟ, ਜਿਹਨੂੰ ਸੂਦਖੋਰੀ ਕਹਿੰਦੇ ਆ, ਇਹ ਸਭ ਤੋਂ ਜ਼ਿਆਦਾ ਵਿਆਜ ਵਸੂਲ ਕਰਦੇ ਸੀ, ਬੈਕੋਨੈਟ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਸਾਰੇ ਇੰਪੋਰਟੈਂਟ ਫੈਕਟਰ ਜੀ। ਵੈਦਿਕ ਯੁੱਗ ਪਰੰਪਰਾ ਦੇ ਵਿੱਚ ਹੋਤਾ ਦਾ ਸੰਬੰਧ ਕਿਹਦੇ ਨਾਲ ਹੈ? ਹਾਂਜੀ, ਹੋਤਾ ਜਿਹੜਾ ਹੈ ਉਹਦਾ ਸੰਬੰਧ ਰਿਗਵੇਦ ਦੇ ਨਾਲ ਹੈ। ਜੋ ਰਿਗਵੇਦ ਦੇ ਭਜਨਾਂ ਦਾ ਉਚਾਰਨ ਕਰਦੇ ਆ ਉਹਨੂੰ ਹੋਤਾ ਕਹਿੰਦੇ ਆਪਾਂ। ਠੀਕ ਹੈ ਜੀ, ਰਿਗਵੇਦ ਆਰੀਅਨ ਲੋਕਾਂ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ ਤੇ ਰਿਗਵੇਦ ਦੇ ਭਜਨ ਵੱਖ-ਵੱਖ ਦੇਵਤਿਆਂ ਦੀਆਂ ਪ੍ਰਸ਼ੰਸਾਵਾਂ ਦੇ ਨਾਲ ਭਰੇ ਹੋਏ ਆ। ਠੀਕ ਹੈ, ਤੇ ਇਹ ਜਿਹੜੇ ਭਜਨਾਂ ਦਾ ਪ੍ਰਮੁੱਖ ਕੇਂਦਰ ਆ ਉਹ ਭਗਤੀ ਸੀ ਤੇ ਰਿਗਵੇਦ ਦੇ ਬਹੁਤੇ ਮੰਤਰ ਦੇਵਤਿਆਂ ਨੂੰ ਆਹਵਾਨ ਦੇ ਲਈ ਨਾਲ ਸੰਬੰਧਿਤ ਹੈ, ਦੇਵਤਿਆਂ ਨੂੰ ਨਿਮੰਤਰਣ ਦੇ ਨਾਲ ਸੰਬੰਧਿਤ ਹੈ। ਰਿਗਵੇਦ ਦੇ ਮੰਤਰਾਂ ਦਾ ਜਾਪ ਕਰਨ ਵਾਲੇ ਜਿਹੜੇ ਪੁਜਾਰੀ ਆ ਉਹਨੂੰ ਹੋਤਾ ਕਿਹਾ ਜਾਂਦਾ। ਠੀਕ ਹੈ, ਜਾਂ ਜਗ ਕਰਨ ਵਾਲੇ, ਜਗ ਦੌਰਾਨ ਜਿਹੜੇ ਮੰਤਰ ਪੜ੍ਹਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਹੋਤਾ ਕਿਹਾ ਜਾਂਦਾ ਉਹਨਾਂ ਨੂੰ। ਠੀਕ ਹੈ ਜੀ, ਇਹ ਧਿਆਨ ਰੱਖਣਾ ਇੰਪੋਰਟੈਂਟ ਹੈ। ਰਿਗਵੇਦ ਵੇਦਾਂ ਦਾ ਸੰਕਲਨ ਮਹਾਰਿਸ਼ੀ ਕ੍ਰਿਸ਼ਨ ਦ੍ਰੇਪਿਆਨ ਨੇ ਕੀਤਾ ਸੀਗਾ, ਬਾਅਦ ਵਿੱਚ ਉਹਨੂੰ ਵੇਦ ਵਿਆਸ ਵੀ ਕਿਹਾ ਜਾਣ ਲੱਗ ਪਿਆ। ਠੀਕ ਹੈ ਜੀ, ਮਹਾਰਿਸ਼ੀ ਕ੍ਰਿਸ਼ਨ ਦ੍ਰੇਪਿਆਨ ਨੇ ਪਹਿਲੀ ਵਾਰ 4 ਵਰਨਾਂ ਦਾ ਜ਼ਿਕਰ ਕੀਤਾ ਗਿਆ। ਉਹ ਕਿੱਥੇ ਕੀਤਾ ਗਿਆ? ਉਹ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ 4 ਵਰਨਾਂ ਦਾ ਜ਼ਿਕਰ ਕੀਤਾ ਗਿਆ। ਹਾਂਜੀ, ਇਹ ਇੰਪੋਰਟੈਂਟ ਹੈ ਸਾਰਾ ਫੈਕਟ, ਧਿਆਨ ਰੱਖਣੇ ਇਹ। 10ਵੇਂ ਮੰਡਲ ਦੇ ਵਿੱਚ ਪੁਰਸ਼ ਸੁਕਤ, ਧਿਆਨ ਰੱਖਣਾ, ਵਿੱਚ 4 ਵਰਨਾਂ ਦਾ ਜ਼ਿਕਰ ਕੀਤਾ ਗਿਆ ਤੇ 4 ਵਰਨਾਂ ਦੀ ਉਤਪਤੀ ਬਾਰੇ ਦੱਸਿਆ ਗਿਆ ਕਿ ਵਿਰਾਟ ਪੁਰਸ਼ ਦੇ ਮੂੰਹ ਤੋਂ ਬ੍ਰਾਹਮਣਾਂ ਦੀ ਉਤਪਤੀ ਹੋਈ ਹੈ, ਵਿਰਾਟ ਪੁਰਸ਼ ਦੇ ਬਾਹਾਂ ਤੋਂ ਕਸ਼ਤਰੀਆਂ ਦੀ, ਪੱਟਾਂ ਤੋਂ ਵੈਸ਼ ਦੀ ਤੇ ਪੈਰਾਂ ਤੋਂ ਸ਼ੂਦਰਾਂ ਦੀ ਜਿਹੜੀ ਹੈ ਉਹਦਾ ਜਨਮ ਹੋਇਆ। ਠੀਕ ਹੈ ਜੀ। ਹਾਂਜੀ, ਨਿਯੋਗ ਪ੍ਰਣਾਲੀ, ਇਹ ਇੱਕ ਵਿਆਹ ਦੀ ਪ੍ਰਣਾਲੀ ਹੈ ਤੇ ਨਿਯੋਗ ਪ੍ਰਣਾਲੀ ਦੇ ਨਾਲ ਜਦੋਂ ਬੱਚਾ ਪੈਦਾ ਹੋਣ ਨੂੰ ਖੇਤਰਜਾ ਕਿਹਾ ਜਾਂਦਾ ਸੀਗਾ ਰਿਗਵੇਦ ਦੇ ਵਿੱਚ, ਤੇ ਜਿਹੜੀਆਂ ਕੁੜੀਆਂ ਸਾਰੀ ਉਮਰ ਵਿਆਹ ਨਹੀਂ ਕਰਾਉਂਦੀਆਂ ਸੀ ਉਹਨੂੰ ਆਮਜੂ ਕਿਹਾ ਜਾਂਦਾ ਸੀ, ਆਮਜੂ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ ਇੰਪੋਰਟੈਂਟ ਹੈ, ਆਮਜੂ ਕਿਹਾ ਜਾਂਦਾ ਸੀ। ਠੀਕ ਹੈ ਜੀ। ਪੂਰਵ ਵੈਦਿਕ ਆਰੀਅਨ ਦਾ ਮੁੱਖ ਕਿੱਤਾ ਕੀ ਸੀ? ਠੀਕ ਹੈ ਜੀ, ਜਿਹੜੇ ਮੁੱਖ ਕਿੱਤਾ ਸੀ ਇਹਨਾਂ ਦਾ ਪਸ਼ੂ ਪਾਲਣ, ਕਿਉਂਕਿ ਇਹ ਜਿਹੜੇ ਆਰੀਅਨ ਲੋਕ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਘੁੰਮਦੇ ਸੀਗੇ, ਇਹ ਟ੍ਰਾਈਬ ਲੋਕ ਸੀ, ਕਬਾਇਲੀ ਲੋਕ ਸੀ ਤੇ ਪਸ਼ੂ ਪਾਲਣਾ ਇਹਨਾਂ ਦਾ ਮੁੱਖ ਕਿੱਤਾ ਤੇ ਖੇਤੀਬਾੜੀ ਨੰਬਰ 2 ਦਾ ਕਿੱਤਾ ਸੀ। ਰਿਗਵੇਦਿਕ ਆਰੀਅਨ ਦਾ ਮੁੱਢਲਾ ਜੀਵਨ ਅਸਥਾਈ ਸੀ, ਪਸ਼ੂ ਪਾਲਣਾ ਇਹਨਾਂ ਦੇ ਜੀਵਨ ਦੇ ਵਿੱਚ ਖੇਤੀਬਾੜੀ ਨਾਲੋਂ ਬਹੁਤ ਜ਼ਿਆਦਾ ਮਹੱਤਵਪੂਰਨ ਸੀ। ਪਸ਼ੂਆਂ ਦੇ ਵਿੱਚ ਗਾਂ ਮਹੱਤਵਪੂਰਨ ਸੀ ਤੇ ਗਊਆਂ ਦੀ ਗਿਣਤੀ ਹੈ ਉਹ ਜਾਇਦਾਦ ਦੇ ਵਿੱਚ ਕੀਤੀ ਜਾਂਦੀ ਸੀ। ਰਿਗਵੇਦ ਵਿੱਚ 176 ਵਾਰ ਗਊਆਂ ਦਾ ਜ਼ਿਕਰ ਕੀਤਾ ਗਿਆ। ਠੀਕ ਹੈ ਜੀ, ਇਹ ਫੈਕਟ ਧਿਆਨ 'ਚ ਰੱਖ ਲੈਣੇ। ਰਿਗਵੇਦ ਵਿੱਚ ਜ਼ਿਕਰ ਕੀਤਾ ਗਿਆ ਪਨ ਸ਼ਬਦ ਕਿਹਦੇ ਨਾਲ ਸੰਬੰਧਿਤ ਹੈ ਦੱਸਣਾ? ਇਹ ਵਪਾਰ ਦੇ ਨਾਲ ਸੰਬੰਧਿਤ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। ਹਾਂਜੀ, ਰਿਗਵੇਦ ਵਿੱਚ ਵਰਣਪਨ ਦਾ ਸੰਬੰਧ ਵਪਾਰ ਵਣਜ ਦੇ ਨਾਲ ਹੈ। ਲੋਕ ਪਸ਼ੂ ਖਾਸ ਕਰਕੇ ਗਾਵਾਂ ਦੀ ਚੋਰੀ ਕਰਨ ਦੇ ਲਈ ਬਦਨਾਮ ਸੀ ਉਹਨਾਂ ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਗਾਂ ਹੈ ਉਹਨੂੰ ਪ੍ਰਾਪਰਟੀ, ਜ਼ਮੀਨ ਜਾਇਦਾਦ ਮੰਨਿਆ ਜਾਂਦਾ ਸੀ ਤੇ ਵਪਾਰ ਦਾ ਬਾਰਟਰ ਸਿਸਟਮ ਦਾ ਆਧਾਰ ਵੀ ਗਾਂ ਸੀ ਜ਼ਿਆਦਾ। ਰਿਗਵੇਦ ਦੇ ਵਿੱਚ ਇੱਕ ਹੋਰ ਕਿਸਮ ਦੇ ਵਪਾਰੀ ਸੀ ਵਰਬੂ। ਠੀਕ ਹੈ, ਉਹਦਾ ਵੀ ਜ਼ਿਕਰ ਕੀਤਾ ਗਿਆ, ਵਰਬੂ ਨਾਂ ਦੇ ਵਪਾਰੀ ਦਾ, ਜੋ ਦਾਨਸ਼ੀਲ ਸੀ, ਬਹੁਤ ਜ਼ਿਆਦਾ ਦਾਨੀ ਸੀ। ਰਿਗਵੇਦ ਦੇ ਵਿੱਚ ਤਰਖਾਨ, ਰਥਕਾਰ, ਜੁਲਾਹੇ, ਚਮਿਆਰ, ਘੁਮਿਆਰ ਆਦਿ ਕਾਰੀਗਰਾਂ ਦਾ ਵਰਣਨ ਕੀਤਾ ਗਿਆ। ਠੀਕ ਹੈ ਜੀ। ਰਿਗਵੇਦ ਦੇ ਵਿੱਚ ਤਰਖਾਨ ਦੇ ਲਈ ਤਕਸ਼ਨ ਸ਼ਬਦ ਦਾ ਵਰਤੋਂ ਕੀਤੀ ਗਈ ਹੈ ਤੇ ਧਾਤੂ ਨਾਲ ਕੰਮ ਕਰਨ ਵਾਲਿਆਂ ਲਈ ਕਰਮਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਜਾਸ਼ ਸ਼ਬਦ ਇਹ ਤਾਂਬੇ ਤੇ ਪਿੱਤਲ ਦੇ ਸ਼ਬਦ ਲਈ ਵਰਤਿਆ ਗਿਆ ਹੈ ਤੇ ਸੋਨੇ ਲਈ, ਤਾਂਬੇ ਤੇ ਪਿੱਤਲ ਲਈ ਅਜਾਸ਼ ਤੇ ਸੋਨੇ ਦੇ ਲਈ ਅਰਹਨ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤੇ ਸਿੱਧੂ ਨਦੀ ਨੂੰ ਹਿਰਨੀ ਨਦੀ ਸ਼ਬਦ ਵਰਤਿਆ ਗਿਆ ਕਿਉਂਕਿ ਸੋਨਾ ਸਿੱਧੂ ਨਦੀ ਤੋਂ ਪ੍ਰਾਪਤ ਕੀਤਾ ਜਾਂਦਾ ਸੀ। ਠੀਕ ਹੈ ਜੀ, ਸੋਨੇ ਨੂੰ ਹਰਿਆਣ ਕਹਿੰਦੇ ਆ, ਹਿੰਦੀ ਦਾ ਵਰਡ ਹੈ ਤੇ ਜਿਹੜਾ ਸਿੱਧੂ ਨਦੀ ਆ ਉਹਦੇ ਲਈ ਹਿਰਨੀ ਸ਼ਬਦ ਦਾ ਵਰਤੋਂ ਕੀਤੀ ਜਾਂਦੀ ਸੀ।
ਠੀਕ ਹੈ, ਇਹਦੇ ਵਿੱਚ ਜਈਆ ਰਹਿ ਗਿਆ, ਤੁਸੀਂ ਪਾ ਲਿਓ। ਰਿਗਵੇਦ ਕਾਲ ਦੇ ਵਿੱਚ ਨਿਸ਼ਕ ਗਹਿਣਾ ਕੀ ਸੀਗਾ? ਇਹ ਜਿਹੜਾ ਗਰਦਨ ਵਿੱਚ ਪਾਉਣ ਵਾਲਾ ਇੱਕ ਨਿਸ਼ਕ ਗਹਿਣਾ ਸੀ, ਤੇ ਨਿਸ਼ਕ ਮੁਦਰਾ ਵੀ ਸੀ, ਇਹ ਵੀ ਧਿਆਨ 'ਚ ਰੱਖ ਲਿਓ। ਗਾਇਤਰੀ ਮੰਤਰ ਦਾ ਸੰਬੋਧਨ ਕੀਤਾ ਗਿਆ ਹੈ। ਇਹ ਗਾਇਤਰੀ ਮੰਤਰ ਦਾ ਜਿਹੜਾ ਸੰਬੋਧਨ ਹੈ ਉਹ ਸਵਿਤਾ ਨੂੰ ਕੀਤਾ ਗਿਆ, ਸੂਰਜ ਨੂੰ ਕੀਤਾ ਗਿਆ। ਮਿੱਤਰ ਵੀ ਸੂਰਜ ਹੁੰਦਾ ਹੈ ਤੇ ਸਵਿਤਾ ਵੀ ਸੂਰਜ ਹੁੰਦਾ ਹੈ। ਇਹ ਆਪਾਂ ਗਾਂ ਪੜ੍ਹਦੇ ਦੀ ਐਕਸਪਲੇਨੇਸ਼ਨ। ਗਾਇਤਰੀ ਮੰਤਰ ਦਾ ਜਿਹੜਾ ਜ਼ਿਕਰ ਹੈ ਰਿਗਵੇਦ ਦੇ ਤੀਜੇ ਮੰਡਲ ਵਿੱਚ ਕੀਤਾ ਗਿਆ। ਸਭ ਤੋਂ ਪਹਿਲੀ ਗੱਲ ਤਾਂ ਇਹ ਰੱਖ ਲੈਣਾ, ਰਿਗਵੇਦ ਵਿੱਚ ਤੇ ਤੀਜੇ ਮੰਡਲ ਵਿੱਚ। ਇਸ ਮੰਡਲ ਦਾ ਲੇਖਕ ਵਿਸ਼ਵਾਮਿੱਤਰ ਸੀ, ਤੇ ਇਹ ਮੰਤਰ ਹੈ ਜਿਹੜਾ ਸਵਿਤਾ ਜਾਂ ਸੂਰਜ ਦੇਵਤਾ ਲਈ ਸਮਰਪਿਤ ਹੈ। ਜਦੋਂ ਸੂਰਜ ਚਮਕਣ ਲੱਗ ਪੈਂਦਾ ਤਾਂ ਉਹਨੂੰ ਸਵਿਤਾ ਕਿਹਾ ਜਾਂਦਾ ਤੇ ਚੜ੍ਹਦੇ ਸੂਰਜ ਨੂੰ ਮਿੱਤਰਾ ਕਿਹਾ ਜਾਂਦਾ। ਇਹ ਫੈਕਟ ਧਿਆਨ 'ਚ ਰੱਖ ਲੈਣੇ। ਹੇਠਾਂ ਦਿੱਤੇ ਕਥਨਾਂ ਤੇ ਗੌਰ ਕਰਨੀ ਹੈ ਤੇ ਸਹੀ ਕੋਡ ਦੀ ਚੋਣ ਕਰਨੀ ਹੈ। ਰਿਗਵੇਦੀ ਕਾਲ ਇੱਕ ਪੇਂਡੂ ਸੱਭਿਅਤਾ ਸੀ, ਬਿਲਕੁਲ ਰਾਈਟ ਹੈ, ਇਹ ਪੇਂਡੂ ਸੀ। ਸਿੱਧੂ ਘਾਟੀ ਦੀ ਸੱਭਿਅਤਾ ਜਿਹੜੀ ਉਹ ਸ਼ਹਿਰੀ ਸੀ। ਰਿਗਵੇਦੀ ਕਾਲ ਵਿੱਚ ਖੇਤੀਬਾੜੀ ਤੇ ਪਸ਼ੂ ਪਾਲਣ ਮੁੱਖ ਕਿੱਤੇ ਸਨ, ਇਹ ਵੀ ਬਿਲਕੁਲ ਸਹੀ ਹੈ। ਠੀਕ ਹੈ ਜੀ, ਖੇਤੀਬਾੜੀ ਤੇ ਪਸ਼ੂ ਪਾਲਣ, ਕਿਉਂਕਿ ਉਹ ਕਬਾਇਲੀ ਸੀਗੇ, ਘੁੰਮਦੇ ਫਿਰਦੇ ਸੀਗੇ। ਪਸ਼ੂ ਪਾਲਣ ਮੁੱਖ ਕਿੱਤਾ ਸੀ, ਖੇਤੀਬਾੜੀ ਨੰਬਰ 2 ਦਾ ਕੀਤਾ ਸੀ। ਹਾਂਜੀ, ਇਸੇ ਕਰਕੇ ਇਹ ਦੋ ਕਿੱਤੇ ਹੋਣ ਕਰਕੇ ਇਹਨੂੰ ਕੀ ਆਪਾਂ ਵੈਦਿਕ ਕਾਲ ਨੂੰ ਪੇਂਡੂ ਸੱਭਿਅਤਾ ਕਹਿ ਸਕਦੇ ਹਾਂ? ਹਾਂਜੀ, ਕਹਿ ਸਕਦੇ ਹਾਂ। ਇਹਦਾ ਮਤਲਬ ਇਹ ਤੇ ਆਰ ਦੋਨੋਂ ਸੱਚ ਹੈ ਤੇ ਆਰ ਇਹ ਦੀ ਸਹੀ ਵਿਆਖਿਆ ਕਰਦਾ ਜੀ। ਸਿੱਧੂ ਸੱਭਿਅਤਾ ਦੇ ਉਲਟ ਵੈਦਿਕ ਸੱਭਿਅਤਾ ਮੂਲ ਰੂਪ ਵਿੱਚ ਪੇਂਡੂ ਸੀ। ਠੀਕ ਹੈ, ਸਿੱਧੂ ਸੱਭਿਅਤਾ ਦੇ ਉਲਟ ਜਾਣੀ ਕਿ ਸ਼ਹਿਰੀ ਸੀ। ਆਰੀਅਨ ਦਾ ਮੁੱਢਲਾ ਜੀਵਨ ਮੁੱਖ ਤੌਰ ਤੇ ਪਸ਼ੂ ਪਾਲਣਾ ਸੀ ਤੇ ਖੇਤੀਬਾੜੀ ਉਹਨਾਂ ਦਾ ਦੂਸਰਾ ਮੁੱਖ ਧੰਦਾ ਸੀ, ਸੈਕੰਡਰੀ ਕੀਤਾ ਸੀ। ਰਿਗਵੇਦ ਦੇ ਵਿੱਚ ਕੁੱਲ 10,580 ਛੰਦ ਹੈ, ਜਿਹਦੇ ਵਿੱਚ 24 ਵਾਰ ਖੇਤੀ ਦਾ ਜ਼ਿਕਰ ਕੀਤਾ ਗਿਆ। ਰਿਗਵੇਦ ਦੇ ਵਿੱਚ ਉਪਜਾਊ ਭੂਮੀ ਦੇ ਲਈ ਉਰਵਰਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਉਹ ਖੇਤ ਜਿੱਥੇ ਖੇਤੀ ਕੀਤੀ ਜਾਂਦੀ ਸੀ ਉਹਨੂੰ ਖੇਤਰ ਕਿਹਾ ਗਿਆ ਸੀ। ਜਿਹੜਾ ਖਿੱਲ ਜਾਂ ਖਿੱਲਿਆ ਸ਼ਬਦ ਦੀ ਵਰਤੋਂ ਉਸਰ ਭੂਮੀ, ਬੰਜਰ ਭੂਮੀ ਜਾਂ ਪਰਤਨੀ ਭੂਮੀ ਦੇ ਲਈ ਕੀਤੀ ਗਈ ਹੈ। ਹਲ ਦੇ ਲਈ ਲੰਗਲ ਸ਼ਬਦ ਦਾ ਪ੍ਰਯੋਗ ਕੀਤਾ ਗਿਆ, ਇਹ ਧਿਆਨ 'ਚ ਰੱਖ ਲਿਓ। ਤੇ ਬਲਦ ਦੇ ਲਈ ਵਰਿਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਸਾਰੇ ਰਿਗਵੇਦ ਵਿੱਚ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਦੋਂ ਆਪਾਂ ਖੇਤ 'ਚ ਹਲ ਚਲਾਉਂਦੇ ਹਾਂ ਤਾਂ ਨਾਲੀਆਂ ਜੀ ਬਣ ਜਾਂਦੀਆਂ, ਵੱਟਾਂ ਬਣ ਜਾਂਦੀਆਂ, ਉਹਨੂੰ ਸੀਤਾ ਕਿਹਾ ਜਾਂਦਾ। ਵੱਟਾਂ ਨੂੰ ਕੀ ਕਹਿੰਦੇ? ਸੀਤਾ। ਇਹ ਧਿਆਨ 'ਚ ਰੱਖ ਲੈਣੇ, ਸਾਰੇ ਫੈਕਟ ਇੰਪੋਰਟੈਂਟ ਹੈ। ਹਲ ਨੂੰ ਲੰਗਲ, ਬਲਦ ਨੂੰ ਵਰਿਕ ਕਿਹਾ ਗਿਆ ਹੈ। ਖਿੱਲ ਭੂਮੀ ਕਿਹੜੀ? ਉਸਰ ਭੂਮੀ, ਬੰਜਰ ਭੂਮੀ ਜਾਂ ਪਰਤੀ ਭੂਮੀ ਨੂੰ ਕਿਹਾ ਜਾਂਦਾ ਹੈ। ਤੇ ਉਪਜਾਊ ਭੂਮੀ ਨੂੰ ਉਰਵਰਾ ਕਿਹਾ ਗਿਆ ਤੇ ਜਿਹੜੀ ਖੇਤ ਉਹ ਖੇਤ ਜਿੱਥੇ ਖੇਤੀ ਹੁੰਦੀ ਉਹਨੂੰ ਖੇਤਰ ਕਿਹਾ ਜਾਂਦਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ। ਬਲੀ ਦੀਆਂ ਰਸਮਾਂ ਦੀ ਦੇਖ ਰੇਖ ਦੇ ਲਈ, ਠੀਕ ਹੈ, ਜਿਹੜਾ ਪੁਜਾਰੀ ਹੈ ਉਹਨੂੰ ਕੀ ਕਿਹਾ ਜਾਂਦਾ ਸੀ? ਉਹਨੂੰ ਬਰਮਾ ਕਿਹਾ ਜਾਂਦਾ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਬਲੀ ਦੀਆਂ ਰਸਮਾਂ ਦੀ ਨਿਗਰਾਨੀ ਕਰਨ ਵਾਲੇ ਪੁਜਾਰੀ ਨੂੰ ਬਰਮਾ ਕਿਹਾ ਜਾਂਦਾ ਸੀ। ਰਿਗਵੇਦ ਦੇ ਜਿਹੜੇ ਮੰਤਰ ਪੜ੍ਹਦਾ ਸੀ ਉਹਨੂੰ ਹੋਤਾ ਕਿਹਾ ਜਾਂਦਾ ਸੀ। ਸਾਮਵੇਦ ਦੇ ਮੰਤਰ ਪੜ੍ਹਨ ਵਾਲੇ ਪੁਜਾਰੀ ਨੂੰ ਉਦਗਤਾ। ਇਹ ਧਿਆਨ 'ਚ ਰੱਖਣੇ, ਸਾਰੇ ਇੰਪੋਰਟੈਂਟ ਹੈ। ਠੀਕ ਹੈ, ਕਹਿੰਦੇ ਜਜੁਰਵੇਦ ਦੇ ਕਰਮਕਾਂਡਾਂ ਕਰਨ ਵਾਲੇ ਪੁਜਾਰੀ ਨੂੰ, ਜਜੁਰਵੇਦ ਵਿੱਚ ਕਰਮਕਾਂਡ ਕਰਨ ਵਾਲੇ ਪੁਜਾਰੀ ਨੂੰ ਅਦਵਰਿਓ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਉਦਗਤਾ, ਅਦਵਰਿਓ ਤੇ ਹੋਤਾ, ਇਹ ਤਿੰਨੇ ਚੀਜ਼ਾਂ ਯਾਦ ਕਰ ਲੈਣੀਆਂ। ਤੇ ਬਲੀ ਦੇਣ ਵਾਲੇ ਇਹਨੂੰ ਕਿਹਾ ਜਾਂਦਾ ਸੀ ਬਰਮਾ। ਠੀਕ ਹੈ ਜੀ, ਹੋਤਾ ਰਿਗਵੇਦ ਦੇ ਵਿੱਚ ਪੁਜਾਰੀ ਨੂੰ ਕਿਹਾ ਜਾਂਦਾ ਸੀ, ਸਾਮਵੇਦ ਵਿੱਚ ਪੁਜਾਰੀ ਨੂੰ ਉਦਗਤਾ ਕਿਹਾ ਜਾਂਦਾ ਸੀ, ਜਜੁਰਵੇਦ ਵਿੱਚ ਪੁਜਾਰੀ ਨੂੰ ਅਦਵਰਿਓ ਕਿਹਾ ਜਾਂਦਾ ਸੀਗਾ। ਸਭਾ ਤੇ ਸੰਮਤੀ ਪ੍ਰਜਾਪਤੀ ਦੀਆਂ ਦੋ ਧੀਆਂ ਸਨ। ਇਹ ਕਿਸ ਵੇਦ ਵਿੱਚ ਕਿਹਾ ਗਿਆ ਹੈ? ਅਥਰਵਵੇਦ ਦੇ ਵਿੱਚ ਕਿਹਾ ਗਿਆ ਹੈ। ਸਭਾ ਤੇ ਸੰਮਤੀ ਹੈ ਜਿਹੜੀਆਂ ਪ੍ਰਜਾਪਤੀ ਦੀਆਂ ਦੋ ਧੀਆਂ। ਹਾਂਜੀ, ਅਥਰਵਵੇਦ ਦੇ ਵਿੱਚ ਸਭਾ ਸੰਮਤੀ ਨੂੰ ਪ੍ਰਜਾਪਤੀ ਦੀਆਂ ਦੋ ਧੀਆਂ ਕਿਹਾ ਗਿਆ ਹੈ। ਹਾਂਜੀ, ਅਥਰਵਵੇਦ ਬਾਰੇ ਪੜ੍ਹਦੇ ਹਾਂ। ਇਹ ਵੇਦ ਬਾਕੀ ਤਿੰਨਾਂ ਵੇਦਾਂ ਤੋਂ ਅਲੱਗ ਹੈ। ਇਸ ਦੇ ਵਿੱਚ 731 ਸੁਕਤ ਹੈ, ਜਾਦੂ ਟੂਣਿਆਂ ਮੰਤਰਾਂ ਦਾ ਸੰਗ੍ਰਹਿ ਹੈ, ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਦਾ ਵਰਣਨ ਵੀ ਅਥਰਵਵੇਦ ਵਿੱਚ ਕੀਤਾ ਗਿਆ ਹੈ। ਜਜੁਰਵੇਦ ਵਿੱਚ ਜੱਗਾਂ ਦੇ ਸਮੇਂ ਪੜ੍ਹੇ ਜਾਣ ਵਾਲੇ ਮੰਤਰ ਹੈ। ਠੀਕ ਹੈ, ਤੇ ਜੱਗ ਕਰਨ ਦੇ ਵਿਧੀ ਢੰਗ ਤਰੀਕੇ ਦੇ ਵਿੱਚ ਦੱਸੇ ਗਏ ਜਜੁਰਵੇਦ ਦੇ ਵਿੱਚ। ਸਾਮਵੇਦ ਹੈ ਜਿਹੜਾ, ਇਹਦੇ ਵਿੱਚ ਮਿੱਠੇ ਗੀਤ ਹੈ ਤੇ ਮਿੱਠੇ ਗੀਤਾਂ ਦਾ ਸਮੂਹ ਹੈ, ਸੰਗ੍ਰਹਿ ਹੈ। ਤੇ ਇਸ ਵੇਦ ਵਿੱਚ ਸਿਰਫ 75 ਨਵੇਂ ਮੰਤਰ ਹੈ, ਬਾਕੀ ਸਾਰੇ ਮੰਤਰ ਜਿਹੜੇ ਰਿਗਵੇਦ ਤੋਂ ਲਏ ਗਏ ਆ। ਠੀਕ ਹੈ ਜੀ, ਧਿਆਨ ਰੱਖ ਲੈਣਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਨੋਟ ਕਰ ਲੈਣਾ। ਆਰੀਆ ਸ਼ਬਦ ਦਾ ਅਰਥ ਕੀ ਹੈ? ਠੀਕ ਹੈ, ਇਹਦਾ ਮਤਲਬ ਸ੍ਰੇਸ਼ਟ ਜਾਂ ਉੱਤਮ। ਆਰੀਆ ਇੱਕ ਸੰਸਕ੍ਰਿਤ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਉੱਚਾ, ਉੱਤਮ ਜਾਂ ਸ੍ਰੇਸ਼ਟ। ਠੀਕ ਹੈ ਜੀ, ਰਿਗਵੇਦਿਕ ਜਿਹੜੇ ਆਰੀਅਨ ਦੀ ਭਾਸ਼ਾ ਸੰਸਕ੍ਰਿਤ ਸੀ, ਯਾਦ ਰੱਖ ਲੈਣਾ। ਇਹਨਾਂ ਦੀ ਭਾਸ਼ਾ ਜਿਹੜੀ ਸੀ ਉਹ ਸੀ ਸੰਸਕ੍ਰਿਤ, ਤੇ ਵੇਦ ਜਿਹੜੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਲਿਖੇ ਗਏ ਸੀ। ਠੀਕ ਹੈ ਜੀ, ਜਿਹੜਾ ਮਾਰੂਤ ਹੈ ਉਹਨੂੰ ਤੂਫਾਨ ਦਾ ਦੇਵਤਾ ਕਿਹਾ ਜਾਂਦਾ ਸੀ। ਅਸ਼ਵਿਨ ਆਰੀਅਨ ਦੇ ਇਲਾਜ ਦਾ ਦੇਵਤਾ ਸੀ, ਉਸਨੇ ਆਰੀਅਨ ਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਲੱਤਾਂ ਦੀ ਮੁਰੰਮਤ ਜਾਂ ਇਲਾਜ ਕੀਤਾ ਸੀਗਾ। ਠੀਕ ਹੈ, ਅਸ਼ਵਿਨ ਨੂੰ ਐਜ਼ ਅ ਡਾਕਟਰ ਲਿਆ ਜਾਂਦਾ ਸੀਗਾ। ਵਰਨ ਸੰਸਾਰ ਦਾ ਜਿਹੜਾ ਨਿਯੰਤਰਕ ਸੀਗਾ, ਦੇਵੀ ਦੇਵਤਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ, ਰੁੱਤਾਂ ਦਾ ਦੇਵਤਾ ਕਿਹਾ ਜਾਂਦਾ ਸੀ ਇਹਨੂੰ। ਤੇ ਪੁਸ਼ਨ ਹੈ ਜਿਹੜਾ, ਇਹਨੂੰ ਪੌਦਿਆਂ ਦਾ ਜਿਹੜਾ ਦੇਵਤਾ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਤੇ ਇੱਕ ਰੱਥ ਨੂੰ ਇੱਕ ਬੱਕਰੀ ਦੇ ਨਾਲ ਖਿੱਚਦਾ ਹੋਇਆ ਦਰਸਾਇਆ ਗਿਆ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ। ਮਹਾਭਾਰਤ ਦਾ ਅਸਲ ਨਾਮ, ਮੂਲ ਨਾਮ ਕੀ ਸੀ? ਜੈ ਸੰਹਿਤਾ ਸੀ ਇਹਦਾ ਨਾਮ। ਹਾਂਜੀ, ਮਹਾਭਾਰਤ ਦਾ ਜਿਹੜਾ ਸ਼ੁਰੂਆਤੀ ਨਾਮ ਸੀ ਉਹ ਜੈਨ ਸੰਹਿਤਾ ਸੀ। ਉਸ ਸਮੇਂ ਇਹਦੇ ਵਿੱਚ 8800 ਛੰਦ ਸੀ। ਜਦੋਂ ਛੰਦਾਂ ਦੀ ਗਿਣਤੀ ਵੱਧ ਕੇ 24,000 ਹੋ ਗਈ ਤਾਂ ਉਹਨੂੰ ਭਾਰਤ ਕਿਹਾ ਜਾਣ ਲੱਗ ਪਿਆ। ਜਦੋਂ 1 ਲੱਖ ਛੰਦ ਹੋ ਗਏ ਤਾਂ ਇਹ ਮਹਾਭਾਰਤ ਕਹਾਉਣ ਲੱਗ ਪਿਆ। ਸਭ ਤੋਂ ਵੱਡਾ ਮਹਾਕਾਵਿ ਹੈ, ਮਹਾਰਿਸ਼ੀ ਵਿਆਸ ਦੁਆਰਾ ਇਹਨੂੰ ਰਚਿਆ ਗਿਆ। ਤੇ ਜਿਹੜਾ ਰਾਜਤਰੰਗ ਨੇ ਉਹਦੀ ਰਚਨਾ ਕੱਲ੍ਹ ਨੇ ਕੀਤੀ ਹੈ। ਇਹ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਹੈ। ਭਾਰਤ ਵਿੱਚ ਆਉਣ ਤੋਂ ਬਾਅਦ ਆਰੀਅਨ ਨੇ ਸਭ ਤੋਂ ਪਹਿਲਾਂ ਆਪਣਾ ਨਿਵਾਸ ਕਿੱਥੇ ਸ਼ੁਰੂ ਕੀਤਾ? ਸਭ ਸਿੱਧੂ ਖੇਤਰ ਦੇ ਵਿੱਚ ਸ਼ੁਰੂ ਕੀਤਾ ਸੀ ਇਹਨਾਂ ਨੇ। ਹਾਂਜੀ, ਸਿੱਧੂ ਸੱਭਿਅਤਾ ਨੂੰ ਤਬਾਹ ਕਰਨ ਵਾਲੀ ਇਹ ਮੰਨਿਆ ਜਾਂਦਾ ਵੀ ਆਰੀਅਨ ਨੇ ਤਬਾਹ ਕੀਤਾ ਸੀਗਾ ਸਿੱਧੂ ਸੱਭਿਅਤਾ ਖੇਤਰ ਨੂੰ। ਠੀਕ ਹੈ ਜੀ, ਇਹ ਕਿਸ ਖੇਤਰ ਤੋਂ ਆਏ? ਇੱਕ ਬਹੁਤ ਹੀ ਵਿਵਾਦਪੂਰਨ ਸਵਾਲ ਹੈ। ਠੀਕ ਹੈ, ਭਾਰਤ ਵਿੱਚ ਆਉਣ ਤੋਂ ਬਾਅਦ ਇਹ ਸਭ ਸਿੱਧੂ ਖੇਤਰ ਦੇ ਵਿੱਚ ਇਹਨਾਂ ਦੇ ਨਿਵਾਸ ਸੀਗਾ। ਮੈਕਸ ਮੁਲਰ ਕੀ ਕਹਿੰਦਾ ਹੈ? ਇਹ ਕਹਿੰਦੇ ਵੀ ਜਿਹੜੇ ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਇਹ ਵਿਚਾਰ ਹੈ ਵੀ ਆਰੀਆ ਮੱਧ ਏਸ਼ੀਆ ਦੇ ਨਿਵਾਸੀ ਸਨ। ਇਹ ਮੈਕਸ ਮੁਲਰ ਦਾ ਵਿਚਾਰ ਹੈ। ਬਾਲ ਗੰਗਾਧਰ ਤਿਲਕ ਕੀ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਇਹ ਜਿਹੜੇ ਆਰੀਆ ਲੋਕ ਹੈ ਉੱਤਰੀ ਧਰੁਵ ਦੇ ਰਹਿਣ ਵਾਲੇ ਸਨ, ਉੱਥੋਂ ਆਏ ਹੈ। ਠੀਕ ਹੈ ਜੀ, ਸਵਾਮੀ ਦਿਆਨੰਦ ਇਹ ਕਹਿੰਦਾ ਵੀ ਆਰੀਆ ਜਿਹੜੇ ਲੋਕ ਹੈ ਇਹਨਾਂ ਦਾ ਮੂਲ ਨਿਵਾਸ ਤਿੱਬਤ ਸੀ। ਸਵਾਮੀ ਦਿਆਨੰਦ ਕਹਿੰਦਾ ਹੈ ਤਿੱਬਤ ਤੋਂ ਆਏ ਹੈ। ਬਾਲ ਗੰਗਾਧਰ ਕਹਿੰਦਾ ਉੱਤਰੀ ਧਰੁਵ ਤੋਂ ਆਏ ਹੈ। ਤੇ ਡਾਕਟਰ ਸੰਪੂਰਨਾਨੰਦ
ਇਹ ਕਹਿੰਦੇ ਆ ਵੀ ਜਿਹੜੇ ਆਰੀਆ ਮੂਲ ਨਿਵਾਸ ਸਥਾਨ ਸਪਤ ਸਿੱਧੂ ਪ੍ਰਦੇਸ਼ ਹੀ ਹੈ, ਵੀ ਇਹ ਸਪਤ ਸਿੱਧੂ ਪ੍ਰਦੇਸ਼ ਹੈ, ਆਰੀਆਂ ਦਾ ਮੂਲ ਨਿਵਾਸ ਸਥਾਨ ਇਹੀ ਹੈ, ਇਹ ਕਿਤੋਂ ਨਹੀਂ ਆਏ, ਇਹ ਡਾਕਟਰ ਸਪੂਰਨਾਨੰਦ ਦਾ ਕਹਿਣਾ ਹੈ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ ਜੀ। ਹੇਠਾਂ ਦਿੱਤੇ ਵੇਦਾਂ ਵਿੱਚੋਂ ਕਿਸ ਦੀ ਆਹੂਤੀ ਜਾਂ ਬਲੀਦਾਨ ਕਿਹਦੇ ਵਿੱਚ ਸ਼ਾਮਲ ਹੈ ਦੱਸਣਾ ਹੈ। ਇਹਦੇ ਵਿੱਚ ਬਲੀਦਾਨ ਦੀ ਜਿਹੜੀ ਹੈਗੀ ਹੈ ਉਹ ਗੱਲ ਕੀਤੀ ਗਈ ਹੈ। ਠੀਕ ਹੈ ਜੀ, ਇਹ ਹਾਂਜੀ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਯਜੁਰਵੇਦ। ਠੀਕ ਹੈ ਜੀ, ਹਾਂਜੀ ਯਜੁਰਵੇਦ ਇੱਕ ਕਰਮਕਾਂਡੀ ਵੇਦ ਹੈ ਤੇ ਬਲੀਦਾਨ ਨਾਲ ਸੰਬੰਧਿਤ ਸੂਤਰ ਜਿਹੜੇ ਉਹ ਯਜੁਰਵੇਦ ਵਿੱਚ ਹੈ ਤੇ ਇਸ ਵਿੱਚ ਵੱਖ-ਵੱਖ ਜੱਗਾਂ ਦੇ ਨਾਲ ਸੰਬੰਧਿਤ ਜਿਹੜੀਆਂ ਰਸਮਾਂ ਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ। ਯਜੁਰਵੇਦ ਇਹ ਵਾਰਤਕ ਤੇ ਛੰਦ ਦੋਵੇਂ ਇਹਦੇ ਵਿੱਚ ਸ਼ਾਮਲ ਹੈ। ਠੀਕ ਹੈ ਜੀ, ਲੇਖ ਵੀ ਹੈ ਤੇ ਕਵਿਤਾ ਵੀ ਇਹਦੇ ਵਿੱਚ। ਯਜੁਰਵੇਦ ਦੇ ਜਿਹੜਾ ਪੁਜਾਰੀ ਹੈ ਉਹਨੂੰ ਅਦਬਰਿਊ ਕਿਹਾ ਜਾਂਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਰਿਗਵੇਦ ਵਿੱਚ ਕਿਸ ਵੈਦਿਕ ਦੇਵਤੇ ਨੂੰ 1000 ਥੰਮਾਂ ਵਾਲੀ ਇਮਾਰਤ ਵਿੱਚ ਰਹਿਣ ਦਰਸਾਇਆ ਗਿਆ ਹੈ। ਠੀਕ ਹੈ ਜੀ, ਇਹ ਦੱਸਣਾ ਹੈ, ਉਹ ਹੈ ਜੀ ਵਰਨ। ਠੀਕ ਹੈ, ਮਿੱਤਰਾ ਤੇ ਵਰਨ। ਠੀਕ ਹੈ ਜੀ, ਮਿੱਤਰਾ ਜਿਹੜਾ ਉਹ ਸੂਰਜ ਦਾ ਹੀ ਦੂਜਾ ਨਾਂ ਹੈ ਜੀ। ਰਿਗਵੇਦਿਕ ਦੇਵਤਿਆਂ ਦੇ ਵਿੱਚ ਵਰਨ ਤੀਜੇ ਸਥਾਨ ਦਾ ਦੇਵਤਾ ਹੈ, ਬ੍ਰਾਹਮਣ ਦਾ ਰਾਜਾ ਹੈ, ਸਮਰਾਟ ਹੈ, ਸਵਰਗ ਵਿੱਚ ਸੋਨੇ ਦੇ ਭਵਨਾਂ ਦੇ ਵਿੱਚ ਰਹਿੰਦਾ ਹੈ ਤੇ ਭਵਨ ਵਿੱਚ 1000 ਥੰਮ ਤੇ ਦਰਵਾਜ਼ੇ ਹੈ। ਠੀਕ ਹੈ, ਤਾਂ ਹੀ ਉਹਨੂੰ 1000 ਥੰਮਾਂ ਦੇ ਦਰਵਾਜ਼ਿਆਂ ਵਾਲਾ ਦੇਵਤਾ ਕਿਹਾ ਜਾਂਦਾ ਹੈ। ਇਹ ਆਪਣੇ ਜਾਸੂਸ ਭੇਜਦਾ ਹੈ ਕੁਦਰਤੀ ਵਰਤਾਰਿਆਂ ਨੂੰ ਕੰਟਰੋਲ ਕਰਨ ਦੇ ਲਈ। ਠੀਕ ਹੈ, ਚੜ੍ਹਦੇ ਸੂਰਜ ਨੂੰ ਮਿੱਤਰਾ ਕਿਹਾ ਜਾਂਦਾ ਹੈ। ਠੀਕ ਹੈ, ਉਹਨੂੰ ਵੀ ਕੰਟਰੋਲ ਕਰਦਾ। ਤੇ ਊਸ਼ਾ, ਸੂਰਜ ਚੜ੍ਹਨ ਤੋਂ ਪਹਿਲਾਂ ਊਸ਼ਾ ਕਿਹਾ ਜਾਂਦਾ ਸਵੇਰ ਨੂੰ। ਠੀਕ ਹੈ ਜੀ, ਰੁਦਰ ਹੋਰ ਮਤਲਬ ਤੱਥਾਂ ਦੇ ਵਿੱਚ ਰੁਦਰ ਹੈ ਜਿਹੜਾ ਰਿਗਵੇਦ ਦੇ 3 ਭਜਨਾਂ ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈ। ਗੁੱਸੇ ਵਾਲਾ ਹੈ ਸੁਭਾਅ ਤੋਂ ਰੁਦਰ ਤੇ ਸ਼ਿਵ ਦਾ ਮੁੰਡਰਾ ਰੂਪ ਇਹਨੂੰ ਮੰਨਿਆ ਜਾਂਦਾ ਹੈ। ਹਾਂਜੀ, ਇੱਕ ਫੈਕਟ ਹੋਰ ਜਿਹੜਾ ਧਿਆਨ 'ਚ ਰੱਖਣਾ ਵੀ ਰਿਗਵੇਦਿਕ ਆਰੀਆਂ ਦੀ ਉਪਾਸਨਾ ਦਾ ਮੂਲ ਉਦੇਸ਼ ਲੌਕਿਕ ਸੀਗਾ, ਸੰਸਾਰਿਕ ਸੀਗਾ, ਨਾ ਕਿ ਅਲੌਕਿਕ, ਨਾ ਕਿ ਅਧਿਆਤਮਿਕ। ਠੀਕ ਹੈ ਜੀ, ਧਿਆਨ ਰੱਖ ਲੈਣਾ ਵੀ ਸਪਿਰਿਚੁਅਲਿਜ਼ਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀਗੇ ਰਿਗਵੇਦਿਕ, ਇਹ ਸਿਰਫ ਸੰਸਾਰਿਕ ਗਤੀਵਿਧੀਆਂ ਵਿੱਚ ਵਿਸ਼ਵਾਸ ਰੱਖਦੇ ਸੀ। ਕਿਸ ਵੇਦ ਦੇ ਵਿੱਚ ਦਵਾਈਆਂ ਦਾ ਵਰਣਨ ਮਿਲਦਾ ਹੈ? ਹਾਂਜੀ, ਉਹ ਆਪਣੇ ਕੋਲ ਹੈ ਜੀ ਅਥਰਵੇਦ। ਅਥਰਵੇਦ ਦੇ ਵਿੱਚ ਦਵਾਈਆਂ ਦਾ ਜਿਹੜਾ ਹੈ ਵਰਣਨ ਮਿਲਦਾ ਹੈ। ਜਾਦੂ ਟੂਣਾ ਭੂਤ ਪ੍ਰੇਤ ਆਦਿ ਦੇ ਨਾਲ ਦਵਾਈਆਂ ਦਾ ਵਰਣਨ ਵੀ ਅਥਰਵੇਦ 'ਚ ਮਿਲਦਾ ਹੈ। ਠੀਕ ਹੈ ਜੀ, ਤੇ ਇਹ ਜਿਹੜਾ ਵੇਦ ਹੈ ਆਮ ਆਦਮੀ ਦੇ ਅੰਧ ਵਿਸ਼ਵਾਸਾਂ ਦਾ ਵਰਣਨ ਕਰਦਾ ਹੈ। ਇਹਦੇ ਵਿੱਚ ਆਤਮਾਵਾਂ ਦੇ ਮੁਕਤੀ ਦੇ ਮਾਰਗ ਨੂੰ ਦਰਸਾਇਆ ਗਿਆ ਹੈ, ਦੁਸ਼ਟ ਆਤਮਾਵਾਂ ਤੋਂ ਕਿਵੇਂ ਆਪਾਂ ਮੁਕਤੀ ਪ੍ਰਾਪਤ ਕਰਨੀ ਹੈ। ਇੱਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਅਗਨੀ ਹੀ ਇੱਕੋ ਇੱਕ ਦੇਵਤਾ ਹੈ ਜਿਹੜਾ 3 ਆਕਾਸ਼ ਪਲਾਟ ਤੇ ਧਰਤੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਯਾਦ ਰੱਖ ਲਿਓ, 2 ਨੰਬਰ ਦਾ ਦੇਵਤਾ ਅਗਨੀ, ਇਹਨੂੰ ਆਕਾਸ਼ ਪਲਾਟ ਧਰਤੀ ਤਿੰਨੇ ਦੇਵਤਿਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਅਥਰਵੇਦ ਦਾ ਇੱਕੋ ਇੱਕ ਬ੍ਰਹਮਣੀ ਗ੍ਰੰਥ ਗੋਪਤ ਹੈ। ਠੀਕ ਹੈ ਜੀ, ਰੱਖ ਲਿਓ ਬ੍ਰਹਮਣੀ ਗ੍ਰੰਥ, ਸਾਰੇ ਵੇਦਾਂ ਦੇ ਅਲੱਗ-ਅਲੱਗ ਬ੍ਰਹਮਣੀ ਗ੍ਰੰਥ ਬਣੇ ਹੋਏ ਆ ਤੇ ਅਥਰਵੇਦ ਦਾ ਇੱਕੋ ਇੱਕ ਬ੍ਰਹਮਣੀ ਗ੍ਰੰਥ ਗੋਪਤ ਹੈ। ਅਥਰਵੇਦ ਦਾ ਕੋਈ ਵੀ ਆਰਣਿਕ ਨਹੀਂ ਹੈ ਤੇ ਰਿਗਵੇਦ ਵਿੱਚ ਲੋਹੇ ਅਤੇ ਚਾਂਦੀ ਦਾ ਕੋਈ ਜ਼ਿਕਰ ਨਹੀਂ ਹੈ, ਇਹ ਧਿਆਨ ਰੱਖ ਲੈਣਾ। ਲੋਹੇ ਧਾਤੂ ਬਾਰੇ ਤਾਂ ਜਿਹੜੇ ਰਿਗਵੇਦ ਵਾਲੇ ਨਹੀਂ। ਉੱਤਰ ਵੈਦਿਕ ਕਾਲ ਦੇ ਲੋਕਾਂ ਦੀ ਮੁੱਖ ਫਸਲ ਕੀ ਸੀਗੀ? ਉੱਤਰ ਵੈਦਿਕ ਕਾਲ ਦੇ ਲੋਕਾਂ ਦੀ ਮੁੱਖ ਫਸਲ ਕਣਕ ਤੇ ਚੌਲ ਸੀ, ਇਹ ਧਿਆਨ 'ਚ ਰੱਖ ਲੈਣਾ ਜੀ। ਖੇਤੀਬਾੜੀ ਅਤੇ ਪਸ਼ੂ ਪਾਲਣ ਉੱਤਰ ਵੈਦਿਕ ਕਾਲ ਦੇ ਆਰਥਿਕ ਜੀਵਨ ਦਾ ਮੁੱਖ ਆਧਾਰ ਸੀ। ਮੁੱਖ ਫਸਲਾਂ ਇਹਨਾਂ ਦੀਆਂ ਕਣਕ ਤੇ ਚਾਵਲ ਸੀ। ਠੀਕ ਹੈ ਜੀ, ਖੇਤੀ ਦੀ ਜਿਹੜੀ ਪ੍ਰਕਿਰਿਆ ਦਾ ਵਰਣਨ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਜਿਹੜੀ ਜੌਂ ਹੈ ਉਹ ਪੂਰਵ ਵੈਦਿਕ ਕਾਲ ਜਾਂ ਰਿਗਵੇਦਿਕ ਯੁੱਗ ਦਾ ਮੁੱਖ ਨਾਚ ਸੀ। ਰਿਗਵੇਦ ਦੇ ਵਿੱਚ ਕਹਿੰਦੇ ਜੌਂ ਦੇ ਲਈ ਜਵ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਰਿਗਵੇਦ ਵਿੱਚ ਚਾਵਲ, ਨਮਕ, ਮੱਛੀ ਆਦਿ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਇਹ ਧਿਆਨ 'ਚ ਰੱਖ ਲੈਣਾ। ਤੇ ਕ੍ਰੰਭ ਨਾਮਕ ਇੱਕ ਭੋਜਨ ਤਿਆਰ ਕੀਤਾ ਜਾਂਦਾ ਸੀਗਾ, ਦੁੱਧ ਤੇ ਜੌਂ ਤੋਂ ਮਿਲਾ ਕੇ, ਜੌਂ ਦਾ ਸੇਤੂ ਤੇ ਦੁੱਧ ਤੋਂ ਮਿਲ ਕੇ ਕ੍ਰੰਭ ਜਾਂ ਦਹੀਂ ਦੇ ਨਾਲ ਜੌਂ ਦਾ ਸੇਤੂ ਮਿਲਾ ਕੇ ਉਹ ਤਿਆਰ ਕੀਤਾ ਜਾਂਦਾ ਸੀ। ਕ੍ਰੰਭ ਨਾਂ ਦਾ ਇੱਕ ਭੋਜਨ ਪਦਾਰਥ। ਠੀਕ ਹੈ ਜੀ, ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਆਪ ਜੀ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।